ਸੋ ਸਾਰੇ ਅਟੈਂਡੀਜ਼ ਨੂੰ ਹੈਲੋ ਐਂਡ ਸਤਿ ਸ਼੍ਰੀ ਅਕਾਲ ਟੂ एवरीवन। ਮੇਰਾ ਨਾਮ ਪ੍ਰਭਜੋਤ ਹੈ ਅਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਸੇਫਟੀ ਡਰਿਵਨ ਦੇ ਵੈਬਿਨਾਰ ਸੇਫਟੀ ਡਰਿਵਨ ਨਾਲ ਆਪਣਾ ਸੇਫਟੀ ਪ੍ਰੋਗਰਾਮ ਬਣਾਓ। ਪੀਸੀਆਈਟੀ ਦੇ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਪ੍ਰੋਗਰਾਮ ਤੋਂ ਗ੍ਰੈਜੂਏਟ ਕਰਨ ਤੋਂ ਬਾਅਦ ਮੈਂ ਪਿਛਲੇ 1 ਸਾਲ ਤੋਂ ਸੇਫਟੀ ਡਰਿਵਨ ਨਾਲ ਕੰਮ ਕਰ ਰਹੀ ਹਾਂ। ਮੇਰੇ ਪਿਛਲੇ ਕੰਮ ਦਾ ਐਕਸਪੀਰੀਅੰਸ ਕੰਪਨੀ ਨਾਲ ਹੈ ਜੋ ਪੋਰਟ ਦੇ ਨਾਲ ਕੰਮ ਕਰਦੇ ਨੇ ਅਤੇ ਹੁਣ ਮੈਂ ਸੇਫਟੀ ਡਰਿਵਨ ਨਾਲ ਕੰਪਨੀਆਂ ਨੂੰ ਸੇਫਟੀ ਪ੍ਰੋਗਰਾਮ ਬਣਾਉਣ ਨੂੰ ਮਦਦ ਕਰਦੀ ਹਾਂ। ਮੇਰੇ ਨਾਲ ਦੀ ਦਰਸ਼ਨ ਗਿੱਲ। ਦਰਸ਼ਨ ਨੇ ਵੀ ਪੀਸੀਆਈਟੀ ਤੋਂ ਗ੍ਰੈਜੂਏਟ ਕੀਤਾ ਹੈ ਇਨ 2016 ਦੇ ਵਿੱਚ। ਦਰਸ਼ਨ ਦਾ ਪਿਛਲਾ ਐਕਸਪੀਰੀਅੰਸ ਫreight, ਟਰੱਕਿੰਗ ਅਤੇ ਕ੍ਰੇਨ ਵਾਲੀਆਂ ਕੰਪਨੀਆਂ ਨਾਲ ਹੈ ਅਤੇ ਹੁਣ ਸੇਫਟੀ ਡਰਿਵਨ ਨਾਲ ਛੋਟੀਆਂ ਅਤੇ ਵੱਡੀਆਂ ਕੰਪਨੀਆਂ ਦੀ ਸੇਫਟੀ ਪ੍ਰੋਗਰਾਮ ਬਣਾਉਣ ਵਿੱਚ ਮਦਦ ਕਰ ਰਹੇ ਹਾਂ। ਅਸੀਂ ਅੱਜ ਵੈਬਿਨਾਰ ਦੇ ਦੌਰਾਨ ਤੁਹਾਨੂੰ ਦੱਸਾਂਗੇ ਕਿ ਸੇਫਟੀ ਡਰਿਵਨ ਕੰਪਨੀਆਂ ਨੂੰ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਾਉਣ ਵਿੱਚ ਕਿਵੇਂ ਮਦਦ ਕਰਦਾ ਹੈ। Okay, so ਜਿਹੜਾ ਆਪਣਾ ਆਉਣ ਵਾਲਾ ਘੰਟਾ ਉਹਦੇ ਵਿੱਚ ਅਸੀਂ ਦੱਸਾਂਗੇ ਕਿ ਸੇਫਟੀ ਡਰਿਵਨ ਕੌਣ ਹੈ, ਹੈਲਥ ਐਂਡ ਸੇਫਟੀ ਬਾਰੇ ਵੀ ਦੱਸਾਂਗੇ ਵੀ ਹੈਲਥ ਐਂਡ ਸੇਫਟੀ ਚੀਜ਼ ਕੀ ਹੈ ਅਤੇ ਸੇਫਟੀ ਡਰਿਵਨ ਤੁਹਾਡੇ ਨਾਲ ਜਿਹੜਾ ਤੁਹਾਡਾ ਨਵਾਂ ਪ੍ਰੋਗਰਾਮ ਕਿਵੇਂ ਬਣਾਓਗੀ ਜਾਂ ਜੇ ਤੁਹਾਡੇ ਕੋਲ ਪਹਿਲਾਂ ਤੋਂ ਕੋਈ ਹੈਲਥ ਐਂਡ ਸੇਫਟੀ ਦਾ ਪ੍ਰੋਗਰਾਮ ਬਣਿਆ ਹੋਵੇ ਉਸਨੂੰ ਕਿਵੇਂ ਬਿਹਤਰ ਕਰਨਾ। ਇਸ ਵੈਬਿਨਾਰ ਦੇ ਵਿੱਚ ਅਸੀਂ ਤੁਹਾਨੂੰ ਆਪਦੇ ਵੈਬਸਾਈਟ ਬਾਰੇ ਦੱਸਾਂਗੇ ਜਿੱਥੇ ਕੋਈ ਵੀ ਜਾ ਕੇ ਫ੍ਰੀ ਆਨਲਾਈਨ ਰਿਸੋਰਸਿਸ ਜਾਂ ਫਾਰਮ ਵੀ ਡਾਊਨਲੋਡ ਕਰ ਸਕਦਾ ਹੈ ਅਤੇ ਐਂਡ ਤੇ ਜੋ ਆਡੀਅנס ਦੇ ਸਵਾਲ ਨੇ ਉਸ ਨੂੰ ਵੀ ਆਨਸਰ ਕਰਾਂਗੇ। ਦਰਸ਼ਨ, ਲੱਗਦਾ ਹੈ ਕਿ ਸਾਰਿਆਂ ਨੇ ਲੌਗਇਨ ਕਰ ਲਿਆ ਹੈ। ਜੇ ਤੁਹਾਨੂੰ ਕੋਈ ਵੀ ਹੈਲਪ ਦੀ ਲੋੜ ਹੈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ events@safetydriven.ca ਤੇ ਸਾਡੀ ਟੀਮ ਦਾ ਮੈਂਬਰ ਤੁਹਾਨੂੰ ਹੈਲਪ ਕਰਨ ਵਿੱਚ ਸਹਾਇਤਾ ਕਰੂਗਾ। ਇਸ ਵੈਬਿਨਾਰ ਦੌਰਾਨ ਸਾਰੀ ਆਡੀਅנס ਦੇ ਮਾਈਕ ਤੇ ਵੀਡੀਓ ਆਫ ਕਰ ਦਿੱਤੀ ਗਈ ਹੈ, ਸੋ ਡੋਂਟ ਵਰੀ ਜੇ ਉਹ ਚੱਲ ਨਹੀਂ ਰਹੀ। ਸੋ ਅੱਗੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਸੇਫਟੀ ਡਰਿਵਨ ਬਾਰੇ ਦੱਸਣਾ ਚਾਹੁੰਦੇ ਹਾਂ। ਸੇਫਟੀ ਡਰਿਵਨ ਟਰੱਕਿੰਗ ਸੇਫਟੀ ਕਾਉਂਸਲ ਆਫ ਬ੍ਰਿਟਿਸ਼ ਕੋਲੰਬੀਆ ਹੈ ਜੋ ਟਰਾਂਸਪੋਰਟੇਸ਼ਨ, ਸਪਲਾਈ ਚੇਨ ਲੌਜਿਸਟਿਕਸ ਅਤੇ ਵੇਸਟ ਮੈਨੇਜਮੈਂਟ ਦੀ ਇੰਡਸਟਰੀ ਦੀ ਹੈਲਥ ਐਂਡ ਸੇਫਟੀ ਪ੍ਰੋਗਰਾਮ ਨੂੰ ਇੰਪਰੂਵ ਕਰਨ ਲਈ ਕੰਮ ਕਰਦੀ ਹੈ। ਸੇਫਟੀ ਡਰਿਵਨ ਦਾ ਮੇਨ ਗੋਲ ਸੇਫਟੀ ਆਪਰੇਸ਼ਨਸ ਨੂੰ ਵਧਾਉਣਾ ਅਤੇ ਕੰਮ ਤੋਂ ਹੋਣ ਵਾਲੀਆਂ ਇੰਜਰੀਜ਼ ਨੂੰ ਘਟਾਉਣਾ ਹੈ। ਸਾਡਾ ਕੀ ਫੋਕਸ ਇੰਡਸਟਰੀ ਨੂੰ ਨਾਲ ਜੋੜਨਾ ਹੈ ਅਤੇ ਉਹਨਾਂ ਨੂੰ ਹੈਲਥ ਐਂਡ ਸੇਫਟੀ ਪ੍ਰਤੀ ਜਾਗਰੂਕ ਕਰਨਾ ਹੈ, ਜੋ ਕਿ ਅਸੀਂ ਟ੍ਰੇਨਿੰਗ, ਵੈਬਿਨਾਰ ਅਤੇ ਹੋਰ ਕਈ ਇਵੈਂਟਸ ਰਾਹੀਂ ਕਰਦੇ ਹਾਂ। ਸੇਫਟੀ ਡਰਿਵਨ ਤੇ ਸਾਨੂੰ ਮਾਣ ਹੈ ਕਿ ਸਾਨੂੰ ਕੋਈ ਵੀ ਕੰਟੈਕਟ ਕਰ ਸਕਦਾ ਹੈ, ਵਰਕਰਸ ਤੋਂ ਲੈ ਕੇ ਮੈਨੇਜਮੈਂਟ ਤੱਕ, ਅਤੇ ਅਸੀਂ ਉਹਨਾਂ ਦੀ ਜ਼ਰੂਰਤ ਦੇ ਮੁਤਾਬਿਕ ਹੈਲਪ ਕਰਦੇ ਹਾਂ। ਸਾਡੇ ਕੋਲ ਸੇਫਟੀ ਡਰਿਵਨ ਕੋਲ ਸੇਫਟੀ ਐਡਵਾਈਜ਼ਰਸ ਦੀ ਟੀਮ ਹੈ ਜੋ ਕਿ ਸੇਫਟੀ ਪ੍ਰੋਗਰਾਮ ਬਣਾਉਣ ਦੇ ਵਿੱਚ ਤੁਹਾਨੂੰ ਮਦਦ ਕਰਦੀ ਹੈ। ਮੈਨੇਜਰਸ, ਸੁਪਰਵਾਈਜ਼ਰਸ, ਸੇਫਟੀ ਰੈਪਸ, ਵਰਕਰਸ, ਡਰਾਈਵਰਸ ਐਂਡ ਓਨਰ ਆਪਰੇਟਰਸ ਲਈ ਆਨਲਾਈਨ ਰਿਸੋਰਸਿਸ ਜੋ ਤੁਸੀਂ ਆਪਣੀ ਵੈਬਸਾਈਟ ਤੋਂ ਫ੍ਰੀ ਵਿੱਚ ਡਾਊਨਲੋਡ ਕਰ ਸਕਦੇ ਹੋ। ਅਸੀਂ ਟ੍ਰੇਨਿੰਗ ਅਤੇ ਕੋਰਸਿਸ ਵੀ ਆਫਰ ਕਰਦੇ ਹਾਂ। ਵਰਕਸਾਈਟ ਪੀਸੀ ਦਾ ਕੋਰ ਪ੍ਰੋਗਰਾਮ ਲਈ ਸੇਫਟੀ ਡਰਿਵਨ ਟਰੱਕਿੰਗ ਅਤੇ ਨਾਲ ਦੀਆਂ ਇੰਡਸਟਰੀਜ਼ ਲਈ ਇੱਕ ਸਰਟੀਫਾਈਂਗ ਪਾਰਟਨਰ ਹੈ। Okay, so ਇਸ ਵੈਬਿਨਾਰ ਦੇ ਵਿੱਚ ਸਾਡੇ ਕੁਝ ਪੋਲ ਵੀ ਆਉਣਗੇ ਜਿੱਥੇ ਤੁਸੀਂ ਸਾਡੇ ਪੁੱਛੇ ਹੋਏ ਸਵਾਲਾਂ ਨੂੰ ਜਵਾਬ ਦੇ ਸਕਦੇ ਹੋ। ਸਾਡਾ ਪਹਿਲਾ ਪੋਲ ਹੈ ਕੋਰ ਬਾਰੇ। ਤੁਹਾਡੀ ਸਕਰੀਨ ਤੇ ਆਊਗਾ ਵੀ ਕੀ ਤੁਹਾਡੀ ਕੰਪਨੀ ਦੀ ਇੰਟਰਸਟ ਹੈਗੀ ਵੀ ਕੋਰ ਸਰਟੀਫਾਈਡ ਪ੍ਰੋਗਰਾਮ ਬਣਾਉਣ ਦੇ ਵਿੱਚ। ਆਪਦਾ ਪੋਲ ਤੇ ਹਾਂ ਜਾਂ ਨਾ there's the yes or no option, ਉਹਦੇ ਤੇ ਇੱਕ ਆਪਸ਼ਨ ਤੇ ਕਲਿੱਕ ਕਰੋ ਤੇ ਸਾਨੂੰ ਰਿਜ਼ਲਟ ਦੱਸਣਗੇ। ਕੋਰ ਬਾਰੇ ਤੁਸੀਂ ਸ਼ਾਇਦ ਨਾ ਜਾਣਨਾ ਹੋਵੇ। ਕੰਪਨੀ ਕੋਰ ਸਰਟੀਫਿਕੇਸ਼ਨ ਲਾ ਕੇ ਪ੍ਰੂਵ ਕਰ ਸਕਦੀ ਹੈ ਕਿ ਉਹਨਾਂ ਦਾ ਹੈਲਥ ਐਂਡ ਸੇਫਟੀ ਪ੍ਰੋਗਰਾਮ ਇੱਕ ਸਟੈਂਡਰਡ ਨੂੰ ਮੀਟ ਕਰਦਾ ਅਤੇ ਇਸ ਨਾਲ ਉਹ ਜੌਬ ਤੇ ਬਿਡ ਵਿੱਚ ਕਰਨ ਵੀ ਸਹਾਇਤਾ ਕਰਦੀ ਆ ਅਤੇ ਕੁਝ ਕੰਪਨੀਆਂ ਲੈਂਦੀ ਹੈ ਕਰਕੇ ਉਹਨਾਂ ਦੇ ਵਰਕ ਸੇਫ ਪੀਸੀ ਦੇ ਪ੍ਰੀਮੀਅਮ ਤੋਂ ਵੀ ਕੁਝ ਡਿਸਕਾਊਂਟ ਮਿਲਦਾ ਹੈ। ਸੋ ਕਲਿੱਕ ਔਨ that poll ਤੇ ਹਾਂ ਜਾਂ ਨਾ ਤੇ ਨੱਪ ਕੇ ਤੁਸੀਂ ਆਪਦਾ ਆਨਸਰ ਦੇ ਸਕਦੇ ਹੋ। Give everybody a comment there. Okay. Right. So poll ਦੇ ਰਿਜ਼ਲਟ ਤੋਂ ਲੱਗਦਾ ਹੈ ਕਿ ਤੁਹਾਡੇ ਵਿੱਚੋਂ ਤਕਰੀਬਨ 50% ਅੱਧੇ ਜਿਹੜੇ ਆਏ ਹਨ ਜਿਨ੍ਹਾਂ ਨੇ ਪੋਲ ਦਾ ਜਵਾਬ ਦਿੱਤਾ ਹੋਇਆ, ਲੱਗਦਾ ਹੈ ਕਿ ਉਹਨਾਂ ਨੂੰ ਕੋਰਸ ਸਰਟੀਫਿਕੇਸ਼ਨ ਲੈਣ ਲਈ ਇੰਟਰਸਟਿਡ ਨੇ। ਜੋ ਸਰਟੀਫਿਕੇਸ਼ਨ ਰਿਸੀਵ ਕਰਨ ਲਈ ਪਹਿਲਾਂ ਆਪਾਂ ਜਾਂਦੇ ਹਾਂ ਇੱਕ ਸਰਟੀਫਿਕੇਸ਼ਨ ਲੈਣ ਲਈ ਇੱਕ ਹੈਲਥ ਐਂਡ ਸੇਫਟੀ ਦਾ ਪ੍ਰੋਗਰਾਮ ਦੀ ਲੋੜ ਹੁੰਦੀ ਹੈ। ਸੋ ਹੈਲਥ ਐਂਡ ਸੇਫਟੀ ਕੀ ਹੈ? ਜੋ ਆਪਣਾ ਹੈਲਥ ਐਂਡ ਸੇਫਟੀ ਪ੍ਰੋਗਰਾਮ ਹੈ ਜੋ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਕਹੀ ਜਾਂਦੀ ਹੈ ਜਾਂ ਕਈ ਵਾਰੀ OHS ਦਾ ਵੀ ਨਾਮ ਤੁਸੀਂ ਸ਼ਾਇਦ ਸੁਣਿਆ ਹੋਵੇ, ਉਹ ਕੰਮ ਵਾਲੀ ਥਾਂ ਦੀ ਹੈਲਥ ਐਂਡ ਸੇਫਟੀ ਵਿੱਚ ਡੀਲ ਕਰਦੀ ਹੈ। OHS ਕੰਮ ਕਰਨ ਵਾਲਿਆਂ ਦੀ ਸੇਫਟੀ ਨੂੰ ਵਧਾਉਂਦੀ ਹੈ ਅਤੇ ਇਸ ਦਾ ਮਕਸਦ ਹੈ ਕਿ ਕੰਮ ਤੇ ਹੋਣ ਵਾਲੀਆਂ ਸੱਟਾਂ ਜਾਂ ਬਿਮਾਰੀਆਂ ਨੂੰ ਘਟਾਉਣਾ। OHS ਵਰਕ ਸੇਫ PC ਜਾਂ ਜੋ ESDC ਜੋ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਰਾਹੀਂ ਲਾਗੂ ਕੀਤਾ ਜਾਂਦਾ ਹੈ
ਅਤੇ ਇੰਪੋਰਟੈਂਟਲੀ ਇਹ ਨੈਸ਼ਨਲ ਸੇਫਟੀ ਕੋਡ ਤੋਂ ਵੀ ਵੱਖਰਾ ਹੈ। ਜ਼ਿਆਦਾ ਤੌਰ ਤੇ ਤੁਹਾਡੇ ਤੋਂ ਬਹੁਤ ਜਾਣੇ ਨੇ ਨੈਸ਼ਨਲ ਸੇਫਟੀ ਕੋਡ ਬਾਰੇ ਤਾਂ ਜਾਣਦੇ ਹੋਣਗੇ ਕਿ ਉਹ ਟਰੱਕਿੰਗ ਦੇ ਤੇ ਟਰੱਕ ਚਲਾਉਣ ਦੀ ਸੇਫਟੀ ਬਾਰੇ ਡੀਲ ਕਰਦਾ ਹੈ। ਜੋ NSC ਉਹ ਤੁਹਾਡੇ ਹੈਲਥ ਐਂਡ ਸੇਫਟੀ ਪ੍ਰੋਗਰਾਮ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ, ਪਰ ਇਹ OHS ਨਾਲੋਂ ਫਿਰ ਵੀ ਵੱਖਰਾ ਹੁੰਦਾ ਹੈ। ਜਿਵੇਂ OHS ਉਹ WorkSafe PC ਰਾਹੀਂ ਲਾਗੂ ਕੀਤਾ ਜਾਂਦਾ ਵੀ WorkSafe ਦੇ ਸਾਰੇ ਰੂਲ ਅਤੇ ਰੈਗੂਲੇਸ਼ਨ ਫਾਲੋ ਕਰਦੇ ਆ। ਇਸ ਦੇ ਰਾਹੀਂ ਜੋ NSC ਹੈ ਉਹ CVSE ਅਤੇ ਨੈਸ਼ਨਲ ਸੇਫਟੀ ਕੋਡ ਵਾਲੇ ਜੋ CVSE ਦੇ ਰੂਲ ਔਰ ਉਹਨਾਂ CVSE ਰਾਹੀਂ ਲਾਗੂ ਕੀਤਾ ਜਾਂਦਾ ਹੈ। ਜਾਂ ਸ਼ਾਇਦ ਕੋਈ ਅਮਰੀਕਾ ਵਿੱਚ ਕੰਪਨੀ ਕਰਦੀ ਹੋਵੇ ਉਹ DOT ਵੀ ਜਾਣਦੇ ਹੋਵੇ, ਉਹ NSC ਉਹ CVSE ਤੇ DOT ਦੇ ਰਾਹੀਂ ਲਾਗੂ ਕੀਤਾ ਜਾਂਦਾ, ਜਿਹੜਾ ਆਪਣਾ ਹੈਲਥ ਐਂਡ ਸੇਫਟੀ ਉਹ ਸਿਰਫ ਜਿਹੜੇ ਕੰਮ ਕਰਨ ਵਾਲਿਆਂ ਦੀ ਉਹਨਾਂ ਦੀ ਸੇਫਟੀ ਤੇ ਫੋਕਸ ਕਰਦਾ ਹੈ। Okay, so ਜੋ ਆਪਾਂ ਹੈਲਥ ਐਂਡ ਸੇਫਟੀ ਪ੍ਰੋਗਰਾਮ ਕਹਿੰਦੇ ਆ, ਫਿਰ ਜਿਹੜਾ ਹੈਲਥ ਐਂਡ ਸੇਫਟੀ ਪ੍ਰੋਗਰਾਮ ਆ ਉਹਦੇ ਵਿੱਚ ਕੁਝ ਪਾਲਿਸੀਜ਼ ਅਤੇ ਪ੍ਰੋਸੀਜਰ ਨੂੰ ਮਿਲਾ ਕੇ ਬਣਦਾ ਹੈ ਜੋ ਕੰਮ ਕਰਨ ਵਾਲਿਆਂ ਦੀ ਸੇਫਟੀ ਵਧਾਉਣ ਲਈ ਹੈ ਅਤੇ ਉਹਨਾਂ ਦੇ ਸੱਟ ਲੱਗਣ ਦੀ ਰਿਸਕ ਨੂੰ ਘਟਾਉਂਦਾ ਹੈ। ਜੋ ਸੇਫਟੀ ਪ੍ਰੋਗਰਾਮ ਹੈ ਆਪਣਾ ਉਹਨਾਂ ਦੇ ਵੱਖਰੇ ਵੱਖਰੇ ਮੋਡਿਊਲ ਨੂੰ ਕਵਰ ਕਰਦਾ, ਜਿਵੇਂ ਕਿ ਕੁਝ ਪ੍ਰੋਗਰਾਮ ਦੇ ਵਿੱਚ ਆਮ ਪ੍ਰੋਗਰਾਮਾਂ ਦੇ ਵਿੱਚ ਕੁਝ ਇਨਸਪੈਕਸ਼ਨ ਦਾ ਮੋਡਿਊਲ ਹੁੰਦਾ, ਇਨਵੈਸਟੀਗੇਸ਼ਨਸ, ਸੇਫ ਵਰਕ ਪ੍ਰੋਸੀਜਰਸ ਅਤੇ ਐਮਰਜੈਂਸੀ ਪ੍ਰੀਪੇਅਰਡਨੈਸ। ਜੋ ਆਪਣੀ ਪਾਲਿਸੀਆਂ ਹੁੰਦੀਆਂ ਨੇ ਉਹ ਇੱਕ ਰਿਟਨ ਡਾਕੂਮੈਂਟ ਆ ਜੋ ਮੈਨੇਜਮੈਂਟ, ਸੁਪਰਵਾਈਜ਼ਰ ਜਾਂ ਕੋਈ ਕੰਮ ਕਰਨ ਵਾਲੇ ਜਿਹੜੇ ਆਪਣੇ ਵਰਕਰਸ ਹੁੰਦੇ ਨੇ ਉਹਨਾਂ ਦੇ ਰੋਲ ਜਾਂ ਜ਼ਿੰਮੇਵਾਰੀਆਂ ਨੂੰ ਦੱਸਦੀਆਂ ਨੇ। ਅਤੇ ਹਰ ਇੱਕ ਮੋਡਿਊਲ ਵਿੱਚ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਜੋ ਕਿ ਵਰਕਰਸ ਨੂੰ ਫਾਲੋ ਕਰਨੀ ਪੈਂਦੀਆਂ ਨੇ। ਇਹਨੂੰ ਪ੍ਰੋਸੀਜਰਸ ਆਪਾਂ ਕਹਿੰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਵਰਕਰਸ ਨੂੰ ਟ੍ਰੇਨਿੰਗ ਅਤੇ ਇੰਸਟਰਕਸ਼ਨ ਵੀ ਦਿੱਤੀ ਜਾਵੇ ਜੋ ਉਹਨਾਂ ਨੂੰ ਸੇਫਲੀ ਕੰਮ ਕਰਨ ਦੇ ਵਿੱਚ ਸਹਾਇਤਾ ਕਰਦੀਆਂ ਹਨ। ਸੋ ਜੋ ਆਪਣੇ ਪ੍ਰੋਸੀਜਰਸ ਹੈ ਉਹਦੇ ਵਿੱਚ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੋਂ ਬਗੈਰ ਤੁਹਾਡੇ ਹੈਲਥ ਐਂਡ ਸੇਫਟੀ ਪ੍ਰੋਗਰਾਮ ਦੇ ਨਾਲ ਕੁਝ ਰੈਕੋਰਡ ਵੀ ਰੱਖਣੇ ਪੈਂਦੇ ਆ, ਜਿਵੇਂ ਕਿ ਇਨਸਪੈਕਸ਼ਨ ਦੀਆਂ ਭਰੀਆਂ ਹੋਈਆਂ ਰਿਪੋਰਟਾਂ, ਕੁਝ ਇਨਸੀਡੈਂਟ ਹੋਵੇ ਕਿਸ ਦੀ ਸੱਟ ਲੱਗੀ ਹੋਵੇ ਉਹਦੀ ਇਨਵੈਸਟੀਗੇਸ਼ਨ ਕਰਨੀ ਹੋਵੇ, ਉਹਦੇ ਪੇਪਰ ਵਰਕ, ਉਹਦੇ ਡਾਕੂਮੈਂਟ ਸਾਰੇ ਰੱਖਣੇ ਪੈਂਦੇ ਆ। ਜਾਂ ਹੋਰ ਵੀ ਕੋਈ ਹੈਲਥ ਐਂਡ ਸੇਫਟੀ ਦੇ ਸੰਬੰਧ ਸਟੈਟਿਸਟਿਕਸ ਵੀ ਰੱਖਣੇ ਪੈਂਦੇ ਆ, ਜਿਵੇਂ ਕਿ ਕਿੰਨੀਆਂ ਸੱਟਾਂ ਲੱਗੀਆਂ, ਕਿਸੇ ਦੀ ਕੋਈ ਫਰਸਟ ਏਡ ਵਾਲੀ ਇੰਜਰੀ ਹੋਵੇ ਉਹਦੇ ਰੈਕੋਰਡ ਰੱਖਣੇ ਪੈਂਦੇ ਆ, ਸਟੈਟ ਰੱਖਣੇ ਪੈਂਦੇ ਆ। ਅਤੇ ਉਹਦੇ ਨਾਲ ਕੁਝ ਕੰਪਨੀਆਂ ਵੀ ਰੱਖਦੀਆਂ ਰੈਕੋਰਡ ਵੀ ਇੱਕ ਮਹੀਨੇ ਦੇ ਵਿੱਚ ਕਿੰਨੀਆਂ ਇੰਜਰੀਆਂ ਹੋਈਆਂ, ਕਿਸ ਤਰ੍ਹਾਂ ਦੀਆਂ ਸੱਟਾਂ, ਹੋਰ ਜਿਹੇ ਰੈਕੋਰਡ ਰੱਖਣੇ ਪੈਂਦੇ ਆ। ਅਤੇ ਤੁਹਾਨੂੰ ਹੈਲਥ ਐਂਡ ਸੇਫਟੀ ਪ੍ਰੋਗਰਾਮ ਖਾਸ ਆਪਣੇ ਕੰਮ ਦੇ ਮੁਤਾਬਿਕ ਬਣਨਾ ਚਾਹੀਦਾ, ਜੋ ਆਪਣਾ ਪ੍ਰੋਗਰਾਮ ਹੈ ਜੋ ਕਿ ਤੁਹਾਡੇ ਕੰਪਨੀ ਦੇ ਸਾਈਜ਼ ਅਤੇ ਕੰਮ ਦੇ ਮੁਤਾਬਿਕ ਹੋਵੇ। ਜਿਵੇਂ ਕਿ ਇੱਕ ਕੋਈ ਕੰਟੇਨਰ ਕੰਪਨੀ ਹੋਵੇ, ਕੋਈ ਸ਼ਿਪਿੰਗ ਕੰਪਨੀ ਹੋਵੇ, ਉਹਨਾਂ ਦਾ ਪ੍ਰੋਗਰਾਮ, ਜੇ ਕੋਈ ਕ੍ਰੇਨ ਵਾਲੀ ਕੰਪਨੀ ਹੋਵੇ ਉਹਨਾਂ ਦੇ ਅੱਡੋ ਅੱਡ ਪ੍ਰੋਗਰਾਮ, ਵੱਖਰੇ ਵੱਖਰੇ ਪ੍ਰੋਗਰਾਮ ਹੋਣਗੇ। ਸੋ ਜਿਹੜਾ ਪ੍ਰੋਗਰਾਮ ਆਪਣਾ ਲਿਖਿਆ ਹੋਵੇ ਉਹ ਕੰਪਨੀ ਦੇ ਮੁਤਾਬਿਕ ਹੀ ਚੱਲੇ। ਸੋ ਤੁਹਾਡੀ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਾਉਣ ਲਈ ਸਾਡੇ ਕੋਲ ਬਹੁਤ ਮੁਫਤ ਰਿਸੋਰਸਿਸ ਨੇ ਜੋ ਤੁਸੀਂ ਸਾਡੀ ਵੈਬਸਾਈਟ ਤੋਂ ਫ੍ਰੀ ਵਿੱਚ ਡਾਊਨਲੋਡ ਕਰ ਸਕਦੇ ਹੋ, ਜਿਵੇਂ ਕਿ ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਮਿਨਟਸ ਜੋ ਤੁਸੀਂ ਆਪਦੀ ਕਮੇਟੀ ਦੇ ਮਿਨਟਸ ਰਿਕਾਰਡ ਕਰਨ ਨੂੰ ਵਰਤ ਸਕਦੇ ਹੋ, ਰਿਸਕ ਅਸੈਸਮੈਂਟ, ਜੁਆਇੰਟ ਹੈਲਥ ਐਂਡ ਸੇਫਟੀ ਰੂਲਸ ਐਂਡ ਪ੍ਰੋਸੀਜਰਸ। ਕੋਈ ਜਾਂ WorkSafe PC ਦੀ ਰਿਕੁਆਇਰਮੈਂਟ ਨੂੰ ਮਿਲਾਉਣ ਲਈ ਤੁਹਾਨੂੰ ਆਪਣਾ ਸੇਫਟੀ ਪ੍ਰੋਗਰਾਮ ਐਕਟਿਵਲੀ ਮੈਨੇਜ ਕਰਨਾ ਪਵੇਗਾ। ਤੁਹਾਨੂੰ ਇਹ ਇਨਸ਼ੋਰ ਕਰਨਾ ਪਵੇਗਾ ਕਿ ਤੁਹਾਡੇ ਵਰਕਰਸ ਤੁਹਾਡੇ ਪ੍ਰੋਗਰਾਮ ਵਿੱਚ ਲਿਖੀਆਂ ਗਈਆਂ ਪਾਲਿਸੀਜ਼ ਅਤੇ ਪ੍ਰੋਸੀਜਰਸ ਨੂੰ ਫੋਲੋ ਕਰਦੇ ਨੇ ਅਤੇ ਪ੍ਰੋਗਰਾਮ ਦਾ ਹਰ ਇੱਕ ਮੋਡਿਊਲ ਸਹੀ ਕੰਮ ਕਰ ਰਿਹਾ ਹੈ। ਇੱਕ ਕਾਮਯਾਬ ਹੈਲਥ ਐਂਡ ਸੇਫਟੀ ਮੈਨੇਜਮੈਂਟ ਸਿਸਟਮ ਯਕੀਨੀ ਬਣਾਉਂਦਾ ਹੈ ਕਿ ਤੁਹਾਡੇ ਕੋਲ ਤੁਹਾਡੇ ਕਾਰੋਬਾਰੀ ਜ਼ਰੂਰਤਾਂ ਦੇ ਮੁਤਾਬਿਕ ਬਣਿਆ ਹੋਵੇ। ਤੁਹਾਡਾ ਪ੍ਰੋਗਰਾਮ ਇਹ ਸ਼ੋਅ ਕਰਦਾ ਹੈ ਕਿ ਮੈਨੇਜਮੈਂਟ ਆਪਣੇ ਵਰਕਰਸ ਦੀ ਹੈਲਥ ਐਂਡ ਸੇਫਟੀ ਬਾਰੇ ਪਰਵਾਹ ਕਰਦੇ ਨੇ ਅਤੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਲੋੜਵੰਦ ਰਿਸੋਰਸਿਸ ਵੀ ਪ੍ਰੋਵਾਈਡ ਕਰਦੇ ਨੇ। ਮੈਨੇਜਮੈਂਟ ਸਿਸਟਮ ਦੇ ਰਾਹੀਂ ਕੰਮ ਕਰਨ ਵਾਲਿਆਂ ਦੇ ਨਾਲ ਸੇਫਟੀ ਬਾਰੇ ਕਮਿਊਨੀਕੇਸ਼ਨ ਚੱਲਦੀ ਰਹਿੰਦੀ ਹੈ ਅਤੇ ਅੰਤ ਵਿੱਚ ਸੇਫਟੀ ਮੈਨੇਜਮੈਂਟ ਸਿਸਟਮ ਕੰਟੀਨਿਊਸਲੀ ਤੁਹਾਡੇ ਪ੍ਰੋਗਰਾਮ ਨੂੰ ਇਵੈਲੂਏਟ ਕਰਦਾ ਰਹਿੰਦਾ ਹੈ ਅਤੇ ਇਹ ਵੇਖਦਾ ਹੈ ਕਿ ਤੁਸੀਂ ਆਪਣੇ ਪ੍ਰੋਗਰਾਮ ਲਈ ਸੈੱਟ ਕੀਤੇ ਗਏ ਗੋਲਸ ਨੂੰ ਮੀਟ ਕਰਨ ਵਿੱਚ ਕਾਮਯਾਬ ਹੋ ਕਿ ਨਹੀਂ, ਤੇ ਦੇਖਦਾ ਹੈ ਕਿ ਤੁਹਾਨੂੰ ਕਿਹੜੇ ਏਰੀਆ ਵਿੱਚ ਇੰਪਰੂਵਮੈਂਟ ਦੀ ਲੋੜ ਹੈ। Okay, so ਹੁਣ ਆਪਾਂ ਨੂੰ ਹੈਲਥ ਐਂਡ ਸੇਫਟੀ ਪ੍ਰੋਗਰਾਮ ਦੇ ਬੇਸਿਕਸ ਦਾ ਜੋ ਬੇਸਿਕ ਅੰਡਰਸਟੈਂਡਿੰਗ ਦਾ ਪਤਾ ਚੱਲ ਗਿਆ ਅਤੇ ਹੁਣ ਟਾਈਮ ਆ ਗਿਆ ਪਤਾ ਕਰਨ ਦਾ ਕਿ ਕੀ ਤੁਹਾਡੇ ਕੰਪਨੀ ਦੇ ਵਿੱਚੋਂ ਕਿੰਨਾ ਜਾਣਿਆਂ ਕੋਲ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਿਆ ਹੋਵੇ। ਸੋ ਤੁਹਾਡਾ ਸਕਰੀਨ ਤੇ ਹੁਣ ਪੋਲ ਆਇਆ ਹੈ ਵੀ ਡੂ ਯੂ ਹੈਵ ਅ ਹੈਲਥ ਐਂਡ ਸੇਫਟੀ ਪ੍ਰੋਗਰਾਮ, ਕੀ ਤੁਹਾਡੇ ਕੰਪਨੀ ਕੋਲ ਕੋਈ ਚੱਲਦਾ ਹੋਵੇ ਹੈਲਥ ਐਂਡ ਸੇਫਟੀ ਪ੍ਰੋਗਰਾਮ ਹੈ। ਉਹਦੇ ਤੇ ਪੋਲ ਦੇ ਆਨਸਰ ਹਾਂ ਜਾਂ ਨਾ ਨੱਪੋ। ਲੱਗਦਾ ਆਪਣੇ 6-7 ਅਟੈਂਡੈਂਸ ਕਈ ਵਾਰੀ ਠੀਕ ਸਮੇਂ। ਸੋ ਦਰਸ਼ਨ,
ਪੁਲਿਸ ਦੇ ਰਿਜ਼ਲਟਸ ਤੋਂ ਲੱਗਦਾ ਹੈ ਕਿ ਕੁਝ ਕੰਪਨੀਆਂ ਕੋਲੇ ਹੈਲਥ ਐਂਡ ਸੇਫਟੀ ਪ੍ਰੋਗਰਾਮ ਨਹੀਂ ਹੈ। 50% ਕੰਪਨੀਆਂ ਨੇ ਕਿਹਾ ਹੈ ਕਿ ਉਹਨਾਂ ਕੋਲ ਪ੍ਰੋਗਰਾਮ ਹੈ ਤੇ 50% ਨੇ ਕਿਹਾ ਹੈ ਕਿ ਉਹਨਾਂ ਕੋਲੇ ਪ੍ਰੋਗਰਾਮ ਨਹੀਂ ਹੈ। ਪਰ ਦਰਸ਼ਨ, ਜੇ ਮੈਂ ਕੰਪਨੀ ਓਨਰ ਹਾਂ ਅਤੇ ਮੇਰੇ ਕੋਲ ਹੈਲਥ ਐਂਡ ਸੇਫਟੀ ਪ੍ਰੋਗਰਾਮ ਨਹੀਂ ਹੈ, ਕੀ ਸੇਫਟੀ ਡਰਿਵਨ ਮੈਨੂੰ ਹੈਲਪ ਕਰਨ ਵਿੱਚ ਪ੍ਰੋਗਰਾਮ ਬਣਾਉਣ ਵਿੱਚ ਹੈਲਪ ਕਰ ਸਕਦੀ ਹੈ? ਹਾਂਜੀ ਪ੍ਰਭ, ਜੋ ਸੇਫਟੀ ਡਰਿਵਨ ਦੇ ਹੈਲਥ ਅਤੇ ਸੇਫਟੀ ਐਡਵਾਈਜ਼ਰ ਜੋ ਸੇਫਟੀ ਡਰਿਵਨ ਲਈ ਕੰਮ ਕਰਦੇ ਨੇ, ਉਹ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਾਉਣ ਵਿੱਚ ਮਦਦ ਕਰ ਸਕਦੇ ਆ। ਅਸੀਂ ਸਮਝਦੇ ਹਾਂ ਜੋ ਆਪਣੇ ਐਡਵਾਈਜ਼ਰ ਆ ਕਿ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਾਉਣ ਲਈ ਤੁਹਾਨੂੰ ਕਾਫੀ ਕੰਮ ਕਰਨਾ ਪਵੇਗਾ ਅਤੇ ਕਈ ਵਾਰ ਕਈ ਕੰਪਨੀਆਂ ਨੂੰ ਆਏ ਨਹੀਂ ਪਤਾ ਹੁੰਦਾ ਵੀ ਆਪਾਂ ਸ਼ੁਰੂ ਕਿੱਥੋਂ ਕਰੀਏ। ਸੇਫਟੀ ਡਰਿਵਨ ਤੁਹਾਨੂੰ ਪ੍ਰੋਗਰਾਮ ਬਣਾਉਣ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੈਲਪ ਕਰ ਸਕਦੀਆਂ ਵੀ, ਚਾਹੇ ਤੁਹਾਡੇ ਕੋਈ ਇੱਕ ਪੇਪਰ ਜਾਂ ਕੋਈ ਵੀ ਡਾਕੂਮੈਂਟ ਨਾ ਹੋਵੇ, ਅਸੀਂ ਫਿਰ ਵੀ ਤੁਹਾਡੀ ਹੈਲਪ ਸ਼ੁਰੂ ਤੋਂ ਕੰਮ ਕਰ ਸਕਦੇ ਹਾਂ। ਤੇ ਸੇਫਟੀ ਪ੍ਰੋਗਰਾਮ ਬਣਾਉਣ ਦੇ ਵਿੱਚ ਅਸੀਂ ਤੁਹਾਡੇ ਨਾਲ ਕੰਮ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗੇਗਾ ਕਿ ਸੇਫਟੀ ਪ੍ਰੋਗਰਾਮ ਕਿਵੇਂ ਬਣਦਾ ਹੈ। ਪਰ ਦਰਸ਼ਨ, ਮੈਂ ਕਦੇ ਸੇਫਟੀ ਪ੍ਰੋਗਰਾਮ ਬਣਾਇਆ ਨਹੀਂ ਹੈ ਅਤੇ ਮੈਨੂੰ ਕੋਈ ਹੈਲਥ ਐਂਡ ਸੇਫਟੀ ਬਾਰੇ ਕੁਝ ਜ਼ਿਆਦਾ ਪਤਾ ਵੀ ਨਹੀਂ ਹੈ। ਕੀ ਫਿਰ ਵੀ ਸੇਫਟੀ ਡਰਿਵਨ ਮੇਰੀ ਮਦਦ ਕਰ ਸਕਦਾ ਹੈ? ਉਹ ਪ੍ਰਭ, ਸਾਨੂੰ ਪਤਾ ਹੈ ਕਿ ਸਾਰੇ ਹੈਲਥ ਅਤੇ ਸੇਫਟੀ ਐਕਸਪਰਟ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਨਾਲ ਅਸੀਂ ਪਿਛਲੇ ਪਾਸਟ ਵਿੱਚ ਕੰਮ ਕੀਤਾ ਹੈ, ਉਹਨਾਂ ਵਿੱਚੋਂ ਵਧੇਰੇ ਲੋਕਾਂ ਕੋਲ ਕੋਈ ਹੈਲਥ ਐਂਡ ਸੇਫਟੀ ਦੀ ਐਜੂਕੇਸ਼ਨ ਜਾਂ ਐਕਸਪੀਰੀਅੰਸ ਨਹੀਂ ਸੀ। ਇਸ ਵਿੱਚ ਕੋਈ ਵੀ ਪ੍ਰੋਬਲਮ ਨਹੀਂ। ਸਾਡਾ ਮੰਨਣਾ ਹੈ ਕਿ ਹੈਲਥ ਐਂਡ ਸੇਫਟੀ ਬਾਰੇ ਸਾਰਿਆਂ ਨੂੰ ਜਾਣਕਾਰੀ ਪਹੁੰਚੇ ਅਤੇ ਇਸ ਨੂੰ ਅਸੀਂ ਵਰਕਰਸ ਦੇ ਸਮਝਣ ਲਈ ਪ੍ਰੋਗਰਾਮ ਜਦੋਂ ਲਿਖਦੇ ਹਾਂ ਉਹ ਕਾਫੀ ਸੌਖਾ ਬਣਾਉਂਦੇ ਹਾਂ। ਅਸੀਂ ਪ੍ਰੋਗਰਾਮ ਨੂੰ ਛੋਟੇ ਭਾਗਾਂ ਦੇ ਵਿੱਚ ਵੰਡਦੇ ਹਾਂ ਅਤੇ ਇੱਕ ਸਮੇਂ ਤੇ ਇੱਕ ਭਾਗ ਤੇ ਕੰਮ ਕਰਦੇ ਹਾਂ। ਜਦੋਂ ਆਪਾਂ ਪ੍ਰੋਗਰਾਮ ਤੁਹਾਡੇ ਨਾਲ ਬਣਾਉਣਾ ਸ਼ੁਰੂ ਕਰਦੇ ਹਾਂ, ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਤੁਹਾਨੂੰ ਹਰ ਭਾਗ ਦੀ ਬੇਸਿਕ ਜਾਣਕਾਰੀ ਦਿੱਤੀ ਜਾਵੇ। ਇਸ ਨਾਲ ਕਈ ਵਾਰੀ ਥੋੜਾ ਜ਼ਿਆਦਾ ਵੀ ਸਮਾਂ ਲੱਗ ਜਾਂਦਾ, ਪਰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਜਿੰਨਾ ਵੀ ਟਾਈਮ ਲੱਗਣਾ ਅਸੀਂ ਤੁਹਾਡੇ ਨਾਲ ਕੰਮ ਕਰਾਂਗੇ। ਦਰਸ਼ਨ, ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਕੁਝ ਪੁਰਾਣੇ ਸੇਫਟੀ ਰਿਲੇਟਡ ਡਾਕੂਮੈਂਟਸ ਵੀ ਨੇ ਜੋ ਹਜੇ ਵੀ ਵਰਤੇ ਜਾਂਦੇ ਨੇ। ਕੀ ਇਹ ਡਾਕੂਮੈਂਟਸ ਸਾਡੇ ਹੈਲਥ ਐਂਡ ਸੇਫਟੀ ਪ੍ਰੋਗਰਾਮ ਨੂੰ ਬਣਾਉਣ ਦੇ ਵਿੱਚ ਹੈਲਪ ਕਰ ਸਕਦੇ ਨੇ? ਉਹ ਜੇ ਕੋਈ ਕੰਪਨੀ ਜਾਂ ਜੇ ਤੁਹਾਡੇ ਕੋਲ ਕੁਝ ਪਾਲਿਸੀਜ਼ ਜਾਂ ਪ੍ਰੋਸੀਜਰ ਹੈ ਜੋ ਸਹੀ ਕੰਮ ਕਰ ਰਹੇ ਨੇ, ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਤੁਸੀਂ ਉਹਨਾਂ ਨੂੰ ਰੱਖੋ। ਅਸੀਂ ਉਹਨਾਂ ਡਾਕੂਮੈਂਟਸ ਨੂੰ ਰਿਵਿਊ ਕਰ ਸਕਦੇ ਹਾਂ ਅਤੇ ਉਹਨਾਂ ਵਿੱਚੋਂ ਜੋ ਕੋਡ ਦੇ ਰਿਕੁਆਇਰਮੈਂਟ ਆ ਜਾਂ ਕੋਈ ਰੈਗੂਲੇਟਰੀ ਰਿਕੁਆਇਰਮੈਂਟ ਮਿਲਣ ਲਈ ਉਹ ਜੇ ਕੁਝ ਮਿਸਿੰਗ ਹੋਵੇ, ਉਹ ਹਿੱਸੇ ਆਪਾਂ ਐਡ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਤੁਹਾਡੇ ਨਵੇਂ ਹੈਲਥ ਐਂਡ ਸੇਫਟੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਾਂ ਵਰਤ ਸਕਦੇ ਹਾਂ। ਪ੍ਰਭ, ਮੈਂ ਵੀ ਆਪੇ ਕਾਫੀ ਦੇਖੇ ਹੋਏ ਸੇਫਟੀ ਡਰਿਵਨ ਤੇ ਕੰਮ ਕਰਦੇ ਨੇ ਵੀ ਕਈ ਵਾਰ ਕੰਪਨੀਆਂ ਕੋਲ ਕੋਈ ਲਿਖਤ ਡਾਕੂਮੈਂਟ ਜਾਂ ਰਿਕਾਰਡ ਨਹੀਂ ਹੁੰਦੇ, ਪਰ ਉਹਨਾਂ ਦੇ ਵਰਕਰਸ ਨੂੰ ਜੋ ਦੱਸੇ ਗਏ ਪ੍ਰੋਸੀਜਰ ਉਹਦੇ ਮੁਤਾਬਕ ਜ਼ਰੂਰ ਉਹ ਕੰਮ ਕਰਨ ਵਾਲੇ ਕੰਮ ਕਰਦੇ ਨੇ। ਇਹ ਬਹੁਤ ਹੀ ਕਾਮਨ ਆ ਅਤੇ ਅਸੀਂ ਉਹ ਪ੍ਰੋਸੀਜਰਸ ਨੂੰ ਵੀ ਆਪਾਂ ਲਿਖਣ ਵਿੱਚ ਮਦਦ ਕਰਦੇ ਹਾਂ ਵੀ ਜਿੰਨੇ ਵੀ ਵੱਧ ਤੋਂ ਵੱਧ ਤੁਹਾਡੇ ਜੋ ਇਨਫੋਰਮਲ ਪ੍ਰੋਸੀਜਰ ਨੇ ਜੋ ਲਿਖਤ ਨਹੀਂ ਹੁੰਦੇ, ਵੀ ਉਹ ਆਪਾਂ ਤੁਹਾਡੇ ਨਾਲ ਬਹਿ ਕੇ ਆਪਦੇ ਨਵੇਂ ਪ੍ਰੋਗਰਾਮ ਵਿੱਚ ਲਿਖੀਏ। ਹੂੰ। ਦਰਸ਼ਨ, ਹੁਣ ਮੈਨੂੰ ਲੱਗਦਾ ਹੈ ਕਿ ਮੈਂ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਾਉਣਾ ਸ਼ੁਰੂ ਕਰ ਸਕਦੀ ਹਾਂ। ਤੁਹਾਨੂੰ ਮੇਰੇ ਤੋਂ ਕਿਸ ਇਨਫੋਰਮੇਸ਼ਨ ਦੀ ਲੋੜ ਹੋਵੇਗੀ? ਉਹ ਪ੍ਰਭ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਵੀ ਤੁਹਾਡੇ ਕੰਪਨੀ ਦਾ ਪ੍ਰੋਗਰਾਮ ਉਹ ਕੰਪਨੀ ਦੇ ਸਾਈਜ਼ ਅਤੇ ਤੁਹਾਡੇ ਕੰਮ ਤੇ ਨਿਰਭਰ ਕਰਦਾ ਹੈ। ਪਹਿਲੀ ਚੀਜ਼ ਜੋ ਸੇਫਟੀ ਡਰਿਵਨ ਨੂੰ ਜਾਣਨਾ ਜ਼ਰੂਰੀ ਹੈ ਵੀ ਤੁਹਾਡੇ ਕੰਪਨੀ ਵਿੱਚ ਕਿੰਨੇ ਲੋਕ ਕੰਮ ਕਰ ਰਹੇ ਨੇ। ਇਹ ਇੰਪੋਰਟੈਂਟ ਆ ਕਰਕੇ ਅਸੀਂ ਡਿਫਰੈਂਟ ਸਾਈਜ਼ ਜੋ ਕੰਪਨੀ ਦੇ ਵੱਖਰੇ ਵੱਖਰੇ ਸਾਈਜ਼ ਆ ਉਹਨਾਂ ਨਾਲ ਕੰਮ ਕੀਤਾ ਹੈ। ਸ਼ੁਰੂ ਤੋਂ ਲੈ ਕੇ ਵੀ ਓਨਰ ਆਪਰੇਟਰ ਜਿਸ ਵਿੱਚ ਇੱਕ ਜਾਂ ਦੋ ਬੰਦੇ ਕੰਮ ਕਰਦੇ ਨੇ, ਸ਼ਾਇਦ ਉਹਨਾਂ ਦਾ ਇੱਕ ਹੀ ਟਰੱਕ ਹੋਵੇ, ਉਹਨਾਂ ਤੋਂ ਲੈ ਕੇ ਜੋ ਵੱਡੀਆਂ ਕੰਪਨੀ ਲਾਰਜ ਕੰਪਨੀਆਂ 20 ਤੋਂ ਵੱਧ ਕੰਮ ਕਰਨ ਵਾਲੇ ਹੁੰਦੇ ਨੇ, EMPLOYEE ਹੁੰਦੇ ਨੇ, ਜਿਨ੍ਹਾਂ ਕੋਲ ਕਈ ਵਾਰੀ ਕਾਫੀ EMPLOYEE ਜਾਂ ਮਲਟੀਪਲ ਲੋਕੇਸ਼ਨਸ ਜ਼ਿਆਦਾ ਇੱਕ ਤੋਂ ਵੱਧ ਲੋਕੇਸ਼ਨ ਵੀ ਹੁੰਦੀ ਨੇ। ਅਸੀਂ ਸਾਰੀਆਂ ਇਹ ਕੰਪਨੀਆਂ ਨਾਲ ਕੰਮ ਕੀਤਾ ਹੋਵੇ, ਪਰ ਸੇਫਟੀ ਡਰਿਵਨ ਕੋਲ ਹਰੇਕ ਕੰਪਨੀ ਦੇ ਸਾਈਜ਼ ਦੇ ਮੁਤਾਬਕ ਪ੍ਰੋਗਰਾਮ ਬਣੇ ਹੋਵੇ ਅਤੇ ਤੁਹਾਡੇ ਨਾਲ ਉਹ ਸਾਈਜ਼ ਦੇ ਮੁਤਾਬਕ ਆਪਾਂ ਪ੍ਰੋਗਰਾਮ ਬਣਾਵਾਂਗੇ। ਫਿਰ ਸਾਨੂੰ ਪ੍ਰਭ ਜਾਣਨਾ ਜ਼ਰੂਰੀ ਹੈ ਵੀ ਤੁਹਾਡੇ ਕੰਪਨੀ ਦਾ ਕੰਮ ਸਿਰਫ BC ਵਿੱਚ ਹੀ ਹੁੰਦਾ ਜਾਂ ਤੁਹਾਡੇ ਕੰਪਨੀ ਦੇ ਆਪਰੇਸ਼ਨ BC ਤੋਂ ਬਾਹਰ ਵੀ ਚਲੇ ਜਾਂਦੇ ਨੇ। ਜਿਵੇਂ ਕਿ ਸ਼ਾਇਦ ਤੁਸੀਂ ਟਰੱਕਿੰਗ ਕੰਪਨੀ ਹੋਵੇ ਜੋ BC ਤੋਂ ਲੋਡ ਚੱਕ ਕੇ US ਵਿੱਚ ਕੰਮ ਕਰਦੀ ਆ ਜਾਂ ਹੋਰ ਕੋਈ ਕੈਨੇਡਾ ਦੇ ਪ੍ਰੋਵਿੰਸ ਵਿੱਚ ਅਲਬਰਟਾ, ontario ਵਾਂਗ ਉਧਰ ਨੂੰ ਵੀ ਜਾਂਦੀ ਆ। ਹੂੰ। ਪ੍ਰਭ, ਇਹ ਜਿਹੜੀ ਚੀਜ਼ ਆ ਇਹ ਜਾਣਨਾ ਜ਼ਰੂਰੀ ਆ ਕਰਕੇ ਜੋ ਆਪਣਾ ਹੈਲਥ ਐਂਡ ਸੇਫਟੀ ਪ੍ਰੋਗਰਾਮ ਜੋ ਆਪਾਂ ਬਣਾਵਾਂਗੇ, ਉਹਦੇ ਲਈ ਆਪਾਂ ਨੂੰ ਜਾਣਨਾ ਜ਼ਰੂਰੀ ਆ ਵੀ ਆਪਾਂ ਕਿਹੜੀ ਰੈਗੂਲੇਸ਼ਨ ਦੀ ਵਰਤੋਂ ਕਰਨੀ ਆ ਕਰਕੇ। ਜੇ ਤੁਸੀਂ BC ਦੇ ਵਿੱਚ ਹੀ ਆਪਰੇਟ ਕਰਦੇ ਹੋ ਤਾਂ ਫਿਰ ਤੁਹਾਡੀ ਕੰਪਨੀ ਜਿਹੜੀ ਹੈ ਉਹ ਪ੍ਰੋਵਿੰਸ਼ਲੀ ਰੈਗੂਲੇਟਡ ਹੈ ਵੀ ਉਹਨਾਂ ਨੇ ਜੋ ਵਰਕ ਸੇਫ ਤੇ ਬਣੇ ਹੋਏ ਆਪਣਾ ਪ੍ਰੋਗਰਾਮ ਜੋ ਬਣਾਉਂਦੇ ਹਨ, ਜੋ ਵਰਕ ਸੇਫਟੀ ਲੈਜਿਸਲੇਸ਼ਨ ਆ ਉਹ ਵਰਕ ਸੇਫ ਦੇ ਰੂਲ ਅਤੇ ਰੈਗੂਲੇਸ਼ਨ ਉਹਨਾਂ ਨੂੰ ਰੈਫਰ ਕਰਾਂਗੇ।
ਜੇ ਕੋਈ ਕੰਪਨੀ BC ਤੋਂ ਬਾਹਰ ਨਿਕਲਦੀ ਹੋਵੇ ਵੀ ਉਹਨਾਂ ਦਾ ਕੰਮ US ਵਿੱਚ ਚਲਿਆ ਜਾਂਦਾ ਜਾਂ ਉਹਨਾਂ ਦਾ ਕੰਮ ਅਲਬਰਟਾ ਜਾਂ ਹੋਰ ਕੋਈ ਕੈਨੇਡਾ ਦੇ ਪ੍ਰੋਵਿੰਸ ਦੇ ਵਿੱਚ ਚਲਿਆ ਜਾਂਦਾ ਤਾਂ ਫਿਰ ਉਹ ਜਿਹੜੀ ਕੰਪਨੀ ਉਹ ਫੈਡਰਲੀ ਰੈਗੂਲੇਟਡ ਬਣ ਜਾਂਦੀ ਆ ਅਤੇ ਜੋ ਆਪਣੇ ESTC ਦੇ ਜੋ ਫੈਡਰਲ ਰੈਗੂਲੇਸ਼ਨ ਨੇ ਪ੍ਰੋਗਰਾਮ ਬਣਾਉਣ ਦੇ ਵਿੱਚ ਆਪਾਂ ਉਹ ਰੈਗੂਲੇਸ਼ਨ ਨੂੰ ਰੈਫਰ ਕਰਾਂਗੇ ਤੇ ਤੀਜੀ ਚੀਜ਼ ਜਿਹੜੀ ਆ ਪ੍ਰਭ ਜੋ ਸਾਨੂੰ ਜੋ ਮਦਦ ਕਰਨ ਲਈ ਸਾਨੂੰ ਜਾਣਨਾ ਜ਼ਰੂਰੀ ਆ ਕਿ ਤੁਸੀਂ ਕਿਸ ਤਰ੍ਹਾਂ ਦੇ ਕੰਮ ਕਰਦੇ ਹੋ ਸਾਡੇ ਕੋਲ ਐਡਵਾਈਜ਼ਰਸ ਨੇ ਜਿਨ੍ਹਾਂ ਕੋਲ ਵੱਖ-ਵੱਖ ਖੇਤਰਾਂ ਦਾ ਐਕਸਪੀਰੀਅੰਸ ਹੈ ਅਤੇ ਉਹ ਤੁਹਾਡੇ ਕੰਮ ਦੇ ਮੁਤਾਬਕ ਹੈਲਪ ਕਰ ਸਕਦੇ ਨੇ ਸੋ ਪ੍ਰਭ ਮੈਨੂੰ ਲੱਗਦਾ ਕਿ ਹੁਣ ਗੁੱਡ ਟਾਈਮ ਆ ਜੋ ਸਾਡੇ ਆਡੀਅנס ਵਿੱਚ ਆਏ ਹੋਏ ਨੇ ਉਹਨਾਂ ਬਾਰੇ ਹੋਰ ਜਾਣਨ ਦਾ ਇੱਕ ਸਾਡਾ ਤੁਹਾਡੇ ਸਕਰੀਨ ਤੇ ਹੁਣ ਪੋਲ ਆਊਗਾ ਵੀ ਤੁਸੀਂ ਸਾਡੇ ਪੋਲ ਨੂੰ ਆਨਸਰ ਕਰਕੇ ਦੱਸੋ ਕਿ ਤੁਹਾਡੇ ਕੰਪਨੀ ਵਿੱਚ ਕਿੰਨੇ ਵਰਕਰਸ ਹਨ ਤੁਹਾਡੇ ਵਰਕਰਸ ਦੀ ਸਭ ਨਾਲ ਉਹ ਵਰਕਰਸ ਦੇ ਹਿਸਾਬ ਨਾਲ ਪਤਾ ਲੱਗੂਗਾ ਕਿ ਤੁਹਾਨੂੰ ਕਿਹੜਾ ਪ੍ਰੋਗਰਾਮ ਦੀ ਲੋੜ ਹੈ ਸੋ ਆਪਣੇ ਅੱਡ-ਅੱਡ ਕੈਟਾਗਰੀ ਜੋ 0 ਤੋਂ 10 ਉਹ ਆਮ ਓਨਰ ਆਪਰੇਟਰ ਦੇ ਸਾਈਜ਼ ਦੇ ਵਿੱਚ ਨੇ ਜੋ ਕੰਪਨੀਆਂ ਦੇ ਕੰਮ ਕਰਨ ਵਾਲੇ ਟੋਟਲ EMPLOYE ਜਿਹੜੇ ਨੇ ਸਾਰੇ ਪੂਰੇ ਕੰਮ ਕਰਨ ਵਾਲੇ 4 ਤੋਂ 19 ਦੇ ਵਿੱਚ ਉਹ ਸਮਾਲ EMPLOYER ਆਪਾਂ ਸੇਫਟੀ ਡਰਿਵਨ ਦੇ ਵਿੱਚ ਕਹਿੰਦੇ ਆ ਤੇ ਜੇ 20 ਤੋਂ ਵੱਧ ਫਿਰ ਉਹ ਲਾਰਜ ਕੰਪਨੀ ਬਣ ਜਾਂਦੀ ਆ So we'll give everybody ਇੱਕ ਦੋ ਮਿੰਟ ਦਿੰਦੇ ਆ ਵੀ ਪੋਲ ਆਨਸਰ ਕਰਨ ਦੇ ਓਕੇ ਸੋ ਪੋਲ ਦੇ ਆਨਸਰਸ ਤੋਂ ਪਤਾ ਲੱਗਦਾ ਹੈ ਕਿ ਆਡੀਅנס ਵਿੱਚ ਆਪਣੇ ਕੋਲੇ ਅੱਜ ਕੋਈ ਵੀ ਓਨਰ ਆਪਰੇਟਰਸ ਅਟੈਂਡ ਨਹੀਂ ਕਰ ਰਹੇ ਅਤੇ 60% ਜਿਹੜੀ ਅਟੈਂਡੀਜ਼ ਨੇ ਉਹ ਸਮਾਲ EMPLOYER ਨੇ ਐਂਡ 40% ਅਟੈਂਡੀਜ਼ ਨੇ ਜੋ ਕਿ ਲਾਰਜ EMPLOYER ਨੇ ਸਾਨੂੰ ਹੁਣ ਆਪਣੀ ਕੰਪਨੀਜ਼ ਦੇ ਸਾਨੂੰ ਹੁਣ ਆਪਣੀ ਆਡੀਅנס ਦੀ ਕੰਪਨੀ ਦੇ ਸਾਈਜ਼ ਬਾਰੇ ਪਤਾ ਚੱਲ ਗਿਆ ਹੈ ਦਰਸ਼ਨ ਕੀ ਤੁਸੀਂ ਦੱਸ ਸਕਦੇ ਹੋ ਕਿ ਸੇਫਟੀ ਡਰਿਵਨ ਕਿਵੇਂ ਪ੍ਰੋਗਰਾਮ ਬਣਾਉਂਦਾ ਹੈ ਉਹ ਸੇਫਟੀ ਪ੍ਰੋਗਰਾਮ ਆਪਣਾ ਬਣਾਉਣ ਦੇ ਵਿੱਚ ਆਪਾਂ ਵੀਕਲੀ ਜਾਂ ਬਾਈ ਵੀਕਲੀ ਮੀਟਿੰਗਾਂ ਸੈਟਅਪ ਕਰਦੇ ਹਾਂ ਕੰਪਨੀ ਤੇ ਕੋਈ ਇੱਕ ਰੈਪਰੈਜ਼ੈਂਟੇਟਿਵ ਦੇ ਨਾਲ ਉਹ ਜੋ ਕੰਪਨੀ ਦਾ ਹੈਲਥ ਐਂਡ ਸੇਫਟੀ ਲਈ ਜਿਹੜਾ ਉਹਨਾਂ ਦਾ ਕੰਪਨੀ ਦਾ ਰੈਪਰੈਜ਼ੈਂਟੇਟਿਵ ਆ ਉਹ ਕੰਪਨੀ ਦੀ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਾਉਣ ਦੇ ਵਿੱਚ ਉਹ ਜ਼ਿੰਮੇਵਾਰ ਹੋਵੇ ਜਿਵੇਂ ਕਿ ਕੋਈ ਸ਼ਾਇਦ ਕੋਈ ਸੁਪਰਵਾਈਜ਼ਰ ਹੋਵੇ ਕਈ ਵਾਰੀ ਕੋਈ ਆਫਿਸ ਵਿੱਚੋਂ ਚਾਹੇ HR ਵਿੱਚੋਂ ਅਕਾਊਂਟਿੰਗ ਵਿੱਚੋਂ ਜਾਂ ਜੇ ਕੰਪਨੀ ਦਾ ਕੋਈ ਹੈਲਥ ਐਂਡ ਸੇਫਟੀ ਵਾਲਾ ਕੰਮ ਕਰਨ ਵਾਲਾ ਹੋਵੇ ਉਹਨਾਂ ਨਾਲ ਵੀ ਆਪਾਂ ਮੀਟਿੰਗ ਕਰ ਸਕਦੇ ਹਾਂ ਹਰ ਵੀਕ ਜਾਂ ਬਾਈ ਵੀਕਲੀ ਆਪਾਂ ਇੱਕ ਟੌਪਿਕ ਤੇ ਫੋਕਸ ਕਰਦੇ ਹਾਂ ਵੀ ਆਪਾਂ ਸ਼ੁਰੂ ਤੋਂ ਲੈ ਕੇ ਇੱਕੋ ਇੱਕ ਲੈ ਕੇ ਟੌਪਿਕ ਭਾਵੇਂ ਇੱਕ ਵੀਕ ਦੇ ਵਿੱਚ ਚਾਹੇ ਇੱਕ ਵੀਕ ਦੇ ਉਹਨਾਂ ਦਾ ਨਫ ਟਾਈਮ ਨਹੀਂ ਆਪਾਂ ਇੱਕ ਟੌਪਿਕ ਕਈ ਵਾਰੀ ਮਹੀਨੇ ਦੇ ਵੀ ਉਹਦੇ ਵਿੱਚ ਤੇ ਉਹਦੇ ਤੇ ਫੋਕਸ ਕਰਦੇ ਹਾਂ ਸੋ ਸ਼ੁਰੂ ਆਪਾਂ ਕਰਦੇ ਹਾਂ ਮੈਨੇਜਮੈਂਟ ਕਮਿਟਮੈਂਟ ਤੋਂ ਫਿਰ ਆਪਾਂ ਇੱਕ ਇੱਕ ਕਰਦੇ ਹੋਏ ਬਾਕੀ ਸਾਰੇ ਅੱਡੋ-ਅੱਡ ਮਾਡਿਊਲਸ ਨੂੰ ਬਣਾਉਣੇ ਆ ਅਤੇ ਆਪਣਾ ਅਖੀਰਲਾ ਫੋਕਸ ਹੁੰਦਾ ਕਿ ਪ੍ਰੋਗਰਾਮ ਨੂੰ ਇਵੈਲੂਏਟ ਕਰਨ ਦਾ ਅਤੇ ਪ੍ਰੋਗਰਾਮ ਨੂੰ ਜੋ ਆਪਾਂ ਪ੍ਰੋਗਰਾਮ ਬਣਾਇਆ ਹੋਵੇ ਉਹਨੂੰ ਕਿਵੇਂ ਮੈਨੇਜ ਕਰਨਾ ਆਪਾਂ ਵੇਖਾਂਗੇ ਕਿ ਉਹ ਤੁਹਾਡਾ ਪ੍ਰੋਗਰਾਮ ਕੋਰ ਸਟੈਂਡਰਡਸ ਨੂੰ ਮੀਟ ਕਰਦਾ ਜਾਂ ਨਹੀਂ ਪ੍ਰਭ ਸਾਡੇ ਐਕਸਪੀਰੀਅੰਸ ਦੇ ਵਿੱਚ ਹੁਣ ਆਪਣਾ ਪੋਲ ਤੋਂ ਪਤਾ ਲੱਗਿਆ ਵੀ ਕੁਝ ਲਾਰਜ ਕੰਪਨੀ ਵੀ ਹੈਗੀ ਨੇ ਸਾਡੇ ਐਕਸਪੀਰੀਅੰਸ ਜਾਂ ਵੀ ਸਭ ਲਾਰਜ ਕੰਪਨੀ ਨਾਲ ਜਿਨ੍ਹਾਂ ਕੋਲ 20 ਤੋਂ ਵੱਧ EMPLOYEES ਨੇ ਉਹਨਾਂ ਨੂੰ ਤਕਰੀਬਨ 12 ਤੋਂ 14 ਮਹੀਨੇ ਆਲਮੋਸਟ ਇੱਕ ਸਾਲ ਪੂਰਾ ਲੱਗ ਜਾਂਦਾ ਵੀ ਪੂਰਾ ਸ਼ੁਰੂ ਤੋਂ ਲੈ ਕੇ ਪ੍ਰੋਗਰਾਮ ਬਣਾਉਣਾ ਅਤੇ ਲਾਗੂ ਕਰਨਾ ਜੋ ਆਪਣੇ ਸਮਾਲ EMPLOYERS ਨੇ ਜੋ ਤੁਸੀਂ ਪੋਲ ਤੇ ਆਨਸਰ ਕੀਤਾ ਵੀ ਤੁਹਾਡੇ 4 ਤੋਂ 19 ਦੇ ਵਿੱਚ EMPLOYEE ਨੇ ਉਹ ਕੰਪਨੀਆਂ ਦਾ ਥੋੜਾ ਜਿਹਾ ਘੱਟ ਕੰਮ ਆ ਉਹ ਕੰਪਨੀ ਛੋਟੀਆਂ ਹੁੰਦੀਆਂ ਨੇ ਉਹਨਾਂ ਨੂੰ ਫਿਰ ਵੀ ਤਕਰੀਬਨ 3 ਤੋਂ 6 ਮਹੀਨੇ ਕਈ ਵਾਰੀ ਲੱਗ ਜਾਂਦੇ ਨੇ Okay, so ਤੁਸੀਂ ਜਿਵੇਂ ਹੁਣ ਤੁਹਾਡੀ ਸਕਰੀਨ ਤੇ ਇੱਕ ਰੋਡ ਮੈਪ ਆਇਆ ਆ ਰੋਡ ਮੈਪ ਦੇਖ ਸਕਦੇ ਹੋ ਵੀ ਆਹ ਰੋਡ ਮੈਪ ਸੇਫਟੀ ਡਰਿਵਨ ਫਾਲੋ ਕਰਦਾ ਹੈ ਇਹ ਦੱਸਦਾ ਕਿ ਆਪਣੇ ਕਿਹੜੇ ਮਾਡਿਊਲ ਤੋਂ ਸ਼ੁਰੂ ਕਰਨਾ ਅਤੇ ਆਪਾਂ ਕਿਵੇਂ ਬਾਕੀ ਸਾਰਾ ਪ੍ਰੋਗਰਾਮ ਹਰੇਕ ਇੱਕ ਮਾਡਿਊਲ ਬਾਰੇ ਬਣਾਉਣੇ ਆ ਆਪਾਂ ਮੈਨੇਜਮੈਂਟ ਕਮਿਟਮੈਂਟ ਤੋਂ ਸ਼ੁਰੂ ਕਰਦੇ ਹਾਂ ਤਾਂ ਕਿ ਕੰਪਨੀ ਦੀ ਮੈਨੇਜਮੈਂਟ ਹੈਲਥ ਐਂਡ ਸੇਫਟੀ ਲਈ ਕਮਿਟਮੈਂਟ ਵਿਖਾਵੇ ਅਤੇ ਉਹ ਸੇਫਟੀ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਫਿਰ ਆਪਾਂ ਬਾਕੀ ਸਾਰੇ ਮਾਡਿਊਲ ਨੂੰ ਬਿਲਡ ਕਰਦੇ ਹਾਂ ਅਤੇ ਐਂਡ ਤੇ ਜਾ ਕੇ ਜੋ ਬਣਿਆ ਗਿਆ ਪ੍ਰੋਗਰਾਮ ਆਪਾਂ ਰਿਵਿਊ ਕਰਦੇ ਹਾਂ ਜੋ ਆਪਣਾ ਹੈਲਥ ਐਂਡ ਸੇਫਟੀ ਪ੍ਰੋਗਰਾਮ ਤੁਹਾਨੂੰ ਲਾਸਟ ਵਾਲੇ ਸਟੈਪ ਉਹ ਦੱਸਦੇ ਵੀ ਰਿਵਿਊ ਕਰਦੇ ਹਾਂ ਜਿਹੜਾ ਬਣਿਆ ਹੋਇਆ ਪ੍ਰੋਗਰਾਮ ਅਤੇ ਉਹਦੇ ਵਿੱਚ ਰਿਵਿਊ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਉਹ ਕੋਡ ਜਾਂ ਸਾਰੇ ਲੈਜਿਸਲੇਟਿਵ ਸਟੈਂਡਰਡ ਜੋ ਆਪਣੇ ਹੈਲਥ ਐਂਡ ਸੇਫਟੀ ਦੇ ਰੂਲ ਆ ਵੀ ਉਹ ਸਾਰੇ ਮੀਟ ਕਰਦਾ ਹੈ ਕਿ ਨਹੀਂ ਦਰਸ਼ਨ ਇਹ ਪ੍ਰੋਸੈਸ ਮੈਨੂੰ ਥੋੜਾ ਕੰਪਲਿਕੇਟਡ ਲੱਗ ਰਿਹਾ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਇੱਕ ਭਾਗ ਵਿੱਚ ਕਿਵੇਂ ਕੰਮ ਕਰਦੇ ਹੋ ਉਹ ਜੋ ਸੇਫਟੀ ਡਰਿਵਨ ਤੇ ਅਸੀਂ ਮੰਨਦੇ ਤਾਂ ਹਾਂ ਕਿ ਆਪਾਂ ਕਲਾਇੰਟਸ ਨੂੰ ਸੇਫਟੀ ਪ੍ਰੋਗਰਾਮ ਬਣਾਉਣਾ ਸਿਖਾਈਏ ਕਿ ਆਪ ਬਣਾ ਕੇ ਹੈਂਡਓਵਰ ਨਾ ਕਰੀਏ ਇਸ ਨਾਲ ਆਪਾਂ ਚਾਹੁੰਦੇ ਹਾਂ ਵੀ ਕਲਾਇੰਟਸ ਨੂੰ ਵੱਧ ਤੋਂ ਵੱਧ ਸਿਖਾਈਏ ਕਲਾਇੰਟਸ ਸਿੱਖਦੇ ਆ ਕਿ ਸੇਫਟੀ ਪ੍ਰੋਗਰਾਮ ਕੀ ਹੈ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਜਾਂਦੀਆਂ ਨੇ ਅਤੇ ਇਹ ਸੇਫਟੀ ਪ੍ਰੋਗਰਾਮ ਕਿਵੇਂ ਬਣਦਾ ਹੈ
ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਕਲਾਇੰਟ ਨੂੰ ਸਿਖਾ ਕੇ ਵੀ ਉਹ ਆਪ ਵੀ ਕਿਤੇ ਇੱਕ ਦਿਨ ਉਹ ਆਪਦਾ ਆਪ ਜੇ ਕਿਤੇ ਲੋੜ ਹੈ ਸੇਫਟੀ ਪ੍ਰੋਗਰਾਮ ਆਪਦਾ ਆਪ ਬਣਾ ਸਕਦੇ ਹਾਂ। ਅਸੀਂ ਹਰ ਮੋਡਿਊਲ ਦੀ ਸ਼ੁਰੂ ਕਰਦੇ ਹਾਂ, ਹਰ ਮੋਡਿਊਲ ਦੀ ਬੈਕਗ੍ਰਾਉਂਡ ਅਤੇ ਥਿਊਰੀ ਉਹਦੀ ਦੇਖ ਕੇ ਉਹ ਸਮਝਾਉਣਾ ਸ਼ੁਰੂ ਕਰਦੇ ਹਾਂ। ਜੋ ਕਲਾਇੰਟ ਨੂੰ ਬੈਕਗ੍ਰਾਉਂਡ ਅਤੇ ਉਹ ਮੋਡਿਊਲ ਦੇ ਬੇਸਿਕ ਜੋ ਕਨਸੈਪਟ ਕਹਿੰਦੇ ਆ ਉਹ ਸਮਝ ਆ ਜਾਵੇ, ਫਿਰ ਆਪਾਂ ਜਿਹੜੀਆਂ ਆਪਣੀ ਪਾਲਿਸੀਜ਼ ਅਤੇ ਪ੍ਰੋਸੀਜਰ ਉਹਨਾਂ ਵੱਲ ਦੇਖਦੇ ਹਾਂ। ਇਸ ਟਾਈਮ ਤੇ ਆਪਾਂ ਕਲਾਇੰਟ ਨੂੰ ਜੋ ਪਾਲਿਸੀਜ਼ ਅਤੇ ਪ੍ਰੋਸੀਜਰ ਜਿੰਨੇ ਕਿ ਵੀ ਉਹਦੇ ਮੋਡਿਊਲ ਦੇ ਡਾਕੂਮੈਂਟ ਹੁੰਦੇ ਨੇ ਉਹ ਸਮਝਾਉਂਦੇ ਆ ਕਿ ਇਹ ਡਾਕੂਮੈਂਟ ਵਿੱਚ ਕੀ ਲਿਖਿਆ ਹੋਵੇ ਅਤੇ ਕਿਹੜੇ ਪ੍ਰੋਸੀਜਰਸ ਦੀ ਲੋੜ ਹੈ। ਨਾਲ ਆਪਾਂ ਇਹ ਵੀ ਦੱਸਦੇ ਹਾਂ ਕਿ ਲਿਖੇ ਹੋਏ ਪ੍ਰੋਸੀਜਰਸ ਨੂੰ ਕਿਵੇਂ ਫੋਲੋ ਕਰਨਾ। ਇਸ ਦੇ ਵਿੱਚ ਆਪਾਂ ਦੱਸਦੇ ਹਾਂ ਕਿ ਪਾਲਿਸੀਜ਼ ਅਤੇ ਪ੍ਰੋਸੀਜਰਸ ਕਿਵੇਂ ਕੋਈ ਰੈਗੂਲੇਸ਼ਨ ਜਾਂ ਜੇ ਕੋਈ ਕੋਡ ਦੀ ਰਿਕੁਆਇਰਮੈਂਟ ਹੋਵੇ, ਇਹ ਪਾਲਿਸੀ ਅਤੇ ਪ੍ਰੋਸੀਜਰ ਰਿਕੁਆਇਰਮੈਂਟ ਨੂੰ ਕਿਵੇਂ ਪੂਰੀ ਕਰ ਰਹੀ ਹੈ। ਪਰ ਸਾਰਾ ਜਿਹੜਾ ਪ੍ਰੋਸੈਸ ਦੇ ਦੌਰਾਨ ਅਸੀਂ ਇਨਸ਼ੋਰ ਕਰਦੇ ਹਾਂ ਕਿ ਪ੍ਰੋਗਰਾਮ ਜੋ ਕੰਪਨੀਜ਼ ਦੇ ਨੀਡਸ ਆ, ਜੋ ਕੰਪਨੀ ਦੇ ਆਪਰੇਸ਼ਨ ਆ, ਉਹ ਨੀਡਸ ਨੂੰ ਮਿਲਦਾ ਹੋਵੇ ਅਤੇ ਉਹਦੇ ਸੰਬੰਧਿਤ ਬਣਿਆ ਹੋਵੇ। ਇਸ ਦੇ ਨਾਲ ਆਪਾਂ ਕੁਝ ਟ੍ਰੇਨਿੰਗ ਵੀ ਪ੍ਰੋਵਾਈਡ ਕਰਦੇ ਹਾਂ ਜੋ ਅਸੀਂ ਪ੍ਰੋਗਰਾਮ ਦੀ ਰਿਕੁਆਇਰਮੈਂਟ ਅਨੁਸਾਰ ਟ੍ਰੇਨਿੰਗ ਦਿੰਦੇ ਹਾਂ। ਸ਼ਾਇਦ ਜੀ ਵੀ ਹੁਣ ਕੋਈ ਆਪਣੀ ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਟ੍ਰੇਨਿੰਗ ਹੋਵੇ, ਉਹ ਵੀ ਆਪਾਂ ਦਿੰਦੇ ਹਾਂ। ਜਦੋਂ ਆਪਣੇ ਸਾਰੇ ਪਾਲਿਸੀਜ਼ ਤੇ ਪ੍ਰੋਸੀਜਰ ਬਣ ਜਾਂਦੇ ਆ ਅਤੇ ਜੋ ਕੰਮ ਕਰਨ ਵਾਲੇ ਆ ਉਹਨਾਂ ਦੀ ਟ੍ਰੇਨਿੰਗ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਉਹ ਵੀ ਪੂਰੀ ਕਰ ਦਿੰਦੇ ਹਾਂ। ਫਿਰ ਆਪਾਂ ਐਡਵਾਈਸ ਕਰਦੇ ਹਾਂ ਕਿ ਉਹ ਪ੍ਰੋਗਰਾਮ ਜੋ ਆਪਾਂ ਲਿਖਿਆ, ਉਹ ਡਾਕੂਮੈਂਟ ਜੋ ਪ੍ਰੋਸੀਜਰ ਆਪਾਂ ਸਾਰੇ ਲਿਖਿਆ, ਉਹ ਲਾਗੂ ਕਿਵੇਂ ਕਰਦੇ ਹਾਂ। ਸੇਫਟੀ ਡਰਿਵਨ ਤੁਹਾਨੂੰ ਸਲਾਹ ਹੀ ਦੇ ਸਕਦਾ, ਪਰ ਜਿਹੜੇ ਲਾਗੂ ਕਿਵੇਂ ਕਰਨ ਦੇ, ਪਰ ਜੋ ਤੁਹਾਡੇ ਪਾਲਿਸੀਜ਼ ਅਤੇ ਪ੍ਰੋਸੀਜਰ ਨੂੰ ਲਾਗੂ ਕਰਨ ਦੇ ਜ਼ਿੰਮੇਵਾਰੀ ਆ, ਉਹ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਆ। ਪ੍ਰਭ ਆਪਾਂ ਜੋ ਸੇਫਟੀ ਡਰਿਵਨ ਤੇ ਕੰਮ ਕਰਦੇ ਨੇ, ਅਸੀਂ ਤੁਹਾਨੂੰ ਕੰਪਨੀ ਨੂੰ ਕਹਿ ਨਹੀਂ ਸਕਦੇ ਵੀ ਤੁਹਾਨੂੰ ਆਹ ਕਰਨਾ ਪੈਣਾ, ਅਸੀਂ ਸਲਾਹ ਹੀ ਦੇ ਸਕਦੇ ਵੀ ਤੁਸੀਂ ਆਹ ਚੀਜ਼ਾਂ ਕਰੋ। ਸੋ ਤੁਹਾਡੇ ਸਕਰੀਨ ਤੇ ਹੁਣ ਜਦੋਂ ਇਨਸਪੈਕਸ਼ਨਸ ਵਾਲਾ ਮੋਡਿਊਲ ਆ ਉਹਦੇ ਐਗਜ਼ਾਮਪਲ ਲੈ ਕੇ ਆਪਾਂ ਪਹਿਲਾਂ ਜੋ ਇਨਸਪੈਕਸ਼ਨਸ ਦੇ ਬੇਸਿਕ ਕਨਸੈਪਟ ਨੇ ਉਹ ਐਕਸਪਲੇਨ ਕਰਦੇ ਹਾਂ ਕਿ ਇਨਸਪੈਕਸ਼ਨਸ ਕੀ ਹੁੰਦੀ ਆ, ਉਹਦੇ ਵਿੱਚ ਕੀ ਦੇਖਣਾ, ਹੋ ਸਾਰੀ ਆਪਾਂ ਉਹ ਜਿਹੜੇ ਰੈਗੂਲੇਸ਼ਨ ਤੇ ਰੂਲ ਫਾਲੋ ਕਰਨੇ ਨੇ ਉਹ ਕਰਨ ਦੀ ਕੀ ਲੋੜ, ਉਹ ਕਿਹੜੇ ਰੂਲ ਫਾਲੋ ਕਰਨ ਦੀ ਲੋੜ ਆ, ਆਪਾਂ ਸਾਰੇ ਉਹ ਚੀਜ਼ਾਂ ਪਹਿਲਾਂ ਐਕਸਪਲੇਨ ਕਰਦੇ ਹਾਂ। ਫਿਰ ਆਪਾਂ ਉਹ ਪਾਲਿਸੀ ਅਤੇ ਪ੍ਰੋਸੀਜਰ, ਇਨਸਪੈਕਸ਼ਨ ਦੀ ਪਾਲਿਸੀ ਅਤੇ ਪ੍ਰੋਸੀਜਰ ਤੁਹਾਡੀ ਕੰਪਨੀ ਦੇ ਮੁਤਾਬਕ ਬਣਾਉਂਦੇ ਹਾਂ। ਆਪਾਂ ਦੇਖਦੇ ਹਾਂ ਵੀ ਤੁਹਾਡੀ ਕੰਪਨੀ ਦੇ ਕੀ ਆਪਰੇਸ਼ਨ ਨੇ ਅਤੇ ਉਸ ਦੇ ਨਾਲ ਫਿਰ ਆਪਾਂ ਲਿਖਦੇ ਹਾਂ ਵੀ ਆਪਾਂ ਨੂੰ ਆਹ ਪਾਲਿਸੀ ਅਤੇ ਆਹ ਪ੍ਰੋਸੀਜਰ ਆਪਾਂ ਨੂੰ ਫੋਲੋ ਕਰਨੇ ਪੈਣੇ ਆ। ਫਿਰ ਆਪਾਂ ਪਾਲਿਸੀ ਅਤੇ ਪ੍ਰੋਸੀਜਰ ਲੈ ਕੇ ਫਿਰ ਆਪਾਂ ਇਨਸਪੈਕਸ਼ਨਸ ਦੀ ਪੂਰੀ ਟ੍ਰੇਨਿੰਗ ਦਿੰਦੇ ਹਾਂ ਵੀ ਜੋ ਵੀ ਕੰਮ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਆਪਣੀ ਵਰਕ ਪਲੇਸ ਜਾ ਕੇ ਮਹੀਨੇ ਬਾਅਦ ਇਨਸਪੈਕਸ਼ਨ ਕਰਨੀ ਆ, ਵੀ ਉਹਨਾਂ ਨੂੰ ਟ੍ਰੇਨਿੰਗ ਮਿਲ ਜਾਵੇ। ਟ੍ਰੇਨਿੰਗ ਦੇ ਕੇ ਫਿਰ ਆਪਾਂ ਅਖੀਰ ਵਿੱਚ ਅਸੀਂ ਪ੍ਰੋਗਰਾਮ ਨੂੰ ਕਿਵੇਂ ਲਾਗੂ ਕਰਨਾ ਹੈ ਉਹਦੇ ਬਾਰੇ ਵੀ ਆਪਾਂ ਐਡਵਾਈਸ ਦਿੰਦੇ ਹਾਂ ਵੀ ਤੁਹਾਡੇ ਕੰਮ ਵਾਲੇ ਥਾਂ ਦੇ ਵਿੱਚ ਆਹ ਚੀਜ਼ਾਂ ਹੁੰਦੀਆਂ ਨੇ। ਸੋ ਸਾਡੇ ਹਿਸਾਬ ਨਾਲ ਜੋ ਰੈਗੂਲੇਸ਼ਨ ਨਾਲ ਸਹੀ ਚੱਲਣ ਨਾਲ ਅਸੀਂ ਤੁਹਾਨੂੰ ਐਡਵਾਈਸ ਕਰਦੇ ਹਾਂ ਵੀ ਤੁਹਾਨੂੰ ਇਸ ਤੌਰ ਤੇ ਇਨਸਪੈਕਸ਼ਨ ਕਰਨੀ ਚਾਹੀਦੀ ਹੈ। ਇਸ ਸਮੇਂ ਤੇ ਹੋਰ ਵੀ ਜੋ ਵੀ ਆਪਾਂ ਐਡਵਾਈਸ ਕਰ ਸਕਦੇ ਹਾਂ ਅਸੀਂ ਵੱਧ ਤੋਂ ਵੱਧ ਤੁਹਾਨੂੰ ਦਿੰਦੇ ਹਾਂ। ਦਰਸ਼ਨ, ਲੱਗਦਾ ਹੈ ਕਿ ਸੇਫਟੀ ਡਰਿਵਨ ਹਰ ਮੋਡਿਊਲ ਲਈ ਬਹੁਤ ਸਾਰੇ ਰਿਸੋਰਸਿਸ ਦਿੰਦੇ ਨੇ, ਪਰ ਇਹਦੇ ਲਈ ਕਿੰਨੀ ਕਾਸਟ ਹੁੰਦੀ ਹੈ? ਮੈਨੂੰ ਲੱਗਦਾ ਹੈ ਕਿ ਆਪਣੀ ਆਡੀਅנס 'ਚੋਂ ਬਹੁਤ ਜਾਣੇ ਇਹ ਜਾਣਨਾ ਚਾਹੁੰਦੇ ਨੇ। ਪ੍ਰਭ, ਇਹ ਕੁਐਸਚਨ ਆਨਸਰ ਕਰਨ ਤੋਂ ਪਹਿਲਾਂ ਆਪਾਂ ਇਹ ਜਾਣ ਲਈਏ ਕਿ ਤੁਸੀਂ ਕਿਸ ਤਰ੍ਹਾਂ ਦੇ ਕੰਮ ਕਰਦੇ ਹੋ, ਕਰਕੇ ਇਹ ਕਾਸਟ ਨੂੰ ਬਦਲ ਸਕਦੀ ਆ। ਸੋ ਤੁਹਾਡੀ ਸਕਰੀਨ ਤੇ ਹੁਣ ਪੋਲ ਆਊਗਾ ਵੀ ਤੁਹਾਡੇ ਕੰਪਨੀ ਦੇ ਕਿਹੜੇ ਆਪਰੇਸ਼ਨ ਨੇ। ਤੁਸੀਂ ਜਨਰਲ ਟਰੱਕਿੰਗ ਦੇ ਵਿੱਚ ਆ, ਤੁਹਾਡਾ ਕੰਮ ਮੂਵਿੰਗ ਅਤੇ ਸਟੋਰੇਜ ਦਾ ਕੰਮ ਹੋਵੇ, ਜਾਂ ਜੇ ਤੁਸੀਂ ਹੋਰ ਕੋਈ ਇੰਡਸਟਰੀ ਵਿੱਚ ਕੰਮ ਕਰਦੇ ਹੋਵੇ ਜਾਂ ਕੋਈ ਰਿਲੇਟਡ ਇੰਡਸਟਰੀ ਜਿਵੇਂ ਕਿ ਵੇਅਰ ਹਾਊਸਿੰਗ, ਜੇ ਤੁਹਾਡਾ ਕੰਮ ਦਾ ਟਰੱਕਾਂ ਦਾ ਕੰਮ ਹੋਵੇ ਪਰ ਉਹ ਡੰਪ ਟਰੱਕ ਦਾ ਕੰਮ ਹੋਵੇ ਜਾਂ ਵੇਸਟ ਡਿਸਪੋਜ਼ਲ ਦਾ ਕੰਮ ਹੋਵੇ, ਤੁਸੀਂ ਉਹ ਪੋਲ ਤੇ ਆਨਸਰ ਕਰੋ। Okay, so ਪੋਲ ਦੇ ਆਨਸਰਸ ਤੋਂ ਪਤਾ ਲੱਗ ਰਿਹਾ ਕਿ ਆਡੀਅנס ਚੋਂ ਕੁਝ ਲੋਕ ਜਨਰਲ ਟਰੱਕਿੰਗ ਦੇ ਵਿੱਚ ਨੇ, ਤਕਰੀਬਨ 40%, 20% ਨੇ ਜਵਾਬ ਦਿੱਤਾ ਹੋਵੇ ਵੀ ਉਹ ਮੂਵਿੰਗ ਅਤੇ ਸਟੋਰੇਜ ਦੇ ਵਿੱਚ ਨੇ, ਤੇ 40% ਨੇ ਕਿਹਾ ਵੀ ਅਸੀਂ ਹੋਰ ਕੋਈ ਇੰਡਸਟਰੀ, ਕੋਈ ਰਿਲੇਟਡ ਇੰਡਸਟਰੀ ਦੇ ਵਿੱਚ ਆਪਾਂ ਕੰਮ ਕਰਦੇ ਨੇ, ਜੋ ਆਪਣਾ ਅਦਰ ਆਨਸਰ ਆ। ਅਤੇ ਮੈਂ ਸਵਾਲ ਪੁੱਛਿਆ ਸੀ ਕਿਉਂਕਿ ਵਰਕਸੇਫ ਪੀਸੀ ਇੱਕ ਕੰਪਨੀ ਨੂੰ ਇੱਕ CU ਜਾਂ ਜੋ ਕਲਾਸੀਫਿਕੇਸ਼ਨ ਯੂਨਿਟ ਹੁੰਦਾ ਉਹ ਅਸਾਈਨ ਕਰਦੀ ਆ, ਅਤੇ ਉਹਨਾਂ ਦੇ ਕੰਮ ਅਤੇ ਇੰਡਸਟਰੀ ਦੇ ਹਿਸਾਬ ਨਾਲ, ਜਿਵੇਂ ਕਿ ਕੋਈ ਕੰਟੇਨਰ ਕੰਪਨੀ ਹੋਵੇ, ਕੋਈ ਫਲੈਟ ਟੈਕ ਵਾਲੀ ਕੰਪਨੀ ਹੋਵੇ, ਉਹਨਾਂ ਦੇ ਹਰ ਇੱਕ CU ਅਸਾਈਨ ਕੀਤੀ ਜਾਂਦੀ ਹੈ। ਜੇ ਤੁਹਾਡਾ ਆਨਸਰ ਜਨਰਲ ਟਰੱਕਿੰਗ ਜਾਂ ਜੋ ਹੁਣ ਸਾਨੂੰ ਪਤਾ ਹੈ ਵੀ ਸਬ ਮੂਵਿੰਗ ਅਤੇ ਸਟੋਰੇਜ ਦੇ ਵਿੱਚ ਆ, ਫਿਰ ਪ੍ਰਭ ਸਾਡੀਆਂ ਜੋ ਸੇਵਾਵਾਂ ਉਹਨਾਂ ਲਈ ਪੈਸੇ ਤੁਸੀਂ ਦੇ ਚੁੱਕੇ ਹੋ ਜਾਂ ਤੁਸੀਂ ਦੇ ਚੁੱਕੇ ਹੋ। ਜਦੋਂ ਤੁਸੀਂ ਵਰਕਸੇਫ ਪੀਸੀ ਦੇ ਪ੍ਰੀਮੀਅਮ ਪੇ ਕਰਦੇ ਹੋ ਤਾਂ ਉਸ ਵਿੱਚੋਂ ਕੁਝ ਹਿੱਸਾ ਸੇਫਟੀ ਡਰਿਵਨ ਦੇ ਸਰਵਿਸਿਜ਼ ਲਈ ਵਰਤਿਆ ਜਾਂਦਾ ਹੈ। ਇਸ ਲਈ ਆਪਣੀਆਂ ਬਹੁਤ ਹੀ ਸੇਵਾਵਾਂ ਫ੍ਰੀ ਵਿੱਚ ਹੀ ਆਪਾਂ ਪ੍ਰੋਵਾਈਡ ਕਰ ਸਕਦੇ ਨੇ। ਪਰ ਜੇ ਤੁਸੀਂ ਜਨਰਲ ਟਰੱਕਿੰਗ ਜਾਂ ਮੂਵਿੰਗ ਦੇ ਸਟੋਰੇਜ ਦੇ ਹਿੱਸੇ ਨਹੀਂ ਹਾਂ ਤਾਂ ਤੁਹਾਨੂੰ ਸਾਡੀਆਂ ਸੇਵਾਵਾਂ ਲਈ ਸ਼ਾਇਦ ਕੁਝ ਫੀ ਪੇ ਕਰਨੀ ਪਵੇ। ਜੇ ਤੁਸੀਂ ਸਾਨੂੰ ਆਪਣੀ ਕੰਪਨੀ ਦੀ ਇਨਫੋਰਮੇਸ਼ਨ ਸਮੇਂ ਤੇ ਪ੍ਰੋਵਾਈਡ ਕਰਦੇ ਹੋ ਤਾਂ ਅਸੀਂ ਤੁਹਾਨੂੰ ਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਟਰਾਈ ਕਰਦੇ ਹਾਂ ਕਿ ਜੇ
कि ज़्यादा तो ज़्यादा ट्रेनिंग आप ही करिए जो सेफ्टी ड्रिवन प्रोवाइड कर सकती है ਇਸੇ ਪ੍ਰਾਈਸ ਦੇ ਵਿੱਚ ਅਸੀਂ ਤੁਹਾਡੇ ਸ਼ਾਇਦ ਕੋਈ ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਹੋਵੇ ਉਹਨਾਂ ਦੇ ਮੈਂਬਰ ਨੂੰ ਟ੍ਰੇਨ ਕਰ ਸਕਦੇ ਹਾਂ ਅਤੇ ਆਪਣੇ ਕੋਲ ਕੁਝ ਆਨਲਾਈਨ ਕੋਰਸਿਸ ਦੀ ਐਕਸੈਸ ਵੀ ਦੇ ਸਕਦੇ ਹਾਂ ਪਰ ਤੁਹਾਨੂੰ ਇੱਕ ਚੀਜ਼ ਯਾਦ ਰੱਖਣੀ ਪਊਗੀ ਕਿ ਕੁਝ ਕਾਸਟ ਕਿ ਸਮ ਕਾਸਟ ਤੁਹਾਨੂੰ ਕੰਪਨੀ ਨੂੰ ਪੇ ਕਰਨੀਆਂ ਪੈਣੀਆਂ ਜਿਵੇਂ ਕਿ ਕੋਈ ਐਕਸਟਰਨਲ ਆਡੀਟਰ ਦੀ ਕਾਸਟ ਜਾਂ ਉਹਨਾਂ ਦੀ ਕੋਈ ਫੀ ਹੋਵੇ ਜਾਂ ਕੋਈ ਟ੍ਰੇਨਿੰਗ ਕੋਰਸਿਸ ਜੋ ਅਸੀਂ ਨਹੀਂ ਪ੍ਰੋਵਾਈਡ ਕਰ ਸਕਦੇ ਇਸ ਦੀ ਕਾਸਟ ਜਾਂ ਪ੍ਰੋਗਰਾਮ ਲਾਗੂ ਕਰਨ ਦੀ ਕਾਸਟ ਵਿੱਚ ਵੀ ਕਮ ਉਹ ਕਾਸਟ ਵੀ ਆਉਂਦੀਆਂ ਨੇ ਜੋ ਸੇਫਟੀ ਡਰਿਵਨ ਤੁਹਾਨੂੰ ਨਹੀਂ ਦੇ ਸਕਦੀ ਸੋ ਅਸਲ ਵਿੱਚ ਸਾਨੂੰ ਤੁਹਾਡੇ ਟਾਈਮ ਸਭ ਤੋਂ ਜ਼ਰੂਰੀ ਚਾਹੀਦਾ ਹੈ। ਪ੍ਰੋਗਰਾਮ ਨੂੰ ਲਾਗੂ ਕਰਨ ਲਈ ਸਾਨੂੰ ਇੱਕ ਕੰਪਨੀ ਰੈਪਰੈਜ਼ੈਂਟੇਟਿਵ ਦੀ ਲੋੜ ਹੈ, ਜਿਸ ਨਾਲ ਆਪਾਂ ਹਫ਼ਤੇ ਬਾਅਦ ਮਿਲ ਸਕੀਏ, ਜਿਹਦੇ ਲਈ ਆਪਾਂ 2 ਤੋਂ 4 ਘੰਟੇ ਅਸਾਈਨ ਕੀਤੇ ਹੁੰਦੇ ਆ ਹਰੇਕ ਮੋਡਿਊਲ ਤੇ ਕੰਮ ਕਰਨ ਲਈ। ਸੇਫਟੀ ਡਰਿਵਨ ਵੱਲੋਂ ਵੀ 2 ਤੋਂ 4 ਘੰਟੇ ਉਸ ਕੰਪਨੀ ਲਈ ਡੈਡੀਕੇਟ ਕੀਤੇ ਜਾਂਦੇ ਨੇ, ਜਿਸ ਵਿੱਚ ਉਹ ਮੀਟਿੰਗਸ ਲਈ ਪ੍ਰਿਪੇਅਰ ਕਰਦੇ ਨੇ, ਮੀਟ ਕਰਦੇ ਨੇ, ਉਹ ਮੀਟਿੰਗਸ ਅਟੈਂਡ ਕਰਦੇ ਨੇ ਅਤੇ ਕੰਪਨੀਜ਼ ਦੇ ਡਾਕੂਮੈਂਟ ਰਿਵਿਊ ਤੇ ਪ੍ਰੋਗਰੈਸ ਟਰੈਕ ਕਰਦੇ ਨੇ। ਸੋ ਇਸ ਤੋਂ ਬਾਅਦ ਹੈ ਜੀ ਜੀ ਸੇਫਟੀ ਡਰਿਵਨ ਵਰਕ ਸੇਫ ਪੀਸੀ ਰਾਹੀਂ ਫੰਡਡ ਹੈ ਤਾਂ ਕੀ ਉਹ ਵਰਕ ਸੇਫ ਪੀਸੀ ਦਾ ਹਿੱਸਾ ਹੈ? ਐਂਡ ਇਹ ਬਹੁਤ ਹੀ ਕਾਮਨ ਕੁਐਸਚਨ ਹੈ ਜੋ ਸਾਡੇ ਆਡੀਅנס ਪੁੱਛਦੇ ਨੇ। ਸੇਫਟੀ ਡਰਿਵਨ ਸੇਫਟੀ ਡਰਿਵਨ ਦੇ ਐਡਵਾਈਜ਼ਰਸ ਸੇਫਟੀ ਆਫਿਸਰਸ ਤੋਂ ਕਿਵੇਂ ਅਲੱਗ ਨੇ? ਓਕੇ ਠੀਕ ਹੈ ਸੋ ਜੋ ਆਪਾਂ ਵਰਕ ਸੇਫ ਪੀਸੀ ਜਾਂ ਕੋਈ ਸੇਫਟੀ ਆਫਿਸਰ ਤੋਂ ਹੋਵੇ ਉਹ ਰੈਗੂਲੇਟਰ ਜਾਂ ਹੋਰ ਅਸੀਂ ਜ਼ਰੂਰ ਆਪਾਂ ਅਲੱਗ ਹਾਂ ਸੇਫਟੀ ਡਰਿਵਨ ਫੰਡਿੰਗ ਤਾਂ ਸ਼ਾਇਦ ਵਰਕ ਸੇਫ ਤੋਂ ਆਉਂਦੀ ਹੋਵੇ ਪਰ ਆਪਾਂ ਕੋਈ ਰੈਗੂਲੇਟਰ ਨਹੀਂ ਜਿਹੜੇ ਰੈਗੂਲੇਟਰ ਆ ਉਹ ਤੁਹਾਨੂੰ ਫਾਈਨ ਜਾਂ ਕੋਈ ਪਨਿਸ਼ਮੈਂਟ ਦੇ ਸਕਦੇ ਆ ਕੋਈ ਆਰਡਰ ਵੀ ਲਿਖ ਸਕਦੇ ਆ ਸੇਫਟੀ ਡਰਿਵਨ ਉਹ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਲਈ ਨਹੀਂ ਉਹ ਇਹੋ ਜਿਹੀਆਂ ਚੀਜ਼ਾਂ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਕੰਮ ਕਰਕੇ ਤੁਹਾਡੇ ਪ੍ਰੋਗਰਾਮ ਨੂੰ ਬੈਟਰ ਬਣਾਉਣ ਦੇ ਵਿੱਚ ਆਪਾਂ ਜ਼ਰੂਰ ਤੁਹਾਡੀ ਹੈਲਪ ਕਰਦੇ ਹਾਂ ਅਸੀਂ ਉਹਨਾਂ ਚੀਜ਼ਾਂ ਵਿੱਚ ਤੁਹਾਡੀ ਮਦਦ ਕਰਦੇ ਹਾਂ ਜੋ ਤੁਹਾਨੂੰ ਵਰਕਸੇਫ ਪੀਸੀ ਜਾਂ ESTC ਨਾਲ ਮੁਸੀਬਤ ਵਿੱਚ ਪਾ ਸਕਦੀਆਂ ਨੇ ਇਸ ਵਿੱਚ ਆਰਡਰਸ ਦੀ ਪਾਲਣਾ ਕਰਨਾ ਅਤੇ ਉਹਨਾਂ ਖੇਤਰਾਂ ਦੇ ਪਛਾਣ ਕਰਨੀ ਹੈ ਜਿੱਥੇ ਤੁਸੀਂ ਰੈਗੂਲੇਸ਼ਨ ਦੀ ਪਾਲਣਾ ਨਹੀਂ ਕਰਦੇ ਅਸੀਂ ਕਿਸੇ ਰੈਗੂਲੇਟਰੀ ਪ੍ਰੋਸੀਜਰ ਜਿਵੇਂ ਕੋਈ ਤੁਹਾਡਾ ਐਨੂਅਲ ਰਿਪੋਰਟਿੰਗ ਨੂੰ ਪੂਰਾ ਕਰਨ ਦੇ ਵਿੱਚ ਇਸ ਚੀਜ਼ਾਂ ਦੇ ਵਿੱਚ ਵੀ ਤੁਹਾਡੀ ਸਹਾਇਤਾ ਕਰਦੇ ਹਾਂ ਕੁਝ ਚੀਜ਼ਾਂ ਨੇ ਜੋ ਸੇਫਟੀ ਡਰਿਵਨ ਕੰਪਨੀ ਦੀ ਹੈਲਪ ਵਿੱਚ ਕੰਪਨੀ ਨਹੀਂ ਹੈਲਪ ਕਰ ਸਕਦੀ ਜਿਵੇਂ ਕਿ ਕੰਪਨੀ ਦੀ ਕੋਈ ਕਲੇਮਸ ਮੈਨੇਜਮੈਂਟ ਹੋਵੇ ਅਸੀਂ ਇਹੋ ਜਿਹੀ ਚੀਜ਼ਾਂ ਨਹੀਂ ਕਰ ਸਕਦੇ ਜੇ ਤਾਂ ਕੋਈ ਇਨਸੀਡੈਂਟ ਹੋਵੇ ਅਸੀਂ ਤੁਹਾਡੀ ਇਨਸੀਡੈਂਟ ਇਨਵੈਸਟੀਗੇਟ ਕਰਨ ਵਿੱਚ ਜਾਂ ਕੋਈ ਕਰੈਕਟਿਵ ਐਕਸ਼ਨ ਬਣਾਉਣ ਦੇ ਵਿੱਚ ਕੋਈ ਰეკਮੈਂਡੇਸ਼ਨ ਦੇਣ ਦੇ ਵਿੱਚ ਜ਼ਰੂਰ ਤੁਹਾਡੀ ਸਹਾਇਤਾ ਕਰ ਸਕਦੇ ਹਾਂ ਪਰ ਉਹਦੇ ਜੋ ਨਾਲ ਰਿਲੇਟਡ ਕਲੇਮਸ ਵਿੱਚ ਅਸੀਂ ਕੋਈ ਮਦਦ ਤੁਹਾਡੀ ਕਰ ਨਹੀਂ ਸਕਦੇ ਇਸ ਤੋਂ ਇਲਾਵਾ ਕੋਡ ਲਈ ਤੁਹਾਡੇ ਕੰਪਨੀ ਨੂੰ ਆਡਿਟ ਜੋ ਹੁੰਦੀ ਆ ਆਡਿਟ ਕਰਨੀ ਪੈਂਦੀ ਆ ਜੋ ਸੇਫਟੀ ਡਰਿਵਨ ਵਾਲਾ ਐਡਵਾਈਜ਼ਰ ਤੁਹਾਡੇ ਨਾਲ ਕੰਮ ਕਰਦਾ ਉਹ ਆਡਿਟ ਨਹੀਂ ਕਰ ਸਕਦਾ ਜੋ ਕੰਪਨੀ ਦੀ ਆਡਿਟ ਕਰਨ ਲਈ ਉਹ ਤੀਜੀ ਪਾਰਟੀ ਨੂੰ ਹਾਇਰ ਕਰਨਾ ਪੈਂਦਾ ਕੋਈ ਬਾਹਰੋਂ ਕੰਪਨੀ ਤੋਂ ਹਾਇਰ ਕਰਨ ਪੈਣ ਦੀ ਲੋੜ ਹੈ ਉਹ ਸੇਫਟੀ ਡਰਿਵਨ ਨਹੀਂ ਕਰ ਸਕਦੀ ਅਤੇ ਲਾਸਟ ਪ੍ਰਭ ਅਸੀਂ ਤੁਹਾਡਾ ਪ੍ਰੋਗਰਾਮ ਤੁਸੀਂ ਮੈਂ ਇੱਕ ਵਾਰੀ ਵੈਬਿਨਾਰ ਵਿੱਚ ਕਹਿ ਚੁੱਕਾ ਜੋ ਤੁਹਾਡਾ ਪ੍ਰੋਗਰਾਮ ਲਾਗੂ ਕਰਨਾ ਹੋਵੇ ਉਹ ਆਪਾਂ ਲਾਗੂ ਨਹੀਂ ਕਰ ਸਕਦੇ ਜੋ ਤੁਹਾਡੇ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਨਾ ਹੋਵੇ ਅਸੀਂ ਉਹ ਤੁਹਾਡੇ ਲਈ ਨਹੀਂ ਕਰ ਸਕਦੇ ਅਸੀਂ ਤੁਹਾਨੂੰ ਸਿਰਫ ਸਲਾਹ ਦਿੰਦੇ ਹਾਂ ਕਿ ਪਾਲਿਸੀ ਜਾਂ ਪ੍ਰੋਸੀਜਰ ਵਿੱਚ ਕੀ ਕੁਝ ਲਿਖ ਸਕਦੇ ਹਾਂ ਅਤੇ ਕਿਹੜੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਲੋੜ ਹੈ ਸੋ ਦਰਸ਼ਨ ਜੇ ਕੰਪਨੀਆਂ ਨੇ ਸੇਫਟੀ ਡਰਿਵਨ ਨਾਲ ਪ੍ਰੋਗਰਾਮ ਬਣਾ ਲਿਆ ਹੈ ਉਸ ਤੋਂ ਬਾਅਦ ਕੰਪਨੀਆਂ ਕੀ ਕਰ ਸਕਦੀਆਂ ਨੇ ਜਦੋਂ ਤੁਸੀਂ ਪ੍ਰੋਗਰਾਮ ਬਣਾ ਲਿਓ ਮੋਸਟ ਕੰਪਨੀਆਂ ਜੋ ਨੈਕਸਟ ਸਟੈਪ ਲੈਂਦੀਆਂ ਉਹ ਕੋਰਸ ਸਰਟੀਫਾਈਡ ਹੋਣ ਦੀਆਂ ਲੈਂਦੀਆਂ ਹੈ ਇਹ ਸਟੈਪ ਆਪਸ਼ਨਲ ਹੁੰਦਾ ਅਤੇ ਇਹ ਕੰਪਨੀ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਇਹ ਸਟੈਪ ਲੈਣਾ ਜਾਂ ਨਹੀਂ ਪਰ ਕੋਰਸ ਤੋਂ ਬਗੈਰ ਤੁਹਾਡੇ ਕੰਪਨੀ ਲਈ ਪ੍ਰੋਗਰਾਮ ਬਣਾਉਣ ਦੇ ਵਿੱਚ ਬਹੁਤ ਫਾਇਦੇ ਨੇ ਜਿਵੇਂ ਕਿ ਤੁਹਾਡੀ ਕੰਪਨੀ ਦੇ ਮੁਤਾਬਕ ਕੋਈ ਤੁਹਾਡੇ ਸਾਰੇ ਹੈਲਥ ਐਂਡ ਸੇਫਟੀ ਪਾਲਿਸੀਜ਼ ਅਤੇ ਪ੍ਰੋਸੀਜਰ ਲਿਖੇ ਜਾਂਦੇ ਨੇ ਕੰਪਨੀ ਨੂੰ ਜੋ ਸੇਫਟੀ ਪ੍ਰੋਗਰਾਮ ਬਣਾਉਂਦੀ ਆ ਉਹਨਾਂ ਦੇ ਕੰਮ ਤੇ ਲੱਗਣ ਵਾਲੀਆਂ ਸੱਟਾਂ ਘੱਟ ਸਕਦੇ ਨੇ ਜਦੋਂ ਪ੍ਰੋਗਰਾਮ ਬਣ ਜਾਂਦਾ ਉਹਦਾ ਵੀ ਕਾਫੀ ਚਾਂਸ ਹੈਗਾ ਕਰਕੇ ਜੋ ਆਪਣੇ ਕੰਮ ਤੇ ਲੱਗਦੀਆਂ ਹੋਈਆਂ ਸੱਟਾਂ ਉਹਦੇ ਪ੍ਰੋਸੀਜਰਸ ਬਣ ਜਾਂਦੇ ਨੇ ਵੀ ਜਿਹੜੇ ਕੰਮ ਕਰਨ ਵਾਲੇ ਉਹ ਸਹੀ ਕੰਮ ਕਰਨ ਦੇ ਪ੍ਰੋਸੀਜਰ ਬਣ ਜਾਂਦੇ ਨੇ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਹੋਰ ਐਪ 'ਚ ਵੀ ਕਾਫੀ ਫਾਇਦੇ ਆ ਅਤੇ ਸਮੁੱਚੇ ਤੌਰ ਤੇ ਤੁਹਾਡੀ ਵਰਕਪਲੇਸ ਦੀ ਹੈਲਥ ਐਂਡ ਸੇਫਟੀ ਪੂਰੀ ਵਰਕਪਲੇਸ ਦੀ ਹੈਲਥ ਐਂਡ ਸੇਫਟੀ ਵੀ ਵੱਧ ਜਾਂਦੀ ਆ Okay, so ਪ੍ਰਭ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਕਿ ਸੇਫਟੀ ਡਰਿਵਨ ਨਾਲ ਪ੍ਰੋਗਰਾਮ ਬਣਾ ਕੇ ਤੁਹਾਨੂੰ ਆਟੋਮੈਟਿਕਲੀ ਕੋਰ ਸਰਟੀਫਿਕੇਟ ਨਹੀਂ ਮਿਲ ਸਕਦਾ ਕੋਰ ਲੈਣ ਵਾਸਤੇ ਮੈਂ ਪਹਿਲਾਂ ਵੀ ਕਿਹਾ ਸੀ ਵੀ ਇੱਕ ਆਡਿਟ ਕਰਨੀ ਪੈਂਦੀ ਆ
ਜੋ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ ਜੇ ਕੋਈ ਲਾਰਜ ਇੰਪਲੋਇਰ ਹੋਵੇ ਉਹ ਐਕਸਟਰਨਲ ਆਡਿਟ ਕਰਨ ਦੀ ਲੋੜ ਹੁੰਦੀ ਹੈ, ਉਹ ਅੱਡ ਕੋਈ ਕੰਪਨੀ ਤੁਹਾਨੂੰ ਹਾਇਰ ਕਰਨੀ ਪੈਂਦੀ ਆ। ਇਹਦੇ ਵਿੱਚ ਸ਼ਾਇਦ ਕੋਈ ਐਡੀਸ਼ਨਲ ਟ੍ਰੇਨਿੰਗ, ਜੇ ਕੋਈ ਸਮਾਲ ਇੰਪਲੋਇਰ ਹੋਵੇ ਉਹਦੇ ਵਿੱਚ ਸ਼ਾਇਦ ਕੋਈ ਐਡੀਸ਼ਨਲ ਟ੍ਰੇਨਿੰਗ ਵੀ ਲਈ ਜਾਂਦੀ ਆ। ਤੇ ਸੇਫਟੀ ਡਰਿਵਨ ਕੋਰ ਆਡਿਟ ਬਾਰੇ ਕੋਈ ਆਪਾਂ ਗਰੰਟੀ ਨਹੀਂ ਦੇ ਸਕਦੇ ਵੀ ਕਿਵੇਂ ਤੁਹਾਡੇ ਕੰਪਨੀ ਨੇ ਉਹ ਆਡਿਟ ਵਿੱਚ ਪਰਫਾਰਮ ਕਰਨਾ। ਪਰ ਸੇਫਟੀ ਡਰਿਵਨ ਦੁਆਰਾ ਜੋ ਬਣਾਈਆਂ ਗਈਆਂ ਪਾਲਿਸੀਜ਼ ਅਤੇ ਪ੍ਰੋਸੀਜਰ ਜੋ ਆਪਾਂ ਤੁਹਾਡੇ ਨਾਲ ਬੈਠ ਕੇ ਲਿਖਦੇ ਨੇ, ਜੋ ਪ੍ਰੋਗਰਾਮ ਆਪਾਂ ਬਣਾਉਣੇ ਨੇ, ਉਹ ਕੋਰ ਰਿਕੁਆਇਰਮੈਂਟ ਅਤੇ ਰੈਗੂਲੇਟਰੀ ਰਿਕੁਆਇਰਮੈਂਟ ਨੂੰ ਦੇਖ ਕੇ ਆਪਾਂ ਦੱਸਦੇ ਹਾਂ ਵੀ ਆਹ ਚੀਜ਼ਾਂ ਨੂੰ ਮੀਟ ਕਰਦੀਆਂ ਕਿ ਨਹੀਂ। ਦਰਸ਼ਨ, ਕੰਪਨੀ ਐਕਸਟਰਨਲ ਆਡਿਟ ਲਈ ਰਿਸਪੌਂਸਿਬਲ ਹੈ, ਪਰ ਕੀ ਸੇਫਟੀ ਡਰਿਵਨ ਮੈਨੂੰ ਕੋਰ ਆਡਿਟ ਲਈ ਪ੍ਰਿਪੇਅਰ ਕਰਨ ਵਿੱਚ ਹੈਲਪ ਕਰ ਸਕਦੇ ਹੈ? ਹਾਂਜੀ ਪ੍ਰਭ, ਪ੍ਰਿਪੇਅਰ ਕਰਨ ਲਈ ਤਾਂ ਜ਼ਰੂਰ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ। ਪਰ ਸੇਫਟੀ ਡਰਿਵਨ ਜੋ ਪ੍ਰੋਗਰਾਮ ਬਣਾਉਣ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਆਪਾਂ ਉਹ ਪ੍ਰੋਗਰਾਮ ਨੂੰ ਇਵੈਲੂਏਟ ਕਰਦੇ ਹਾਂ। ਇਹ ਜੋ ਆਪਣੀ ਇਵੈਲੂਏਸ਼ਨ ਹੁੰਦੀ ਹੈ ਇਹ ਫ੍ਰੀ ਦੇ ਵਿੱਚ ਦਿੱਤੀ ਜਾਂਦੀ ਹੈ, ਜੋ ਆਪਣੇ ਡਿਵੈਲਪਮੈਂਟ ਪ੍ਰੋਸੈਸ ਦੇ ਵਿੱਚ ਵੀ ਆਪਾਂ ਪ੍ਰੋਗਰਾਮ ਸਾਰਾ ਲਿਖਿਆ, ਐਂਡ ਤੇ ਜਾ ਕੇ ਇਹ ਆਪਾਂ ਆਪਣੀ ਸੇਵਾਵਾਂ ਵਿੱਚ ਹੀ ਐਡ ਕਰ ਦਿੰਦੇ ਹਾਂ ਵੀ ਆਪਾਂ ਹਾਂਜੀ ਜੋ ਪ੍ਰੋਗਰਾਮ ਲਿਖੇ ਹੋਵੇ ਉਹ ਜ਼ਰੂਰ ਐਂਡ ਤੇ ਜਾ ਕੇ ਇਵੈਲੂਏਟ ਕਰਕੇ ਦੱਸਾਂਗੇ। ਜੋ ਪ੍ਰੋਗਰਾਮ ਇਵੈਲੂਏਸ਼ਨ ਹੁੰਦਾ ਉਹਦੇ ਲਈ ਅਸੀਂ ਪਾਲਿਸੀਜ਼, ਪ੍ਰੋਸੀਜਰਸ, ਹੋਰ ਕੋਈ ਵੀ ਤੁਹਾਡੇ ਹੈਲਥ ਐਂਡ ਸੇਫਟੀ ਦੇ ਨਾਲ ਸੰਬੰਧ ਕੋਈ ਡਾਕੂਮੈਂਟ ਜਾਂ ਕੋਈ ਰੈਕੋਰਡ ਹੋਵੇ ਉਹ ਸਾਰੇ ਰਿਵਿਊ ਤੇ ਸਕੋਰ ਕਰਦੇ ਹਾਂ। ਜੋ ਵਰਕਰਸ, ਸੁਪਰਵਾਈਜ਼ਰਸ, ਮੈਨੇਜਮੈਂਟ ਆਪਣੀ ਹੁੰਦੀ ਆ ਉਹਨਾਂ ਦੇ ਅੱਡੋ ਅੱਡ ਇੰਟਰਵਿਊ ਕਰ ਸਕਦੇ ਹਾਂ ਵੀ ਆਪਾਂ ਦੱਸਦੇ ਹਾਂ ਵੀ ਜੋ ਉਹਨਾਂ ਦੇ ਕੀ ਸਮਝ ਵਿੱਚ ਆ, ਉਹ ਕੀ ਪਾਲਿਸੀਜ਼ ਅਤੇ ਪ੍ਰੋਸੀਜਰ ਸਮਝਦੇ ਆ ਕਿ ਨਹੀਂ। ਤੇ ਜੋ ਕੰਪਨੀ ਦੇ ਸਾਈਟ ਤੇ ਆ ਕੇ ਆਪਾਂ ਆਬਜ਼ਰਵੇਸ਼ਨ ਵੀ ਕਰਦੇ ਹਾਂ, ਉੱਥੇ ਦੇਖਦੇ ਹਾਂ ਵੀ ਕੀ ਤੁਹਾਡੇ ਲਿਖੇ ਹੋਏ ਪ੍ਰੋਸੀਜਰ ਸਾਰੇ ਕੰਮ ਕਰਨ ਵਾਲੇ ਫੋਲੋ ਕਰਦੇ ਆ ਕਿ ਨਹੀਂ। ਇਸ ਤੋਂ ਬਾਅਦ ਅਸੀਂ ਪ੍ਰੋਗਰਾਮ ਦੇ ਸਟਰੈਂਥ ਅਤੇ ਵੀਕਨੈਸ, ਜੋ ਚੰਗੀਆਂ ਚੀਜ਼ਾਂ ਤੇ ਕੁਝ ਚੀਜ਼ਾਂ ਇੰਪਰੂਵ ਕਰਨ ਲਈ ਉਹ ਵੀ ਦੱਸਦੇ ਨੇ। ਇਵੈਲੂਏਸ਼ਨ ਕਰਕੇ ਆਪਾਂ ਦੱਸ ਸਕਦੇ ਹਾਂ ਕਿ ਤੁਹਾਨੂੰ ਕੋਡ ਲੈਣ ਲਈ ਕਿੱਥੇ ਕਿੱਥੇ ਇੰਪਰੂਵਮੈਂਟ ਕਰਨੀ ਪੈਂਦੀ ਆ, ਅਤੇ ਇਹ ਸਾਰੀ ਰਿਪੋਰਟ ਵਿੱਚ ਆਪਾਂ ਪੇਸ਼ ਕਰਦੇ ਹਾਂ। ਪਰ ਪ੍ਰਭ, ਜੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਨਹੀਂ ਵੀ ਬਣਾਇਆ ਹੋਵੇ ਤਾਂ ਫਿਰ ਵੀ ਆਪਾਂ ਇਹ ਸਰਵਿਸ ਦੇ ਸਕਦੇ ਹਾਂ। ਸ਼ਾਇਦ ਕੋਈ ਕੰਪਨੀ ਦਾ ਪਹਿਲਾਂ ਤੋਂ ਬਣਿਆ ਹੋਵੇ ਪ੍ਰੋਗਰਾਮ, ਉਹਨਾਂ ਨੇ ਇਵੈਲੂਏਟ ਕਰਾਉਣਾ ਹੋਵੇ, ਅਸੀਂ ਤੁਹਾਨੂੰ ਇੱਕ ਡੀਟੇਲ ਰਿਪੋਰਟ ਦੇ ਸਕਦੇ ਹਾਂ ਜਿਸ ਦੇ ਵਿੱਚ ਤੁਹਾਡੇ ਸਾਰੇ ਸਟਰੈਂਥ ਅਤੇ ਵੀਕਨੈਸ ਪ੍ਰੋਗਰਾਮ ਦੇ ਦੱਸਦੇ ਹਾਂ ਵੀ ਆਪਣੀਆਂ ਕਿਹੜੀਆਂ ਚੀਜ਼ਾਂ ਚੰਗੀਆਂ ਕਿ ਕਿਹੜੀਆਂ ਚੀਜ਼ਾਂ ਬਿਹਤਰ ਕਰਨ ਵਾਲੀਆਂ। ਉਸ ਪ੍ਰੋਗਰਾਮ ਨੂੰ ਇੰਪਰੂਵ ਕਰਨ ਲਈ ਆਪਾਂ ਰეკਮੈਂਡੇਸ਼ਨ ਵੀ ਦੇ ਦਿੰਦੇ ਹਾਂ। ਓਕੇ, ਸੋ ਹੁਣ ਆਪਾਂ ਸ਼ਾਇਦ ਆਡੀਅנס ਤੋਂ ਵੀ ਪੁੱਛ ਲਈਏ ਵੀ ਕੀ ਤੁਸੀਂ ਜੇ ਤਾਂ ਤੁਹਾਡੇ ਕੋਲੇ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਿਆ ਹੋਵੇ, ਤੁਸੀਂ ਆ ਪ੍ਰੋਗਰਾਮ ਕਿਤੇ ਰਿਵਿਊ ਕੀਤਾ ਹੋਵੇ। ਸੋ ਤਿੰਨ ਆਪਸ਼ਨ ਆ, ਯੈਸ ਆਪਾਂ ਪ੍ਰੋਗਰਾਮ ਰਿਵਿਊ ਕੀਤਾ ਹੋਵੇ, ਨਹੀਂ ਆਪਾਂ ਕਿਤੇ ਕੰਪਨੀ ਦਾ ਪ੍ਰੋਗਰਾਮ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਵੀ ਨਹੀਂ ਰਿਵਿਊ ਹੋਵੇ, ਜਾਂ ਜੇ ਤੁਹਾਡੇ ਕੰਪਨੀ ਕੋਲ ਪ੍ਰੋਗਰਾਮ ਪਹਿਲਾਂ ਤੋਂ ਬਣਿਆ ਹੈ ਹੀ ਨਹੀਂ ਤਾਂ ਫਿਰ ਕੁਛ ਆਪਾਂ ਰਿਵਿਊ ਕਰ ਹੀ ਨਹੀਂ ਸਕਦੇ। ਸੋ ਯੈਸ, ਨੋ ਔਰ ਨੋ, ਵੀ ਡੋਨਟ ਹੈਵ ਅ ਪ੍ਰੋਗਰਾਮ। ਉਹਨਾਂ ਤਿੰਨਾਂ ਵਿੱਚੋਂ ਇੱਕ ਆਪਸ਼ਨ ਚੁਣੋ। ਸੋ ਦਰਸ਼ਨ, ਆਪਣੇ ਕੋਲੇ ਪੋਲਸ ਦੇ ਆਨਸਰਸ ਆ ਗਏ ਨੇ ਤੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ 67% ਕੰਪਨੀਜ਼ ਆਡੀਅנס ਨੇ ਕਿਹਾ ਹੈ ਕਿ ਉਹਨਾਂ ਨੇ ਆਪਣਾ ਪ੍ਰੋਗਰਾਮ ਰਿਵਿਊ ਕੀਤਾ ਹੈ, ਅਤੇ 33% ਨੇ ਕਿਹਾ ਹੈ ਕਿ ਉਹਨਾਂ ਨੇ ਆਪਣਾ ਪ੍ਰੋਗਰਾਮ ਰਿਵਿਊ ਨਹੀਂ ਕੀਤਾ ਹੈ। ਦਰਸ਼ਨ, ਸੋ ਕੀ ਕੋਡ ਲਾਸਟ ਸਟੈਪ ਹੈ ਜੋ ਕੰਪਨੀਜ਼ ਲੈ ਸਕਦੀਆਂ ਨੇ? ਜੇ ਮੈਨੂੰ ਕੋਈ ਹੋਰ ਕੰਪਨੀ ਲਈ ਹੈਲਪ ਚਾਹੀਦੀ ਹੈ, ਕਿ ਸੇਫਟੀ ਡਰਿਵਨ ਮੇਰੀ ਹੈਲਪ ਕਰ ਸਕਦੀ ਹੈ? ਹਾਂਜੀ ਪ੍ਰਭ, ਜ਼ਰੂਰ ਆਪਾਂ ਹੈਲਪ ਕਰ ਸਕਦੇ ਹਾਂ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਆਪਣੇ ਕਲਾਇੰਟਸ ਦੇ ਨਾਲ ਇੱਕ ਚੰਗੀ ਰਿਲੇਸ਼ਨਸ਼ਿਪ ਬਣਾਈਏ ਅਤੇ ਬਣੀ ਰਹੇ। ਅਸੀਂ ਆਪਣੇ ਕਲਾਇੰਟਸ ਨਾਲ ਪ੍ਰੋਗਰਾਮ ਬਣਾਉਣ ਤੋਂ ਬਾਅਦ ਵੀ ਆਪਾਂ ਕਈ ਵਾਰੀ ਦੇਖੀਏ ਵੀ ਆਪਾਂ ਕੰਮ ਕਰਦੇ ਰਹਿੰਦੇ ਹਾਂ। ਜ਼ਰੂਰੀ ਨਹੀਂ ਵੀ ਕੋਲ ਲੈ ਕੇ ਵੀ ਇਹ ਕੰਮ ਹਟ ਹੀ ਜਾਂਦਾ ਜਾਂ ਪ੍ਰੋਗਰਾਮ ਬਣਾ ਕੇ ਕੰਮ ਹਟ ਹੀ ਜਾਂਦਾ। ਅਸੀਂ ਵੱਧ ਤੋਂ ਵੱਧ ਟਰਾਈ ਕਰਦੇ ਹਾਂ ਵੀ ਅਸੀਂ ਉਹ ਕਲਾਇੰਟ ਦੇ ਨਾਲ ਜੁੜੇ ਰਹੀਏ, ਤੇ ਜੇ ਤਾਂ ਕੰਪਨੀ ਲਈ ਕੋਲ ਲਈ ਅਪਲਾਈ ਨਹੀਂ ਕਰਨਾ ਤਾਂ ਆਪਾਂ ਫਿਰ ਵੀ ਤੁਹਾਡਾ ਜਿਵੇਂ ਮੈਂ ਦੱਸਿਆ ਹੋਵੇ ਪ੍ਰੋਗਰਾਮ ਇਵੈਲੂਏਟ ਕਰ ਸਕਦੇ ਹਾਂ। ਅਤੇ ਜੇ ਤਾਂ ਤੁਹਾਨੂੰ ਪ੍ਰੋਗਰਾਮ ਇਵੈਲੂਏਟ ਕਰ ਸਕਦੇ ਹਾਂ ਤੇ ਤੁਹਾਨੂੰ ਦੱਸ ਸਕਦੇ ਹਾਂ ਕਿ ਪ੍ਰੋਗਰਾਮ ਤੁਹਾਡਾ ਕਿਵੇਂ ਚੱਲ ਰਿਹਾ। ਚਾਹੇ ਪ੍ਰੋਗਰਾਮ ਬਣਾ ਕੇ ਆਪਾਂ ਇਵੈਲੂਏਸ਼ਨ ਕਰ ਸਕਦੇ ਹਾਂ, ਸਾਲ ਬਾਅਦ ਕਰ ਸਕਦੇ ਹਾਂ, 2 ਸਾਲਾਂ ਬਾਅਦ ਕਰ ਸਕਦੇ ਹਾਂ। ਇਹੋ ਜਿਹੀਆਂ ਚੀਜ਼ਾਂ ਆਪਾਂ ਜ਼ਰੂਰ ਕਰਦੇ ਰਹਿੰਦੇ ਹਾਂ ਕਲਾਇੰਟ ਦੇ ਨਾਲ। ਅਸੀਂ ਤੁਹਾਡੀ ਹੈਲਪ ਵੀ ਕਰਾਂਗੇ ਕਿ ਤੁਸੀਂ ਆਪਣੀਆਂ ਮੌਜੂਦਾ ਜੋ ਪਾਲਿਸੀਜ਼ ਅਤੇ ਪ੍ਰੋਸੀਜਰ, ਜੇ ਕੋਈ ਨਵੀਂ ਰੈਗੂਲੇਸ਼ਨ ਆ ਜਾਵੇ ਕਰਕੇ ਉਹ ਰੈਗੂਲੇਸ਼ਨ ਬਦਲਦੀ ਰਹਿੰਦੀ ਆ, ਉਹਨੂੰ ਕਿਵੇਂ ਮੀਟ ਕਰ ਸਕਦੇ ਹਾਂ। ਜੇ ਕੋਈ ਨਵੀਂ ਪਾਲਿਸੀ ਬਣਾਉਣ ਦੀ ਲੋੜ ਹੁੰਦੀ ਹੈ, ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਵੀ ਆਪਾਂ ਜ਼ਰੂਰ ਪ੍ਰੋਗਰਾਮ ਕੋਈ ਕੰਪਨੀ ਨਾਲ ਬਣਾ ਕੇ ਉਹਨਾਂ ਦੀ ਹੈਲਪ ਕਰਦੇ ਰਹਿੰਦੇ ਹਾਂ। ਅਤੇ ਅਸੀਂ ਅਕਸਰ ਜੋ ਕੰਪਨੀਜ਼ ਨਾਲ ਉਹਨਾਂ ਦੇ ਪ੍ਰੋਗਰਾਮ ਅਪਡੇਟ ਕਰਨ ਵਿੱਚ ਹੈਲਪ ਕਰਦੇ ਹਾਂ। ਫੋਰ ਐਗਜ਼ਾਮਪਲ, ਜੇ ਤੁਹਾਡੇ ਕੰਪਨੀਜ਼ ਦੇ EMPLOYEE ਵੱਧ ਗਏ ਨੇ, ਸੋ ਤੁਸੀਂ ਸ਼ਾਇਦ ਇੱਕ ਤੌਰ ਤੇ ਜਦੋਂ ਪ੍ਰੋਗਰਾਮ ਬਣਾਇਆ ਹੋਵੇ ਤੁਸੀਂ ਸਮਾਲ ਇੰਪਲੋਇਰ ਸੀ ਅਤੇ ਹੁਣ ਲਾਰਜ ਇੰਪਲੋਇਰ ਦੇ ਸਾਈਜ਼ ਤੇ ਚਲੇ ਗਏ, ਉਹਦੀਆਂ ਵੀ ਵੱਖਰੀਆਂ ਰਿਕੁਆਇਰਮੈਂਟ ਹੁੰਦੀਆਂ, ਅਤੇ ਉਹ ਚੇਂਜ ਦੇ ਵਿੱਚ ਵੀ ਆਪਾਂ ਹੈਲਪ ਕਰ ਸਕਦੇ ਹਾਂ। ਜਾਂ ਜੇ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕੀਤਾ, ਤੁਸੀਂ ਸ਼ਾਇਦ ਟਰੱਕਿੰਗ ਕੰਪਨੀ ਹੋਵੇ ਅਤੇ ਹੁਣ ਨਾਲ ਵੇਅਰ ਹਾਊਸ ਲੈ ਲਿਆ,
ਉਹ ਚੀਜ਼ਾਂ ਦੇ ਵਿੱਚ ਵੀ ਆਪਾਂ ਮਦਦ ਕਰ ਸਕਦੇ ਹਾਂ ਵੀ ਕੀ ਤੁਹਾਡੇ ਪ੍ਰੋਗਰਾਮ ਵਿੱਚ ਕੀ ਐਡ ਕਰਨਾ ਪਵੇ, ਜਾਂ ਫਿਰ ਤੁਸੀਂ ਕੋਈ ਨਵੀਂ ਲੋਕੇਸ਼ਨ ਵੀ ਖੋਲ ਲਈ ਵੀ ਦੂਜੀ ਜਾਂ ਤੀਜੀ ਜਾਂ ਚੌਥੀ ਲੋਕੇਸ਼ਨ ਕਈ ਕੰਪਨੀ ਖੋਲ ਲੈਂਦੀਆਂ ਨੇ। ਇਸ ਹਰ ਚੇਂਜ ਦੇ ਹਿਸਾਬ ਨਾਲ ਤੁਹਾਡਾ ਪ੍ਰੋਗਰਾਮ ਅਪਡੇਟ ਕਰਨ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਇਸ ਤੋਂ ਇਲਾਵਾ ਪ੍ਰਭ ਸੇਫਟੀ ਡਰਿਵਨ ਦੇ ਵਰਕਸ਼ਾਪ ਤੇ ਟ੍ਰੇਨਿੰਗ ਵੀ ਸੈਸ਼ਨ ਵੀ ਆਪਾਂ ਹੋਸਟ ਕਰ ਸਕਦੇ ਹਾਂ, ਜੋ ਕਿ ਕੰਪਨੀ ਪ੍ਰੋਗਰਾਮ ਕੰਪਲੀਟ ਕਰਨ ਤੋਂ ਬਾਅਦ ਸ਼ਾਇਦ ਜੇ ਕੋਈ ਆਪਣੀ ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਹੋਵੇ, ਉਹਦੇ ਵਿੱਚ ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਵਿੱਚ ਸ਼ਾਮਲ ਹੋਏ ਨਵੇਂ ਮੈਂਬਰ ਨੂੰ ਵੀ ਸੇਫਟੀ ਡਰਿਵਨ ਤੋਂ ਟ੍ਰੇਨਿੰਗ ਦਵਾ ਸਕਦੇ ਨੇ। ਇਹੋ ਜਿਹੀ ਟ੍ਰੇਨਿੰਗ ਸੈਸ਼ਨ ਆਪਾਂ ਕਰਦੇ ਰਹਿੰਦੇ ਹਾਂ। ਜਾਂ ਜੇ ਹੋਰ ਵੀ ਕੋਈ ਆਨਲਾਈਨ ਕੋਰਸਿਸ ਵੀ ਆਪਾਂ ਆਫਰ ਕਰਦੇ ਨੇ, ਅਸੀਂ ਤੁਹਾਨੂੰ ਆਨਲਾਈਨ ਕੋਰਸਿਸ ਦੀ ਐਕਸੈਸ ਦੇਵਾਂਗੇ ਜਿਸ ਨੂੰ ਅਟੈਂਡ ਕਰਕੇ ਤੁਸੀਂ ਆਪਦੀ ਹੈਲਥ ਐਂਡ ਸੇਫਟੀ ਨੌਲੇਜ ਨੂੰ ਵੀ ਵਧਾ ਸਕਦੇ ਹੋ। ਅਤੇ ਤੁਹਾਡੇ ਪ੍ਰੋਗਰਾਮ ਦੇ ਅਗਲੇ ਕਦਮ ਤੇ ਵੀ ਲੈ ਕੇ ਜਾਣ ਵਿੱਚ ਆਪਾਂ ਹੈਲਪ ਕਰਾਂਗੇ, ਜਿਵੇਂ ਕਿ ਸ਼ਾਇਦ ਕੰਪਨੀ ਨੇ ਪ੍ਰੋਗਰਾਮ ਬਣਾ ਕੇ ਕੋਰ ਦੀ ਸਰਟੀਫਿਕੇਸ਼ਨ ਲੈ ਲਈ ਕੰਪਨੀ ਦੇ ਤੌਰ ਤੇ, ਪਰ ਕਈ ਕੰਪਨੀ ਦੇ ਕਾਫੀ ਓਨਰ ਆਪਰੇਟਰ ਰੱਖੇ ਨੇ ਅਤੇ ਉਹ ਓਨਰ ਆਪਰੇਟਰ ਨੂੰ ਵੀ ਕੋਰ ਸਰਟੀਫਾਈਡ ਬਣਾ ਸਕਦੇ ਹਾਂ। ਅਸੀਂ ਜੋ ਤੁਹਾਡੀ ਮੇਨਟੇਨੈਂਸ ਆਡਿਟ ਹੁੰਦੀ ਆ ਉਹਦੇ ਲਈ ਤਿਆਰ ਕਰਨ ਲਈ ਵੀ ਕੋਡ ਲੈ ਕੇ ਸ਼ਾਇਦ ਕੰਪਨੀਆਂ ਵੀ ਜਾਂਦੀਆਂ ਹੋਵੇ ਵੀ ਕੋਡ ਲੈ ਕੇ ਉਹ ਮੇਨਟੇਨੈਂਸ ਆਡਿਟ ਕਰਨੇ ਪੈਂਦੇ ਆ, ਉਹ ਮੇਨਟੇਨੈਂਸ ਆਡਿਟ ਦੇ ਵਿੱਚ ਤਿਆਰੀ ਕਰਨ ਲਈ ਵੀ ਆਪਾਂ ਤੁਹਾਡੀ ਮਦਦ ਕਰ ਸਕਦੇ ਹਾਂ। ਅਤੇ ਜੋ ਅਖੀਰਲਾ ਪ੍ਰਭ ਜੋ ਸਕਰੀਨ ਤੇ ਲਿਖਿਆ ਹੋਵੇ, ਆਪਣਾ ਜੋ ਸੇਫਟੀ ਡਰਿਵਨ ਦੀ ਸਰਵਿਸ ਬਹੁਤ ਟਰੱਕਿੰਗ ਕੰਪਨੀਆਂ ਦੁਆਰਾ ਲਾਈਕ ਕੀਤੀ ਜਾਂਦੀ ਹੈ, ਜੋ ਆਪਣਾ ਸੇਫਟੀ ਕਾਰਨੀਵਲ। ਉਹ ਸੇਫਟੀ ਕਾਰਨੀਵਲ ਕੀ ਹੁੰਦਾ, ਉਹ ਇੱਕ ਔਨ-ਸਾਈਟ ਇਵੈਂਟ ਹੈ ਜਿਸ ਵਿੱਚ ਅਸੀਂ ਸੇਫਟੀ ਟੌਪਿਕਸ ਨੂੰ ਬਹੁਤ ਹੀ ਫਨ ਤਰੀਕੇ ਨਾਲ ਇੰਟਰੋਡਿਊਸ ਕਰਦੇ ਹਾਂ। ਇਸ ਨਾਲ ਅਸੀਂ ਵਰਕਰਸ ਦੀ ਸੇਫਟੀ ਅਵੇਅਰਨੈਸ ਨੂੰ ਵਧਾ ਕੇ ਇੱਕ ਯਾਦਗਾਰ ਦਿਨ ਬਣਾਉਂਦੇ ਹਾਂ। ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਸੇਫਟੀ ਰਿਲੇਟਡ ਕਈ ਰਿਸੋਰਸਿਸ ਫ੍ਰੀ ਵਿੱਚ ਡਾਊਨਲੋਡ ਕਰ ਸਕਦੇ ਹੋ, ਜਿਵੇਂ ਕਿ ਪੋਸਟਰਸ, ਵੀਡੀਓਜ਼ ਅਤੇ ਫਾਰਮਸ। ਇਸ ਰਿਸੋਰਸਿਸ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਕੋਈ ਲੌਗਇਨ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਪਹਿਲਾਂ ਕੁਝ ਸੈਂਪਲਸ ਵਿਖਾਏ ਸੀ, ਜਿਸ ਵਿੱਚ ਸੀ ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਮਿਨਟਸ, ਰਿਸਕ ਅਸੈਸਮੈਂਟਸ, ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਰੂਲਸ ਆਫ ਪ੍ਰੋਸੀਜਰਸ। ਤੁਸੀਂ ਇਹ ਸਾਰੇ ਸਾਡੀ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ, ਅਤੇ ਜੇ ਤੁਹਾਨੂੰ ਕੋਈ ਵੀ ਮਦਦ ਦੀ ਲੋੜ ਹੈ ਇਹਨੂੰ ਕੰਪਲੀਟ ਕਰਨ ਵਿੱਚ, ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। Okay, ਪ੍ਰਭ ਸੋ ਆਖਰ ਵਿੱਚ ਜੋ ਆਪਣੇ ਆਡੀਅנס ਵਾਲੇ ਨੇ ਉਹਨੂੰ ਯਾਦ ਕਰਾਉਣਾ ਵੀ ਸੇਫਟੀ ਡਰਿਵਨ ਉਹ ਕਲਾਇੰਟਸ ਨਾਲ ਚੰਗੀ ਰਿਲੇਸ਼ਨਸ਼ਿਪ ਬਣਾਉਣ ਦੇ ਵਿੱਚ ਆਪਾਂ ਵਿਸ਼ਵਾਸ ਰੱਖਦੇ ਹਾਂ, ਅਤੇ ਤਾਂ ਕਿ ਉਹ ਆਪਣੇ ਹੈਲਥ ਐਂਡ ਸੇਫਟੀ ਗੋਲਸ ਮੀਟ ਕਰਦੇ ਰਹਿਣ। ਸੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਸੀਂ ਤੁਹਾਡੇ ਸੇਫਟੀ ਪ੍ਰੋਗਰਾਮ ਨੂੰ ਪੂਰਾ ਕਰਕੇ ਤੁਹਾਡੀ ਕੰਪਨੀ ਦੀ ਮਦਦ ਕਰ ਸਕਦੇ ਹਾਂ। ਤਾਂ ਜਦ ਤੁਹਾਡਾ ਪ੍ਰੋਗਰਾਮ ਬਣ ਜਾਂਦਾ ਹੈ ਤੇ ਜੇ ਤੁਹਾਡੇ ਕੋਈ ਮੌਜੂਦਾ ਪ੍ਰੋਗਰਾਮ ਹੈ, ਤਾਂ ਅਸੀਂ ਤੁਹਾਡੇ ਸੇਫਟੀ ਪ੍ਰੋਗਰਾਮ ਨੂੰ ਰਿਵਿਊ ਕਰ ਸਕਦੇ ਹਾਂ, ਅਤੇ ਜੋ ਤੁਹਾਡੇ ਕੰਟੀਨਿਊਸ ਇੰਪਰੂਵਮੈਂਟ ਗੋਲ ਵੀ ਉਹ ਹੈਲਥ ਐਂਡ ਸੇਫਟੀ ਪ੍ਰੋਗਰਾਮ ਨੂੰ ਆਪਾਂ ਬਿਹਤਰ ਕਰਦੇ ਰਹੀਏ, ਉਸ ਗੋਲ ਨੂੰ ਪੂਰੇ ਕਰਨ ਵਿੱਚ ਤੁਹਾਡੀ ਮਦਦ ਵੀ ਕਰ ਸਕਦੇ ਹਾਂ। ਓਕੇ, ਸੋ ਦਰਸ਼ਨ, ਹੁਣ ਸਮਾਂ ਆ ਗਿਆ ਹੈ ਕਿ ਆਪਾਂ ਆਡੀਅנס ਦੇ ਸਵਾਲਾਂ ਦਾ ਜਵਾਬ ਦਈਏ। ਤੁਸੀਂ ਆਪਣਾ ਸਵਾਲ QA ਆਪਸ਼ਨ ਨੂੰ ਕਲਿੱਕ ਕਰਕੇ ਪੁੱਛ ਸਕਦੇ ਹੋ ਸਾਨੂੰ, ਤੇ ਤੁਸੀਂ ਕਿਸੇ ਹੋਰ ਦੁਆਰਾ ਪੁੱਛੇ ਗਏ ਸਵਾਲ ਨੂੰ ਆਨਸਰ ਚਾਹੁੰਦੇ ਹੋ ਤਾਂ ਤੁਸੀਂ ਥੰਬਸ ਅਪ ਬਟਨ ਨੂੰ ਕਲਿੱਕ ਕਰਕੇ ਉਸ ਸਵਾਲ ਦੀ ਚਾਂਸਸ ਵਧਾ ਸਕਦੇ ਹੋ ਕਿ ਆਪਾਂ ਉਹਨਾਂ ਨੂੰ ਪੁੱਛੀਏ। So Darshan, let's start answering the questions. Okay, so ਆਪਣਾ ਪਹਿਲਾ ਕੁਐਸਚਨ ਹੈ, ਉਹ ਪੁੱਛਣਾ ਚਾਹੁੰਦੇ ਆ ਕਿ ਆਪਾਂ ਕੀ ਇੰਡੀਪੈਂਡੈਂਟ ਸੇਫਟੀ ਨੂੰ ਰੈਗੂਲੇਟ ਕਰਦੇ ਹਾਂ ਆਪਾਂ BC ਦੇ ਪ੍ਰੋਵਿੰਸ ਵਿੱਚ? ਕਿਵੇਂ ਪ੍ਰਭੀ ਆਪਾਂ ਦੁਆਰਾ ਪੁੱਛੇ, ਆਪਾਂ ਇੰਡੀਪੈਂਡੈਂਟ Do you regulate independent safety and compliance professionals serving the trucking industry in BC? ਨੋ ਪ੍ਰਭ, ਆਪਾਂ ਰੈਗੂਲੇਟ ਨਹੀਂ ਕਰਦੇ। ਜਿਵੇਂ ਮੈਂ ਪਹਿਲਾਂ ਕਿਹਾ ਸੀ, ਸ਼ਾਇਦ ਉਹ ਮੇਰੇ ਆਡੀਓ ਦੀ ਪ੍ਰੋਬਲਮ ਆਈ ਹੋਵੇ। ਆਪਾਂ ਕੁਝ ਸੇਫਟੀ ਦਾ, ਹੈਲਥ ਐਂਡ ਸੇਫਟੀ ਦਾ ਆਪਾਂ ਕੋਈ ਰੈਗੂਲੇਟ ਨਹੀਂ ਕਰਦੇ। ਜੋ ਸੇਫਟੀ ਡਰਿਵਨ ਹੈ ਉਹ ਬਸ ਇਸ ਤੌਰ ਤੇ ਐਗਜ਼ਿਸਟ ਕਰਦੀ ਆ। ਆਪਣਾ ਮੇਨ ਮਕਸਦ ਜੋ ਹੈ ਵੀ ਟਰੱਕਿੰਗ ਅਤੇ ਮੂਵਿੰਗ ਅਤੇ ਸਟੋਰੇਜ ਦੀ ਇੰਡਸਟਰੀ ਅਤੇ ਨਾਲ ਦੀਆਂ ਜੁੜੀਆਂ ਹੋਈਆਂ ਇੰਡਸਟਰੀਆਂ ਦੇ ਆਪਾਂ ਵੱਧ ਤੋਂ ਵੱਧ ਹੈਲਥ ਐਂਡ ਸੇਫਟੀ ਦੀ ਜੋ ਨੌਲੇਜ ਹੈ, ਜੋ ਹੈਲਥ ਐਂਡ ਸੇਫਟੀ ਦਾ ਕੰਮ ਹੈ, ਆਪਾਂ ਵੱਧ ਤੋਂ ਵੱਧ ਵਧਾਈਏ, ਵੀ ਇਹ ਕੰਪਨੀ ਦੇ ਹੈਲਥ ਐਂਡ ਸੇਫਟੀ ਨੌਲੇਜ ਵਧਾਈਏ। ਜੋ ਕੰਮ ਕਰਦੇ ਨੇ ਇਸ ਫੀਲਡ ਦੇ ਵਿੱਚ, ਉਹਨਾਂ ਦੀ ਸੱਟਾਂ ਜਾਂ ਬਿਮਾਰੀਆਂ ਤੋਂ ਬਚਾਅ ਵੱਧ ਤੋਂ ਵੱਧ ਕਰੀਏ, ਅਤੇ ਆਪਣਾ ਤਰੀਕਾ ਜੋ ਇਸ ਨੂੰ ਵਧਾਉਣ ਦਾ ਵੀ ਆਪਾਂ EMPLOYER ਨਾਲ ਜੁੜ ਕੇ ਉਹਨਾਂ ਦੇ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਾਈਏ, ਜੋ ਉਹਨਾਂ ਲਈ ਕੰਮ ਕਰਦੇ ਆ ਵਰਕਰਸ, ਉਹਨਾਂ ਦੀ ਨੌਲੇਜ ਵਧਾਈਏ। ਆਪਾਂ ਇਸ ਦੇ ਰਾਹੀਂ ਹੈਲਥ ਐਂਡ ਸੇਫਟੀ ਵਧਾਉਣੀ ਹੈ। ਸੋ ਕੁਝ ਆਪਣਾ ਕੋਈ ਰੈਗੂਲੇਟਰੀ ਤੌਰ, ਆਪਾਂ ਕੋਈ ਰੈਗੂਲੇਟਰ ਵਾਲਾ ਰੋਲ ਨਹੀਂ ਲੈਣੇ ਆਪਾਂ ਵਿੱਚ। ਸੋ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਆਪਾਂ ਉਹਨਾਂ ਨੂੰ ਹੈਲਪ ਕਰਦੇ ਹਾਂ ਰੈਗੂਲੇਸ਼ਨ ਮੀਟ ਕਰਨ ਨੂੰ, ਨਾ ਕਿ ਆਪਾਂ ਉਹਨਾਂ ਨੂੰ ਕੋਈ ਫਾਈਨ ਜਾਂ ਆਰਡਰ ਨਹੀਂ ਦੇ ਸਕਦੇ? ਹਾਂਜੀ, ਐਗਜ਼ੈਕਟਲੀ। Okay,
ਸੋ ਦਰਸ਼ਨ ਆਪਣਾ ਨੈਕਸਟ ਕੁਐਸਚਨ ਸੋ ਆਡੀਅנס ਪੁੱਛ ਰਹੇ ਨੇ ਕਿ ਆਪਣੇ ਜਿਹੜੇ ਐਡਵਾਈਜ਼ਰਸ ਨੇ ਉਹਨਾਂ ਦੀ ਸਪੈਸ਼ਲਾਈਜੇਸ਼ਨ ਜਾਂ ਫਿਰ ਉਹਨਾਂ ਦੀ ਐਕਸਪਰਟੀਜ਼ ਕੀ ਨੇ ਉਹ ਪ੍ਰਭ ਆਪਣੇ ਐਡਵਾਈਜ਼ਰ ਦੀ ਕਾਫੀ ਟੀਮ ਹੁਣ 7 ਜਾਣੇ ਦੀ ਹੋ ਗਈ ਆ ਅਤੇ ਹਰ ਇੱਕ ਵੱਖਰੇ ਐਡਵਾਈਜ਼ਰ ਦੇ ਡਿਫਰੈਂਟ ਐਕਸਪੀਰੀਅੰਸ ਹੁੰਦੇ ਆ ਸੋ ਜਿਵੇਂ ਹੁਣ ਤੁਹਾਡਾ ਕਿ ਐਕਸਪੀਰੀਅੰਸ ਹੈਗਾ ਵੀ ਕੰਟੇਨਰ ਕੰਪਨੀ ਟਰਾਂਸਲੋਡਿੰਗ ਕੰਪਨੀ ਦਾ ਵੇਅਰਹਾਊਸਿੰਗ ਦੇ ਵਿੱਚ ਕਾਫੀ ਐਕਸਪੀਰੀਅੰਸ ਆ ਮੇਰਾ ਜੋ ਐਕਸਪੀਰੀਅੰਸ ਆ ਉਹ ਜਨਰਲ ਫਰੇਟ ਜੋ ਆਪਣੇ ਸੇਮ ਡੇ ਡਿਲੀਵਰੀ ਜਨਰਲ ਫਰੇਟ ਟਰੱਕਿੰਗ ਦੇ ਵਿੱਚ ਕ੍ਰੇਨ ਕੰਪਨੀ ਦੇ ਨਾਲ ਕੰਮ ਕਰਨ ਦੇ ਵਿੱਚ ਐਕਸਪੀਰੀਅੰਸ ਆ ਕੁਝ ਆਪਣੇ ਐਡਵਾਈਜ਼ਰ ਨੇ ਜਿਨ੍ਹਾਂ ਨੇ ਹੈਵੀ ਹਾਲ ਦਾ ਐਕਸਪੀਰੀਅੰਸ ਹੋਵੇ ਸਾਰੇ ਐਡਵਾਈਜ਼ਰ ਨਾਲ ਟਰੱਕਿੰਗ ਦਾ ਵੱਖਰਾ ਵੱਖਰਾ ਐਕਸਪੀਰੀਅੰਸ ਆ ਕੁਝ ਹੈਵੀ ਹਾਲ ਕੁਝ ਸ਼ਾਇਦ ਕੋਈ ਫਿਊਲ ਹਾਲਿੰਗ ਜਾਂ ਟੈਂਕਰ ਦੇ ਵਿੱਚ ਕੰਮ ਕਰਦੇ ਨੇ ਕੁਝ ਕੰਪਨੀਆਂ ਇਕੱਲੇ ਸਿਰਫ ਫਲੈਟ ਟੈਕ ਤੇ ਕੰਮ ਕਰਦੇ ਨੇ ਬੱਚੇ ਉਹਦੇ ਮੂਵਿੰਗ ਅਤੇ ਸਟੋਰੇਜ ਦੇ ਵਿੱਚ ਵੀ ਐਕਸਪੀਰੀਅੰਸ ਹੈਗਾ ਜਾਂ ਬੱਸਿੰਗ ਦਾ ਐਕਸਪੀਰੀਅੰਸ ਹੋਰ ਇਹੋ ਜਿਹੇ ਵੱਖਰੇ ਵੱਖਰੇ ਇੰਡਸਟਰੀ ਦੇ ਸਾਰਿਆਂ ਦਾ ਐਕਸਪੀਰੀਅੰਸ ਬਣਿਆ ਹੋਵੇ ਤਾਂ ਹੀ ਆਪਾਂ ਵੱਧ ਤੋਂ ਵੱਧ ਚਾਹੁੰਦੇ ਹਾਂ ਵੀ ਤੁਸੀਂ ਸਾਨੂੰ ਕੰਟੈਕਟ ਕਰਕੇ ਦੱਸੋ ਵੀ ਤੁਹਾਡੇ ਆਪਰੇਸ਼ਨਸ ਕੀ ਨੇ ਕਰਕੇ ਅਸੀਂ ਉਸ ਹਿਸਾਬ ਨਾਲ ਫਿਰ ਕੋਈ ਇੱਕ ਐਡਵਾਈਜ਼ਰ ਤੁਹਾਡੇ ਨਾਲ ਕੰਮ ਕਰੂਗਾ ਜਿਸ ਦੇ ਨਾਲ ਵੱਧ ਤੋਂ ਵੱਧ ਟਰਾਈ ਕਰਦੇ ਹਾਂ ਵੀ ਉਹ ਖਾਸ ਤੌਰ ਤੇ ਜਿਹੜੀ ਇੰਡਸਟਰੀ ਵਿੱਚ ਤੁਸੀਂ ਕੰਮ ਕਰਦੇ ਹੋ ਉਸ ਇੰਡਸਟਰੀ ਦੇ ਵਿੱਚ ਵੀ ਉਹ ਸਪੈਸੀਫਿਕ ਐਕਸਪੀਰੀਅੰਸ ਨਾਲ ਉਹ ਕੰਮ ਕਰੇ ਸੋ ਆਪਣਾ ਨੈਕਸਟ ਕੁਐਸਚਨ ਹੈ ਦਰਸ਼ਨ ਕਿ ਜੇ ਮੇਰੀ ਕੰਪਨੀ ਗ੍ਰੇਟਰ ਵੈਂਕੂਵਰ ਏਰੀਆ ਤੋਂ ਬਾਹਰ ਹੈ ਕੀ ਮੈਨੂੰ ਸੇਫਟੀ ਡਰਿਵਨ ਫੇਅਰ ਵੀ ਹੈਲਪ ਕਰ ਸਕਦੀ ਹੈ ਹਾਂਜੀ ਪ੍ਰਭ ਜੇ ਕੰਪਨੀ ਤੁਹਾਡੀ ਵੈਨਕੂਵਰ ਵਾਲੇ ਖਾਸ ਵੈਨਕੂਵਰ ਵਾਲੇ ਏਰੀਆ ਤੋਂ ਬਾਹਰ ਹੋਵੇ ਤਾਂ ਫਿਰ ਵੀ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ ਆਪਾਂ ਮਦਦ ਕਰਦੇ ਹਾਂ ਕੋਈ ਵੀ ਕੰਪਨੀ ਜੋ BC ਦੇ ਵਿੱਚ ਸੋ ਜੇ ਤੁਹਾਡੇ ਆਪਰੇਸ਼ਨ ਸ਼ਾਇਦ ਕੋਈ ਕੰਪਨੀ ਆਪਾਂ ਕੀ ਦੇਖੀ ਹੋਈਆਂ ਕੰਪਨੀਆਂ ਜੇ ਵੈਨਕੂਵਰ ਤੋਂ ਬਾਹਰ ਉਹਨਾਂ ਦਾ ਆਫਿਸ ਐਬਸਫੋਰਡ ਚਲੇ ਜਾਂਦਾ ਜਾਂ ਦੂਰ ਵੀ ਚਲੇ ਜਾਂਦਾ ਪ੍ਰਿੰਸ ਜੋਰਜ ਚਲੇ ਜਾਂਦਾ ਕੀ ਕੰਪਨੀ ਕਲੋਨਾ ਦੇ ਵਿੱਚ ਚਲੇ ਜਾਂਦੇ ਜਾਂ ਵੈਨਕੂਵਰ ਆਇਲੈਂਡ ਤੇ ਵੀ ਚਲੇ ਜਾਂਦੇ ਇਹਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਪ੍ਰਭ ਆਪਾਂ ਜ਼ਰੂਰ ਤੁਹਾਡੀ ਹੈਲਪ ਕਰ ਸਕਦੇ ਹਾਂ ਹੁਣ ਪਤਾ ਤਾਂ ਹੈ ਵੀ ਆਪਾਂ ਹੁਣ ਜਿਵੇਂ ਆ ਵੈਬਿਨਾਰ ਆਪਣਾ ਚੱਲਦਾ ਜ਼ੂਮ ਦੇ ਵਿੱਚ ਇਹ ਜ਼ੂਮ ਦੇ ਰਾਹੀਂ ਵੀ ਆਪਾਂ ਮਿਲ ਸਕਦੇ ਹਾਂ ਪਰ ਆਪਾਂ ਵੱਧ ਤੋਂ ਵੱਧ ਪ੍ਰਭ ਟਰਾਈ ਕਰਦੇ ਹਾਂ ਵੀ ਖਾਸ ਤੌਰ ਤੇ ਵੀ ਆਪਾਂ ਤੁਹਾਡੇ ਆਫਿਸ ਵਿੱਚ ਜੋ ਤੁਹਾਡੀ ਲੋਕੇਸ਼ਨ ਆ ਉੱਥੇ ਆ ਕੇ ਤੁਹਾਨੂੰ ਮਿਲੀਏ ਉੱਥੇ ਆ ਕੇ ਤੁਹਾਡੇ ਨਾਲ ਕੰਮ ਕਰੀਏ ਜੋ ਆਪਣਾ ਪ੍ਰੋਗਰਾਮ ਬਣਾਉਣਾ ਹੋਵੇ ਵੱਧ ਤੋਂ ਵੱਧ ਆਪਾਂ ਫੇਸ ਟੂ ਫੇਸ ਮਿਲੀਏ ਸੋ ਇਟ ਡਸਨਟ ਮੈਟਰ ਜੇ ਤੁਸੀਂ ਵੈਨਕੂਵਰ ਤੋਂ ਬਾਹਰ ਆਪਾਂ ਟਰੈਵਲ ਕਰ ਸਕਦੇ ਹਾਂ ਰਾਈਟ ਵੱਧ ਤੋਂ ਵੱਧ ਆਪਾਂ ਟਰਾਈ ਕਰਦੇ ਹਾਂ ਵੀ ਆਪਾਂ ਤੁਹਾਡੇ ਨਾਲ ਬਹਿ ਕੇ ਇਕੱਠੇ ਹੋ ਕੇ ਆਪਾਂ ਇੱਕ ਪ੍ਰੋਗਰਾਮ ਲਿਖੀਏ ਰਾਈਟ ਸੋ ਯਾ ਇਟ ਡਸਨਟ ਮੈਟਰ ਤੁਸੀਂ ਕੰਟੈਕਟ ਕਰੋ ਦੱਸੋ ਸਾਨੂੰ ਕਿ ਤੁਹਾਡੀਆਂ ਕਿੱਥੇ ਲੋਕੇਸ਼ਨਾਂ ਤੇ ਅਸੀਂ ਵੱਧ ਤੋਂ ਵੱਧ ਭਾਵੇਂ ਮਹੀਨੇ ਦੇ ਵਿੱਚ ਆਪਣੀ ਇੱਕ ਵਾਰੀ ਟ੍ਰਿਪ ਹੋਵੇ ਵੀ ਆਪਾਂ ਤੁਹਾਡੇ ਆਫਿਸ ਵਿੱਚ ਆ ਕੇ ਤੇ ਬਾਕੀ ਮਹੀਨੇ ਲਈ ਆਪਾਂ ਜ਼ੂਮ ਤੇ ਮਿਲੀਏ once a month we'll come up there ਉਹ ਆਪਾਂ ਸਾਰਾ ਫਿਗਰ ਆਊਟ ਕਰ ਸਕਦੇ ਅਗਲੀ ਆਪਣੀ ਆਡੀਅנס ਚ ਪੁੱਛ ਰਹੇ ਨੇ ਦਰਸ਼ਨ ਕਿ ਉਹਨਾਂ ਨੇ ਪਹਿਲਾਂ ਸੇਫਟੀ ਡਰਿਵਨ ਨਾਲ ਪ੍ਰੋਗਰਾਮ ਬਣਾਇਆ ਹੈ ਤੇ ਉਸ ਤੋਂ ਬਾਅਦ ਕੀ ਹੁਣ ਕਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਸੇਫਟੀ ਡਰਿਵਨ ਹੁਣ ਉਹਨਾਂ ਨੂੰ ਦੇ ਸਕਦੇ ਨੇ ਕਿ ਲਾਈਕ ਕੀ ਕਿਸ ਤਰ੍ਹਾਂ ਦੀ ਫੋਲੋ ਅਪ ਹੋਊਗੀ ਉਹਨਾਂ ਨੂੰ ਕਿ ਉਹ ਦੇਖ ਸਕਣ ਕਿ ਉਹਨਾਂ ਦਾ ਪ੍ਰੋਗਰਾਮ ਇਫੈਕਟਿਵਲੀ ਰਨ ਕਰ ਰਿਹਾ ਹੈ ਕੰਮ ਕਰ ਰਿਹਾ ਹੈ Well, ਜੇ ਕੰਪਨੀ ਨੇ ਪਹਿਲਾਂ and safety driven ਤੇ it doesn't matter ਵੀ ਸਾਨੂੰ ਚਾਹੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਬਣਾਇਆ ਹੋਵੇ ਚਾਹੇ ਨਹੀਂ ਅਸੀਂ ਫਿਰ ਵੀ ਤੁਹਾਡੀ ਪ੍ਰੋਗਰਾਮ ਆਪਾਂ ਦੇਖ ਸਕਦੇ ਹਾਂ ਜੋ ਵੈਲਿਊਏਸ਼ਨ ਬਾਰੇ ਮੈਂ ਦੱਸਿਆ ਹੋਵੇ ਉਹ ਵੈਲਿਊਏਟ ਆਪਾਂ ਪ੍ਰੋਗਰਾਮ ਜ਼ਰੂਰ ਕਰ ਸਕਦੇ ਹਾਂ ਅਤੇ ਤੁਹਾਨੂੰ ਦੱਸ ਸਕਦੇ ਹਾਂ ਵੀ ਤੁਹਾਡਾ ਪ੍ਰੋਗਰਾਮ ਕਿਵੇਂ ਚੱਲ ਰਿਹਾ ਉਹ ਵੈਲਿਊਏਸ਼ਨ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਵੀ ਕੁਝ ਤੁਹਾਡੀਆਂ ਜੇ ਕੋਈ ਡਾਕੂਮੈਂਟ ਜਾਂ ਪਾਲਿਸੀ ਜਾਂ ਪ੍ਰੋਸੀਜਰ ਕੁਝ ਹੋਵੇ ਉਹ ਆਊਟਡੇਟਡ ਹੋਵੇ ਵੀ ਉਹ ਅਪਡੇਟ ਕਰਨ ਵਾਲੀ ਹੋਵੇ ਉਹ ਆਪਾਂ ਦੱਸ ਸਕਦੇ ਹਾਂ ਜੇ ਕੋਈ ਚੀਜ਼ ਨਿਕਲੇ ਵੀ ਤੁਹਾਡੇ ਕੰਮ ਕਰਨ ਵਾਲੇ ਉਹਨਾਂ ਦੇ ਆ ਏਰੀਆ ਦੇ ਵਿੱਚ ਕੋਈ ਬਾਹਲੀ ਨੌਲੇਜ ਨਾ ਹੋਵੇ ਜਾਂ ਪ੍ਰੋਸੀਜਰ ਫਾਲੋ ਕਰਨ ਦਾ ਉਹਨਾਂ ਨੂੰ ਨਾ ਪਤਾ ਹੋਵੇ ਇਹੋ ਜਿਹੀਆਂ ਚੀਜ਼ਾਂ ਆਪਾਂ ਰਿਪੋਰਟ ਸਾਰੀ ਇਕੱਠੀ ਕਰਕੇ ਲੈ ਕੇ ਉਹ ਦੇ ਦਿੰਦੇ ਆ ਕੰਪਨੀ ਨੂੰ ਤੇ ਫਿਰ ਆਪਾਂ ਫਿਰ ਵੀ ਕੰਪਨੀ ਦੀ ਹੈਲਪ ਕਰਦੇ ਹਾਂ ਵੀ ਆਹ ਰਿਪੋਰਟ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਲਿਖੀਆਂ ਹੋਈਆਂ ਅਸੀਂ ਤੁਹਾਨੂੰ ਐਡਵਾਈਸ ਦਿੰਦੇ ਹਾਂ ਵੀ ਤੁਸੀਂ ਇਸ ਤਰੀਕੇ ਨਾਲ ਆਪਾਂ ਦੇਖਿਆ ਹੋਇਆ ਸਾਡੇ ਐਕਸਪੀਰੀਅੰਸ ਵਿੱਚ ਦੇਖਿਆ ਹੋਇਆ ਤੁਸੀਂ ਇਸ ਤਰੀਕੇ ਨਾਲ ਆਹ ਚੀਜ਼ਾਂ ਮੌਜੂਦ ਕਰ ਸਕਦੇ ਜਾਂ ਇੰਪਲੀਮੈਂਟ ਕਰ ਸਕਦੇ ਹਾਂ ਤੇ ਹੋਰ ਵੀ ਆਪਾਂ ਸਰਵਿਸਿਜ਼ ਦੇ ਸਕਦੇ ਹਾਂ ਜੋ ਮੈਂ ਸੇਫਟੀ ਕਾਰਨੀਵਲ ਬਾਰੇ ਦੱਸਿਆ ਹੋਵੇ ਕੁਝ ਕੰਪਨੀਆਂ ਉਹਨਾਂ ਦੀ ਐਨੂਅਲ ਮੀਟਿੰਗ ਹੁੰਦੀ ਹੈ ਜਾਂ ਕੰਪਨੀ ਮੀਟਿੰਗ ਹੁੰਦੀ ਹੈ ਉਹਨਾਂ ਦੀ ਬਾਰਬੀਕਿਊ ਹੁੰਦੀ ਹੈ ਅਸੀਂ ਉਸ ਦਿਨ ਤੇ ਵੀ ਆ ਕੇ ਉਹ ਸੇਫਟੀ ਕਾਰਨੀਵਲ ਸੈਟਅਪ ਕਰ ਸਕਦੇ ਹਾਂ ਹੋਰ ਜੇ ਕੋਈ ਟ੍ਰੇਨਿੰਗ ਹੋਵੇ ਉਹ ਵੀ ਆਪਾਂ ਉਹਦੇ ਵਿੱਚ ਵੀ ਆਪਾਂ ਹੈਲਪ ਕਰ ਸਕਦੇ ਹਾਂ ਤੇ ਜੇ ਉਹ ਕੰਪਨੀ ਸਾਡੇ ਨਾਲ ਕੰਮ ਕਰ ਹਟੀ ਆਲਰੇਡੀ ਉਹਨਾਂ ਦਾ ਪ੍ਰੋਗਰਾਮ ਬਣਿਆ ਹੋਵੇ ਤੇ ਉਹਨਾਂ ਨੇ ਕੋਰ ਲਿਆ ਹੋਵੇ ਜੋ ਤੁਹਾਡੇ ਮੇਨਟੇਨੈਂਸ ਆਡਿਟ ਮੈਂ ਵੈਬਿਨਾਰ ਵਿੱਚ ਦੱਸਿਆ ਵੀ ਹੈ ਜੋ ਤੁਹਾਡੇ ਮੇਨਟੇਨੈਂਸ ਆਡਿਟ ਹੋਵੇ ਉਸ ਦੇ ਵਿੱਚ ਵੀ ਆਪਾਂ ਹੈਲਪ ਕਰ ਸਕਦੇ ਹਾਂ ਵੀ ਉਹ ਮੇਨਟੇਨੈਂਸ ਆਡਿਟ ਲਈ ਤਿਆਰ ਹੋਣ ਸੋ ਆਪਣਾ ਅਗਲਾ ਕੁਐਸਚਨ ਹੈਗਾ ਦਰਸ਼ਨ ਉਹ ਪੁੱਛ ਰਹੇ ਨੇ ਕਿ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਰੈਗੂਲਰਲੀ ਮੀਟ ਕਰਦੇ ਹੋ ਪਰ ਉਹ ਮੀਟਿੰਗਸ ਦੀ ਟਾਈਮਿੰਗ ਲਾਈਕ ਕਿਹੜੇ ਟਾਈਮ ਦੇ ਵਿੱਚ ਉਹ ਮੀਟਿੰਗਸ ਹੋ ਸਕਦੀਆਂ ਨੇ ਜਿਹੜੇ ਆਪਣਾ ਆਮ ਮੀਟਿੰਗ ਦਾ ਟਾਈਮ ਹੁੰਦਾ ਹੈ ਉਹ ਆਪਾਂ ਕੰਮ ਦੇ ਹਿਸਾਬ ਨਾਲ ਹੀ ਕਰਦੇ ਹਾਂ ਸੋ ਆਪਣਾ ਆਫਿਸ ਦੇ ਆਵਰ ਜੋ ਕੰਮ ਦੇ ਘੰਟੇ ਨੇ ਉਹ ਮੰਡੇ ਤੋਂ ਫਰਾਈਡੇ 8:30 ਤੋਂ ਲੈ ਕੇ 5 ਵਜੇ ਤੱਕ ਨੇ
ਪਰ ਪ੍ਰਭ ਸਾਨੂੰ ਪਤਾ ਹੈ ਵੀ ਟਰੱਕਿੰਗ ਕੰਪਨੀ ਦੇ ਕਈ ਵਾਰੀ ਉਹਨਾਂ ਦੇ अर्ਲੀ ਘੰਟੇ ਹੁੰਦੇ ਨੇ, ਕਈ ਵਾਰੀ ਲੇਟ ਕੰਮ ਕਰਨਾ ਪੈਂਦਾ, ਕਿਤੇ ਉਹਨਾਂ ਦਾ ਵੀਕਐਂਡ ਦਾ ਵੀ ਕੰਮ ਹੁੰਦਾ। ਸੋ ਜੋ ਆਮ ਆਪਣੇ ਰੈਗੂਲਰ ਜੋ ਆਪਾਂ ਹਫ਼ਤੇ ਬਾਅਦ ਮੀਟਿੰਗ ਰੱਖਦੇ ਹਾਂ, ਉਹ ਆਪਾਂ ਵੱਧ ਤੋਂ ਵੱਧ ਟਰਾਈ ਕਰਦੇ ਹਾਂ ਵੀ ਉਹ 8:30 ਤੋਂ 5 ਵਜੇ ਦੇ ਵਿੱਚ ਹੋਵੇ। ਜੇ ਕਈ ਵਾਰੀ ਉਹਨਾਂ ਦੇ ਕੋਈ ਟ੍ਰੇਨਿੰਗ ਦੀ ਲੋੜ ਹੁੰਦੀ ਹੈ ਜਾਂ ਵਰਕਰਸ ਦੀ ਟ੍ਰੇਨਿੰਗ ਦੀ ਲੋੜ ਹੁੰਦੀ ਆ, ਉਹ ਆਪਾਂ ਜ਼ਰੂਰ ਵੀਕਐਂਡ ਤੇ ਕਰ ਸਕਦੇ ਹਾਂ, 5 ਵਜੇ ਤੋਂ ਬਾਅਦ ਕਰ ਸਕਦੇ ਹਾਂ, ਜੇ ਲੋੜ ਪਵੇ ਤਾਂ 8 ਵਜੇ ਤੋਂ ਪਹਿਲਾਂ ਵੀ ਕਰ ਸਕਦੇ ਹਾਂ। ਉਹ ਸਾਰਾ ਆਪਾਂ ਫਿਗਰ ਆਊਟ ਕਰ ਸਕਦੇ ਹਾਂ। ਸੋ ਵੱਧ ਤੋਂ ਵੱਧ ਮੈਂ ਚਾਹੁੰਦਾ ਵੀ ਜਿਹੜੇ ਵੀ ਆਏ ਹੋਏ ਨੇ ਅਟੈਂਡੀਜ਼ ਜਿਹਨੇ ਵੀ ਆ ਪੁੱਛਿਆ, ਤੁਸੀਂ ਸਾਨੂੰ ਕੰਟੈਕਟ ਕਰੋ, ਆਪਦੇ ਸਕੇਡਿਊਲ ਬਾਰੇ ਦੱਸੋ ਤੇ ਆਪਾਂ ਜ਼ਰੂਰ ਤੁਹਾਡੇ ਨਾਲ ਬੈਠ ਕੇ ਫਿਗਰ ਆਊਟ ਕਰ ਸਕਦੇ ਹਾਂ ਵੀ ਆਪਾਂ ਕਿਹੜਾ ਟਾਈਮ ਚੱਲੂਗਾ। ਕਰਕੇ ਜਸਟ ਬਿਕਾਜ਼ ਇਟਸ 8:30 ਤੋਂ 5 ਵਜੇ ਤੱਕ ਜ਼ਰੂਰੀ ਨਹੀਂ ਵੀ ਆਪਾਂ ਇਸ ਘੰਟਿਆਂ ਦੇ ਵਿੱਚ ਹੀ ਕੰਮ ਕਰ ਸਕਦੇ ਹਾਂ, ਆਪਾਂ ਤੁਹਾਡੇ ਲਈ ਐਡਜਸਟ ਵੀ ਕਰ ਸਕਦੇ ਹਾਂ। ਸੋ ਦਰਸ਼ਨ, ਅਗਲਾ ਆਪਣਾ ਕੁਐਸਚਨ ਹੈਗਾ, ਆਡੀਅנס ਪੁੱਛ ਰਹੇ ਨੇ ਕਿ ਉਹਨਾਂ ਦੀ ਟੀਮ ਹੈਗੀ 3 ਮੈਂਬਰਸ ਦੀ, ਕਿ ਇਹ ਜਿਹੜਾ ਪ੍ਰੋਸੈਸ ਹੈ ਪ੍ਰੋਗਰਾਮ ਬਣਾਉਣ ਦਾ, ਕਿ ਉਹ ਲੋਟ ਆਫ ਵਰਕ ਹੈ 3 ਪੀਪਲ ਲਈ, ਕਿ ਇਜ਼ ਇਟ ਮੈਨੇਜੇਬਲ? ਪ੍ਰਭ ਜਦੋਂ 3 ਜਣੇ ਦੀ ਕੰਪਨੀ ਹੋਊਗੀ, ਉਹ ਸ਼ਾਇਦ ਓਨਰ ਆਪਰੇਟਰ ਸਾਈਜ਼ ਦੀ ਹੋਊਗੀ ਜਾਂ ਉਹ ਸਮਾਲ ਦਾ ਪ੍ਰੋਗਰਾਮ ਬਣਿਆ ਹੋਵੇ। ਆਪਾਂ ਜੋ ਕਰਦੇ ਹਾਂ ਜਦੋਂ ਕੰਪਨੀ ਇਸ ਸਾਈਜ਼ ਦੀ ਹੁੰਦੀ ਆ, ਕੰਮ ਤਾਂ ਕਾਫੀ ਘੱਟ ਆ ਲਾਰਜ ਕੰਪਨੀ ਨਾਲੋਂ। ਜੋ ਆਪਾਂ ਵੈਬਿਨਾਰ ਬਾਰੇ ਦੱਸਿਆ ਸੀ, ਜੋ ਮੇਨ ਆਪਾਂ ਗੱਲ ਕੀਤੀ ਆ, ਉਹ ਲਾਰਜ ਕੰਪਨੀ ਦੇ ਫੋਕਸ ਤੇ ਰਹੀ ਸੀ। ਪਰ ਜੇ ਕੰਪਨੀ ਦੇ ਇਕੱਲੇ 3 ਹੀ ਵਰਕਰਸ ਨੇ ਜਾਂ 3 EMPLOYE ਨੇ, ਸ਼ਾਇਦ ਉਹ ਓਨਰ ਆਪਰੇਟਰ ਦੀ ਸਾਈਜ਼ ਹੋ ਜਾਵੇ। ਉਹਦੇ ਜੇ ਤਾਂ ਓਨਰ ਆਪਰੇਟਰ ਸਾਈਜ਼ ਆ ਕੰਪਨੀ, ਫਿਰ ਉਹਨਾਂ ਦਾ ਟ੍ਰੇਨਿੰਗ ਦਾ ਪ੍ਰਭ ਉਹ ਆਪਾਂ ਇੱਕ ਦਿਨ ਦੇ ਵਿੱਚ ਹੀ ਕਰ ਦਿੰਦੇ ਹਾਂ। ਜੇ ਉਹ ਸਮਾਲ ਕੰਪਨੀ ਹੋਵੇ, ਫਿਰ ਆਪਾਂ 2-3 ਮਹੀਨੇ ਲਾਉਂਦੇ ਹਾਂ ਨਾਲ ਬਹਿ ਕੇ, ਕੋਈ ਬੇਸਿਕ ਤੁਹਾਡੇ ਜੋ ਕੰਪਨੀ ਦੇ ਸਾਈਜ਼ ਦੇ ਮੁਤਾਬਕ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣੇ, ਉਹਦਾ ਫਿਰ ਕੰਮ ਕਾਫੀ ਘੱਟ ਜਾਂਦਾ। ਓਕੇ, ਸੋ ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਉਹ ਪੁੱਛ ਰਹੇ ਨੇ ਕਿ ਉਹ ਕਿਵੇਂ ਆਪਣੇ ਮੈਨੇਜਰ ਜਾਂ ਸੁਪਰਵਾਈਜ਼ਰ ਨੂੰ ਔਨ ਬੋਰਡ ਲਿਆ ਸਕਣ ਵਿਦ ਸੇਫਟੀ, ਕਿ ਉਹ ਸ਼ੁਰੂ ਕਿੱਥੋਂ ਕਰਨ? ਇਹ ਕਾਫੀ ਪੁੱਛਿਆ ਜਾਂਦਾ ਪ੍ਰਭ, ਕੁਝ ਕੰਪਨੀ ਨੂੰ ਆਈ ਨਹੀਂ ਪਤਾ ਲੱਗਦਾ ਵੀ ਆਪਾਂ ਸ਼ੁਰੂ ਕਿੱਥੋਂ ਕਰੀਏ। ਮੈਨੇਜਰ ਜਾਂ ਸੁਪਰਵਾਈਜ਼ਰ, ਉਹ ਵੀ ਮੈਂ ਦੇਖਿਆ ਵੀ ਉਹ ਮੰਨਦੇ ਤਾਂ ਹੈ ਵੀ ਹਾਂਜੀ ਭਾਈ ਸੇਫਟੀ ਇਹ ਕੋਈ ਇੰਪੋਰਟੈਂਟ ਚੀਜ਼ ਹੈ, ਜ਼ਰੂਰੀ ਹੈ, ਕੰਪਨੀ ਨੂੰ ਰੱਖਣੀ ਪੈਂਦੀ ਹੈ ਸੇਫਟੀ, ਕੰਮ ਕਰਨ ਵਾਲੇ ਨੂੰ ਰੱਖਣੀ ਪੈਂਦੀ ਹੈ ਸੇਫਟੀ। ਪਰ ਉਹ ਇਸ ਨੈਕਸਟ ਸਟੈਪ, ਅਗਲਾ ਸਟੈਪ ਲੈਂਦੇ ਨਹੀਂ ਵੀ ਆਪਾਂ ਸੇਫਟੀ ਪ੍ਰੋਗਰਾਮ ਵੀ ਬਣਾਈਏ। ਜ਼ਿਆਦਾ ਤੌਰ ਤੇ ਮੈਂ ਵੇਖਿਆ ਪ੍ਰਭ, ਜੋ ਕੰਪਨੀਆਂ ਸਾਡੇ ਨਾਲ ਕੰਮ ਕਰਦੀ ਨੇ, ਉਹਨਾਂ ਨੇ ਕਿਹਾ ਵੀ ਸਾਨੂੰ ਆਈ ਨਹੀਂ ਪਤਾ ਲੱਗਦਾ ਵੀ ਆਪਾਂ ਸ਼ੁਰੂ ਕਿੱਥੋਂ ਕਰੀਏ। ਸੋ ਮੇਨ ਤਾਂ ਪ੍ਰਭ, ਜੋ ਤੁਹਾਡਾ ਜਿਹਨੇ ਵੀ ਪੁੱਛਿਆ ਹੋਵੇ, ਜੇ ਤੁਹਾਡੇ ਮੈਨੇਜਰ ਜਾਂ ਸੁਪਰਵਾਈਜ਼ਰ ਨੇ, ਤੁਸੀਂ ਉਹਨਾਂ ਨੂੰ ਦੱਸੋ ਵੀ ਸਾਡੇ ਨਾਲ ਸੇਫਟੀ ਡਰਾਈਵਰ ਨੂੰ ਕੰਟੈਕਟ ਕਰਕੇ ਸਾਡੇ ਨਾਲ ਗੱਲ ਕਰੋ, ਕਰਕੇ ਅਸੀਂ ਸਾਰਾ ਸਮਝਾ ਸਕਦੇ ਹਾਂ ਵੀ ਆਪਾਂ ਇੱਥੋਂ ਸ਼ੁਰੂ ਕਰਕੇ ਆਏ, ਇਸ ਤਰੀਕੇ ਨਾਲ ਇਹ ਸਟੈਪ ਲੈ ਕੇ ਤੁਹਾਡੀ ਮਦਦ ਕਰਾਂਗੇ ਵੀ ਤੁਹਾਡਾ ਪੂਰਾ ਸੇਫਟੀ ਪ੍ਰੋਗਰਾਮ ਬਣਾਉਣ ਦੇ ਵਿੱਚ। ਮੈਂ ਇੱਕ ਵੀ ਦੇਖਿਆ ਪ੍ਰਭ ਵੀ ਕਈ ਕੰਪਨੀਆਂ ਹੈਗੀਆਂ ਜੋ ਉਹਨਾਂ ਕੋਲੇ ਸੇਫਟੀ ਪ੍ਰੋਗਰਾਮ ਹੈਗਾ, ਪਰ ਆਈ ਨਹੀਂ ਪਤਾ ਵੀ ਆਪਾਂ ਸੇਫਟੀ ਪ੍ਰੋਗਰਾਮ ਵਰਤੀ ਕਿਵੇਂ, ਜਾਂ ਦੇ ਵਿੱਚ ਕੀ ਹੈ। ਤੇ ਇਹ ਚੀਜ਼ ਵੀ ਆ ਵੀ ਜੋ ਤੁਹਾਡਾ ਸੁਪਰਵਾਈਜ਼ਰ ਜਾਂ ਮੈਨੇਜਰ ਹੋਵੇ, ਅਸੀਂ ਨਾਲ ਉਹਨਾਂ ਨੂੰ ਵੀ ਦੱਸਾਂਗੇ ਵੀ ਜੋ ਤੁਹਾਡਾ ਹੈਲਥ ਐਂਡ ਸੇਫਟੀ ਪ੍ਰੋਗਰਾਮ ਹੈ, ਤੁਹਾਡੇ ਲਈ ਸਿਰਫ ਬਣਾਉਣੇ ਨਹੀਂ, ਤੁਹਾਨੂੰ ਸਮਝਾਉਣੇ ਆ ਵੀ ਇਹਨੂੰ ਕਿਵੇਂ ਵਰਤਣਾ, ਇਹਨੂੰ ਕਿਵੇਂ ਲਾਗੂ ਕਰਨਾ। ਉਹ ਵੱਧ ਤੋਂ ਵੱਧ ਆਪਾਂ ਐਡਵਾਈਸ ਵੀ ਦੇ ਸਕਦੇ ਹਾਂ ਵੀ ਸਾਰਾ ਤੁਹਾਡਾ ਪ੍ਰੋਗਰਾਮ ਚਾਲੂ ਹੋ ਜਾਵੇ। ਸੋ ਆਪਣਾ ਅਗਲਾ ਕੁਐਸਚਨ ਹੈ ਦਰਸ਼ਨ, ਉਹ ਪੁੱਛ ਰਹੇ ਨੇ ਕਿ ਉਹ ਆਪਣੀ ਜਿਹੜੀ ਵੈਬਸਾਈਟ ਤੇ ਜਾਂ ਫਿਰ ਜਿਹੜੇ ਵੀ ਆਪਣੇ ਕੋਲੇ ਫਾਰਮਸ ਨੇ, ਉਹਨਾਂ ਤੇ ਟੈਂਪਲੇਟਸ ਨੇ, ਉਹਨਾਂ ਨੂੰ ਕਿਵੇਂ ਐਕਸੈਸ ਕਰ ਸਕਦੇ ਨੇ? ਜਿਹੜੇ ਉਹ ਆਪਣੇ ਵੈਬਸਾਈਟ ਤੇ ਫਾਰਮਸ ਜਾਂ ਟੈਂਪਲੇਟ ਨੇ, ਉਹ ਆਪਣੇ ਵੈਬਸਾਈਟ ਤੋਂ ਹੀ ਡਾਊਨਲੋਡ ਕਰ ਸਕਦੇ ਹੋ। ਫ੍ਰੀ ਹੈ ਡਾਊਨਲੋਡ ਕਰਨ ਲਈ, www.safetydriven.ca ਵੈਬਸਾਈਟ ਤੇ ਜਾ ਕੇ ਆਪਣੀ ਇੱਕ ਰਿਸੋਰਸਿਸ ਵਾਲੀ ਟੈਬ ਹੁੰਦੀ ਆ, ਉਹਦੇ ਤੇ ਨੱਪ ਕੇ ਜਿੰਨੇ ਵੀ ਆਪਣੇ ਫਾਰਮ ਆ ਵੈਬਸਾਈਟ ਤੇ ਪਾਏ ਹੋਏ, ਕੋਈ ਵੀ ਉਹ ਵਰਤ ਸਕਦਾ। ਤੇ ਇੱਕ ਆਪਣੀ ਵੈਬਸਾਈਟ ਤੇ ਉੱਪਰਲੇ ਪਾਸੇ ਜੋ ਸੱਜੇ ਪਾਸੇ ਆ, ਉਹਦੇ ਤੇ ਲਿਖਿਆ ਹੋਊਗਾ ਇੰਗਲਿਸ਼ ਅਤੇ ਪੰਜਾਬੀ, ਉਹ ਪੰਜਾਬੀ ਵਾਲੇ ਬਟਨ ਨੱਪ ਕੇ ਪ੍ਰਭ ਆਪਾਂ ਵੱਧ ਤੋਂ ਵੱਧ ਵੈਬਸਾਈਟ ਨੂੰ ਟ੍ਰਾਂਸਲੇਟ ਕਰਨ ਦੀ ਵੀ ਉਹ ਪੰਜਾਬੀ ਵਿੱਚ ਪੜ੍ਹੀ ਜਾਵੇ, ਉਹ ਵੀ ਆਪਾਂ ਉਹ ਬਟਨ ਨੱਪ ਕੇ ਉਹ ਵੈਬਸਾਈਟ ਆਪਣੀ ਪੰਜਾਬੀ ਵਿੱਚ ਆ ਜਾਂਦੀ ਆ। ਹੁਣ ਜਿਹੜੇ ਫਾਰਮ ਨੇ ਉਹ ਪੰਜਾਬੀ ਵਿੱਚ ਨਹੀਂ ਹੋਣਗੇ, ਪਰ ਘੱਟੋ ਘੱਟ ਜਿਹੜੀ ਉਹ ਰਿਸੋਰਸਿਸ ਵਾਲੀ ਟੈਬ ਆ ਜਾਂ ਵੈਬਸਾਈਟ ਤੇ ਹੋਰ ਆਸੇ-ਪਾਸੇ ਕਲਿੱਕ ਕਰਨਾ ਹੋਵੇ, ਉਹ ਸਾਰਾ ਪੰਜਾਬੀ ਵਿੱਚ ਆ ਜਾਵੇ। ਓਕੇ, ਸੋ ਆਪਣਾ ਅਗਲਾ ਕੁਐਸਚਨ ਹੈ ਦਰਸ਼ਨ, ਉਹ ਪੁੱਛ ਰਹੇ ਨੇ ਕਿ ਕੀ ਆਪਣੀਆਂ ਸਾਰੀਆਂ ਟ੍ਰੇਨਿੰਗਸ ਆਨਲਾਈਨ ਨੇ? ਕਿ ਜਿਵੇਂ ਉਹਨਾਂ ਦੀ ਕੁਝ ਕੁ ਵਰਕਰਸ ਹੈਗੇ ਨੇ, ਲਾਈਕ ਉਹਨਾਂ ਦੀ ਕੰਪਨੀ ਹੈ ਨਾਰਥ ਵਿੱਚ, ਤੇ ਉਹਨਾਂ ਦੇ ਕੁਝ ਵਰਕਰਸ ਜਿਵੇਂ ਇੰਨੇ ਗੁੱਡ ਨਹੀਂ ਹੈਗੇ ਕਿ ਕੰਪਿਊਟਰਸ ਨਾਲ ਕੰਮ ਕਰਨ ਲਈ, ਫਿਰ ਆਪਾਂ ਉਹਨਾਂ ਨੂੰ ਕਿਵੇਂ ਟ੍ਰੇਨ ਕਰ ਸਕਦੇ ਹਾਂ, ਕਿ ਕੀ ਆਪਸ਼ਨਸ ਨੇ? ਓਕੇ, ਸੋ ਪਹਿਲੀ ਜਿਹੜੀ ਗੱਲ ਆ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਜੇ ਤਾਂ ਕੰਪਨੀ ਕੋਈ ਨਾਰਥਰਨ BC ਵਿੱਚ ਕੰਮ ਕਰਦੀ ਹੋਵੇ, ਉਹਦਾ ਕੋਈ ਚੱਕਰ ਨਹੀਂ, ਆਪਾਂ ਵੱਧ ਤੋਂ ਵੱਧ ਟਰਾਈ ਕਰਦੇ ਹਾਂ ਵੀ ਉਹਨਾਂ ਨੂੰ ਜਿੱਥੇ ਕੰਮ ਕਰਦਾ, ਜਿੱਥੇ ਕੰਮ ਹੁੰਦਾ ਹੋਵੇ, ਉੱਥੇ ਜਾਈਏ, ਆਪਾਂ ਉੱਥੇ ਜਾ ਕੇ ਤੁਹਾਨੂੰ ਮਿਲੀਏ। ਸੋ ਮੇਨ ਤਾਂ ਜਿਹੜੀ ਉਹ ਆ।
ਦੂਜੀ ਗੱਲ ਆ ਵੀ ਜੋ ਆਪਣੀ ਟ੍ਰੇਨਿੰਗ ਆ ਹੁਣ ਫੋਰ ਐਗਜ਼ਾਮਪਲ ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਵਾਲੀ ਟ੍ਰੇਨਿੰਗ ਦੀ ਹੈ ਆਨਲਾਈਨ ਤਾਂ ਆਪਾਂ ਦੇ ਸਕਦੇ ਹਾਂ ਜ਼ਰੂਰ ਪਰ ਜੋ ਸਾਡੀ ਇੱਛਾ ਵੀ ਆਪਾਂ ਵੱਧ ਤੋਂ ਵੱਧ ਉਹ ਫੇਸ ਟੂ ਫੇਸ ਇਨ ਪਰਸਨ ਟ੍ਰੇਨਿੰਗ ਦਈਏ ਵੀ ਤੁਹਾਡੇ ਨਾਲ ਇੱਕ ਕਮਰੇ 'ਚ ਬਹਿ ਕੇ ਕਰੀਏ ਜੋ ਟ੍ਰੇਨਿੰਗ ਚਾਹੇ ਤੁਹਾਡੇ ਆਫਿਸ ਵਿੱਚ ਚਾਹੇ ਤੁਸੀਂ ਸਾਡੇ ਆਫਿਸ ਵਿੱਚ ਆਓ ਇਹੋ ਜਿਹੀ ਚੀਜ਼ਾਂ ਆਪਾਂ ਫਿਗਰ ਆਊਟ ਕਰ ਸਕਦੇ ਹਾਂ ਸੋ ਆਪਾਂ ਵੱਧ ਤੋਂ ਵੱਧ ਚਾਹੁੰਦੇ ਹਾਂ ਵੀ ਜਿਹੜੀ ਟ੍ਰੇਨਿੰਗ ਦਿੱਤੀ ਜਾਵੇ ਉਹ ਫੇਸ ਟੂ ਫੇਸ ਦਿੱਤੀ ਜਾਵੇ ਉਹਦੇ ਵਿੱਚ ਕਾਫੀ ਫਾਇਦੇ ਆ ਪ੍ਰਭ ਵੀ ਬੰਦੇ ਜਿਹੜੇ ਉਹ ਟ੍ਰੇਨਿੰਗ ਵਿੱਚ ਆਉਂਦੇ ਆ ਉਹ they can ask questions right then and there ਕਈ ਫਾਇਦੇ ਆ ਸੋ ਆਪਾਂ ਵੱਧ ਤੋਂ ਵੱਧ ਆਪਾਂ ਜ਼ਰੂਰ ਮੰਨਦੇ ਆ ਵੀ ਟ੍ਰੇਨਿੰਗ ਜੋ ਵੱਧ ਤੋਂ ਵੱਧ ਉਹ ਇਨ ਪਰਸਨ ਹੋਣੀ ਚਾਹੀਦੀ ਆ ਜੇ ਕੋਈ ਨਾ ਕੰਪਿਊਟਰ ਵਰਤਣਾ ਵਾਲਾ ਜੇ ਉਹਨਾਂ ਦੇ ਕੋਈ ਵਾਲੇ ਐਕਸਪੀਰੀਅੰਸ ਨਾ ਹੋਵੇ ਜਾਂ ਉਹ ਨਹੀਂ ਵਰਤਣਾ ਆਉਂਦੇ ਉਹਦੇ ਵਿੱਚ ਵੀ ਕੋਈ ਚੱਕਰ ਨਹੀਂ ਪ੍ਰਭ ਆਪਾਂ ਵੀ ਕੈਨ ਡੂ ਇਟ ਓਵਰ ਦਾ ਫੋਨ ਆਪਾਂ ਟਰਾਈ ਵੀ ਕਰ ਸਕਦੇ ਹਾਂ ਉਹਨੂੰ ਕੰਪਿਊਟਰ ਸਮਝਾਉਣ ਦੀ ਪਰ ਜੇ ਲੋੜ ਪਵੇ ਤਾਂ ਆਪਾਂ ਜ਼ਰੂਰ ਉਹਨਾਂ ਨੂੰ ਜਾ ਕੇ ਉੱਥੇ ਮਿਲ ਕੇ ਇੱਕ ਦਿਨ ਬੁੱਕ ਕਰਕੇ ਟ੍ਰੇਨਿੰਗ ਕਰ ਸਕਦੇ ਹਾਂ ਸੋ ਆਈ ਵੁੱਡ ਸੇ ਜਿਨ੍ਹਾਂ ਨੇ ਵੀ ਉਹ ਪੁੱਛਿਆ they can get in touch with us ਤੇ ਆਪਾਂ ਟ੍ਰੇਨਿੰਗ ਉਹਦੀ ਅਰੇਂਜ ਕਰ ਸਕਦੇ ਹਾਂ ਜੀ ਓਕੇ ਸੋ ਅਗਲੇ ਆਪਣੀ ਆਡੀਅנס ਪੁੱਛ ਰਹੇ ਨੇ ਕਿ ਉਹ ਇੱਕ ਡਿਸਪੈਚ ਆਫਿਸ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਕੋਲੇ 46 ਓਨਰ ਆਪਰੇਟਰਸ ਨੇ ਤੇ ਉਹਨਾਂ ਦੀ ਕੀ ਰਿਸਪੌਂਸਿਬਿਲਿਟੀ ਬਣੂਗੀ ਓਨਰ ਆਪਰੇਟਰਸ ਲਈ ਜੇ ਉਹ ਉਹਨਾਂ ਨੂੰ ਕੋਰਸ ਸਰਟੀਫਾਈਡ ਜਾਂ ਫਿਰ ਉਹਨਾਂ ਦਾ ਹੈਲਥ ਐਂਡ ਸੇਫਟੀ ਪ੍ਰੋਗਰਾਮ ਬਣਾਉਣਾ ਚਾਹੁੰਦੇ ਨੇ ਸੋ ਜੇ ਤਾਂ ਉਹ ਆਫਿਸ ਵਿੱਚ ਕੰਮ ਕਰਦੇ ਆ ਤੇ ਉਹਨਾਂ ਦੇ ਕੰਪਨੀ ਦੇ ਕਾਫੀ ਉਹਨਾਂ ਦੇ 46 ਓਨਰ ਆਪਰੇਟਰ ਨੇ ਉਹ ਤਕਰੀਬਨ 50 ਦੇ ਨੇ ਜਿਹੜੇ ਉਹ ਓਨਰ ਆਪਰੇਟਰ ਨੇ ਜ਼ਿੰਮੇਵਾਰੀ ਕੰਪਨੀ ਦੀ ਮਾੜੀ ਮੋਟੀ ਤਾਂ ਆਉਂਦੀ ਆ ਹੁਣ ਜਿਵੇਂ ਸਾਨੂੰ ਪਤਾ ਜੇ ਓਨਰ ਆਪਰੇਟਰ ਰੱਖਣੇ ਉਹ ਆਪਣੇ ਐਨਐਸਸੀ ਦੇ ਥੱਲੇ ਕੰਮ ਕਰਦੇ ਨੇ ਸੋ ਓਨਰ ਆਪਰੇਟਰ ਕੁਝ ਕੰਪਨੀ ਤੇ ਇਫੈਕਟ ਤਾਂ ਜ਼ਰੂਰ ਕਰਦੇ ਆ ਆਈ ਨਹੀਂ ਵੀ ਉਹ ਓਨਰ ਆਪਰੇਟਰ ਉਹ ਅੱਡੀ ਕੰਪਨੀ ਉਹ ਸਬ ਕੰਟਰੈਕਟਰ ਨੇ ਤੇ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇ ਜੋ ਪ੍ਰਭ ਆਪਾਂ ਰეკਮੈਂਡ ਕਰਦੇ ਹਾਂ ਸੇਫਟੀ ਡਰਿਵਨ ਤੇ ਵੀ ਜਿਹੜੇ ਤੁਹਾਡੇ ਓਨਰ ਆਪਰੇਟਰ ਨੇ ਹਾਂ ਤੁਹਾਡੀ ਕੰਪਨੀ ਨੇ ਸੇਫਟੀ ਪ੍ਰੋਗਰਾਮ ਬਣਾਉਣਾ ਹੋਵੇ ਤੇ ਬਣ ਵੀ ਗਿਆ ਕੰਪਨੀ ਸ਼ਾਇਦ ਕੋਰਸ ਸਰਟੀਫਾਈਡ ਹੋਵੇ ਉਹਨਾਂ ਦਾ ਵਧੀਆ ਸੇਫਟੀ ਪ੍ਰੋਗਰਾਮ ਚੱਲ ਰਿਹਾ ਪਰ ਉਹ ਜੋ ਓਨਰ ਆਪਰੇਟਰ ਨੇ ਉਹ ਪ੍ਰੋਗਰਾਮ ਦੇ ਥੱਲੇ ਕੰਮ ਕਰਦੇ ਨੇ ਜੇ ਉਹਨਾਂ ਦੇ ਓਨਰ ਆਪਰੇਟਰ ਦੀ ਕੋਈ ਸੱਟ ਲੱਗ ਜਾਵੇ ਜਾਂ ਕੋਈ ਇਨਸੀਡੈਂਟ ਹੋ ਜਾਵੇ ਉਹਦੇ ਵਿੱਚ ਪ੍ਰਭ ਉਹ ਕੰਪਨੀ ਤੇ ਨੂੰ ਸ਼ਾਇਦ ਅਫੈਕਟ ਕਰ ਸਕਦਾ ਰਾਈਟ ਵੀ ਜਿਹੜੇ ਉੱਪਰ ਉਹ ਰੈਗੂਲੇਟਰ ਜਿਹਨੇ ਇਨਵੈਸਟੀਗੇਟ ਕਰਨਾ ਸ਼ਾਇਦ ਉਹਨੇ ਫਾਈਨ ਪੇਸ਼ ਕਰਨਾ ਜਾਂ ਆਰਡਰ ਲਿਖਣਾ ਹੋਵੇ ਉਹ ਕੰਪਨੀ ਦੇ ਰਾਹੀਂ ਉਹ ਕੰਪਨੀ ਤੇ ਪਾ ਸਕਦਾ ਫਾਈਨ ਉਹ ਟਰਾਈ ਤਾਂ ਕਰ ਸਕਦੇ ਜ਼ਰੂਰ ਆਪਾਂ ਜੋ ਰეკਮੈਂਡ ਕਰਦੇ ਹਾਂ ਵੀ ਜਿੰਨੇ ਵੀ ਤੁਹਾਡੇ ਓਨਰ ਆਪਰੇਟਰ ਨੇ ਉਹਨਾਂ ਨੂੰ ਵੀ ਇੱਕ ਛੋਟਾ ਹੈਲਥ ਐਂਡ ਸੇਫਟੀ ਪ੍ਰੋਗਰਾਮ ਉਹਨਾਂ ਲਈ ਤਿਆਰ ਕਰੋ ਅਤੇ ਸੇਫਟੀ ਡਰਿਵਨ ਇਹਦੇ ਵਿੱਚ ਜ਼ਰੂਰ ਕੰਮ ਕਰਦਾ ਓਨਰ ਆਪਰੇਟਰ ਨਾਲ ਜਿੰਨੇ ਵੀ ਤੁਹਾਡੇ ਕੰਪਨੀ ਦੇ ਓਨਰ ਆਪਰੇਟਰ ਨੇ ਤੁਹਾਡੇ 46 ਓਨਰ ਆਪਰੇਟਰ ਨੇ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਵੀ ਉਹਨਾਂ ਦਾ ਵੀ ਪ੍ਰੋਗਰਾਮ ਆਪਾਂ ਲਿਖ ਸਕਦੇ ਤੇ ਉਹ ਵੀ ਜਿਹੜੇ ਜੇ ਤਾਂ ਓਨਰ ਆਪਰੇਟਰ ਚਾਹੁੰਦੇ ਨੇ ਉਹ ਓਨਰ ਆਪਰੇਟਰ ਨੂੰ ਵੀ ਆਪਾਂ ਕੋਰਸ ਸਰਟੀਫਾਈ ਕਰ ਸਕਦੇ ਹਾਂ ਸੋ ਅਗਲੇ ਆਪਣਾ ਕੁਐਸਚਨ ਹੈ ਦਰਸ਼ਨ ਉਹ ਪੁੱਛ ਰਹੇ ਨੇ ਕਿ ਉਹ ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਸੈਟਅਪ ਕਰਨਾ ਚਾਹੁੰਦੇ ਨੇ ਤੇ ਉਹ ਪੁੱਛਣਾ ਚਾਹੁੰਦੇ ਕਿ ਉਹਨਾਂ ਕੋਲ ਜਿੰਨੇ ਵੀ ਡਿਪਾਰਟਮੈਂਟਸ ਨੇ ਕੰਪਨੀ ਦੇ ਕਿ ਹਰੇਕ ਡਿਪਾਰਟਮੈਂਟ ਚੋਂ ਇੱਕ ਇਨਸਾਨ ਲਾਈਕ ਇੱਕ ਪੀਪਲ ਹੋਣਾ ਜ਼ਰੂਰੀ ਹੈ ਤੇ ਕਿੰਨੇ ਨੰਬਰ ਆਫ ਪੀਪਲ ਹੋਣੇ ਚਾਹੀਦੇ ਨੇ ਕਮੇਟੀ ਤੇ ਪ੍ਰਭ ਜਿਹੜੇ ਆਪਣੇ ਕਮੇਟੀ ਹੁੰਦੀ ਆ ਹੁਣ ਕੋਈ ਕੰਪਨੀ ਜੇ ਤਾਂ ਪ੍ਰੋਵਿੰਸ਼ਲੀ ਰੈਗੂਲੇਟਰ ਹੋਵੇ ਜਿਵੇਂ ਮੈਂ ਕਿਹਾ ਵੀ ਜੇ ਤਾਂ ਤੁਹਾਡਾ ਸਾਰਾ ਕੰਮ ਵਰਕਸਿਪ ਪੀਸੀ ਦੇ ਰਾਹੀਂ ਰੈਗੂਲੇਸ਼ਨ ਫਾਲੋ ਕਰਨੀ ਪੈਂਦੀ ਹੈ ਜੇ ਤੁਹਾਡਾ ਕੰਮ ਬੀਸੀ ਦੇ ਵਿੱਚ ਹੀ ਰਹਿੰਦਾ ਤੇ ਬਾਹਰ ਨਹੀਂ ਜਾਂਦਾ ਤਾਂ ਫਿਰ ਤੁਸੀਂ ਪ੍ਰੋਵਿੰਸ਼ਲੀ ਰੈਗੂਲੇਟਰ ਜੋ ਪ੍ਰੋਵਿੰਸ਼ਲੀ ਰੈਗੂਲੇਟਡ ਕੰਪਨੀਆਂ ਹੁੰਦੀਆਂ ਨੇ ਉਹਨਾਂ ਨੂੰ ਘੱਟੋ ਘੱਟ 4 ਜਣੇ ਹੁੰਦੇ ਆ ਅਤੇ ਲਾਸਟ ਜੋ ਆਪਣੇ ਫੈਡਰਲੀ ਰੈਗੂਲੇਟਡ ਕੰਪਨੀ ਨੇ ਉਹਨਾਂ ਦੇ ਘੱਟੋ ਘੱਟ 2 ਜਣੇ ਹੋਣੇ ਚਾਹੀਦੇ ਆ ਸੋ ਉਹ ਉਹਨਾਂ ਦੇ ਮੇਨ ਆ ਪ੍ਰੋਬਬਲੀ ਘੱਟੋ ਘੱਟ 4 ਤੇ ਘੱਟੋ ਘੱਟ 2 ਹਨ ਜੇ ਕੰਪਨੀ ਦੇ ਅੱਡੋ ਤਾਂ ਜ਼ਰੂਰ ਉਹਨਾਂ ਨੂੰ ਫਿਰ ਵੱਧ ਤੋਂ ਵੱਧ ਟਰਾਈ ਕਰੀਏ ਵੀ ਆਪਾਂ ਹਰੇਕ ਡਿਪਾਰਟਮੈਂਟ ਦੀ ਰੈਪਰੈਜ਼ੈਂਟੇਸ਼ਨ ਹੋਵੇ ਪਰ ਉਹਦੀ ਕੋਈ ਮੈਕਸਿਮਮ ਦੀ ਕੋਈ ਰਿਕੁਆਇਰਮੈਂਟ ਨਹੀਂ ਵੀ ਤੁਹਾਨੂੰ ਇੰਨੇ ਬੰਦੇ ਵੱਧ ਤੋਂ ਵੱਧ ਰੱਖਣੇ ਹੁੰਦੇ ਉਹਦੀ ਕੋਈ ਲਿਮਿਟ ਨਹੀਂ ਹੁੰਦੀ ਓਕੇ ਐਂਡ ਆਪਣਾ ਆਖਰੀ ਸਵਾਲ ਹੈ ਦਰਸ਼ਨ ਉਹ ਪੁੱਛ ਰਹੇ ਨੇ ਕਿ ਉਹ ਇੱਕ ਟਰੱਕ ਮੇਨਟੇਨੈਂਸ ਫੈਸਿਲਿਟੀ ਵਿੱਚ ਕੰਮ ਕਰਦੇ ਨੇ ਕਿ ਆਪਾਂ ਉਹਨਾਂ ਨੂੰ ਉਹਨਾਂ ਦਾ ਸੀਈਓ ਦੱਸ ਸਕਦੇ ਹਾਂ ਤੇ ਸੀਈਓ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਉਹਨਾਂ ਦੀ ਕੀ ਕਾਸਟ ਐਸੋਸੀਏਟਡ ਹੋਣੀ ਹੈ ਪ੍ਰੋਗਰਾਮ ਬਣਾਉਣ ਵਿੱਚ ਪ੍ਰਭ see you ਹੁਣ ਮੈਨੂੰ off the top of my head ਮੈਨੂੰ ਨਹੀਂ ਪਤਾ ਪਰ ਜ਼ਰੂਰ ਆਪਾਂ ਲੁੱਕ ਅਪ ਕਰ ਸਕਦੇ ਹਾਂ ਜੋ ਮੈਂ ਚਾਹੁੰਦਾ ਵੀ ਤੁਸੀਂ ਸਾਨੂੰ ਫੋਨ ਕਰਕੇ ਦੱਸੋ ਵੀ ਸਾਡੀ ਕੰਪਨੀ ਦਾ ਆ ਨਾਂ ਆ ਜਾਂ ਫੋਨ ਕਰਕੇ ਦੱਸੋ ਸਾਡੀ ਕੰਪਨੀ ਦਾ ਆ ਵਰਕਸਿਪ ਪੀਸੀ ਨੰਬਰ ਆ ਅਤੇ ਉਹ ਸਾਰਾ ਆਪਾਂ ਲੁੱਕ ਅਪ ਕਰ ਸਕਦੇ ਹਾਂ ਹੁਣ ਮੈਨੂੰ ਪਤਾ ਤਾਂ ਹੈ ਜੋ ਜੇ ਤਾਂ ਤੁਹਾਡੀ ਟਰੱਕ ਕੰਪਨੀ ਜਾਂ ਟਰੱਕ ਮੇਨਟੇਨੈਂਸ ਦੀ ਕੰਪਨੀ ਹੋਵੇ ਉਹ ਸ਼ਾਇਦ ਜਨਰਲ ਟਰੱਕਿੰਗ ਦੇ ਵਿੱਚ ਤਾਂ ਆਲਮੋਸਟ ਨਾ ਹੀ ਆਊਗੀ ਸੋ ਸ਼ਾਇਦ ਉਹਦੇ ਕੋਈ ਪੈਸੇ ਵੀ ਦੇਣੇ ਪਵੇਗੇ ਕੋਈ ਪ੍ਰੋਗਰਾਮ ਬਣਾਉਣ ਦੇ ਵਿੱਚ ਪਰ ਇਫ ਦੇ ਗੈਟ ਇਨ ਟੱਚ ਵਿਦ ਅਸ ਤੁਸੀਂ ਸਾਨੂੰ ਫੋਨ ਕਰੋ ਅਤੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਇਹਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਸਕਦੇ ਹਾਂ ਵੀ ਇਹਦੇ ਵਿੱਚ ਕਿਹੜੀ ਕਾਸਟ ਸ਼ਾਇਦ ਆਊਗੀ ਓਕੇ ਸੋ ਦਰਸ਼ਨ ਸਮੇਂ ਦੀ ਘਾਟ ਹੋਣ ਕਰਕੇ ਸਾਨੂੰ ਇਹ Q&A ਸੈਸ਼ਨ ਇੱਥੇ ਹੀ ਰੋਕਣਾ ਪੈਣਾ ਹੈ
ਪਰ ਤੁਸੀਂ ਆਪਦੇ ਸਵਾਲ ਸਾਨੂੰ ਕੰਟੈਕਟ ਕਰਕੇ ਪੁੱਛ ਸਕਦੇ ਹੋ। ਜੇ ਤੁਹਾਨੂੰ ਹਜੇ ਕੋਈ ਵੀ ਸਵਾਲ ਹੈਗੇ ਆ ਤੁਹਾਡੇ ਕੋਲੇ ਜੋ ਤੁਸੀਂ ਸਾਨੂੰ ਦੁਬਾਰਾ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। Okay, ਪ੍ਰਭ ਸੋ ਅੰਤ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੈਬਿਨਾਰ ਸਫਲ ਬਣਾਉਣ ਵਿੱਚ ਮਦਦ ਕੀਤੀ ਆ ਅਤੇ ਸਾਰੇ ਤੁਹਾਡੇ ਆਡੀਅנס ਵਾਲਿਆਂ ਵੀ ਦਿਲੋਂ ਧੰਨਵਾਦ ਕਰਦੇ ਹਾਂ। ਓਕੇ, ਥੈਂਕ ਯੂ।